बात तो सुनो मेरी, बात क्यों नहीं सुनते? बात ये है कि बरेलवीयत दी हिस्टरी जिन्नी मैं जानना ना ਉਹਨਾਂ ਇਹ ਸ਼ੁਆਇਬ ਰਾਜਾ ਖੁਦ ਨਹੀਂ ਜਾਣਦਾ। ਉਹਨੇ ਇਹ ਵੀ ਨਹੀਂ ਜਾਣਦਾ ਜਿਹੜਾ ਉੱਤੇ ਬੈਠਿਆ ਸੋ ਕਾਲ ਮੁਸਲਮ। ਸਮਝ ਆ ਗਈ ਨਾ? ਮੇਰੇ ਕੋਲ ਇਹਨਾਂ ਦੀ ਉਹ ਵੀਡੀਓ ਹੈ ਜਿਹਦੇ ਵਿੱਚ 40 ਬੰਦੇ ਕੁੱਤੇ ਬਣ ਕੇ ਹੱਥਾਂ ਪੈਰਾਂ ਤੇ ਚੱਲ ਕੇ ਗਲੇ 'ਚ ਪੱਟੇ ਪਾਏ ਨਾਲ ਬੰਦੇ ਉਹ ਲੈ ਕੇ ਜਾ ਰਹੇ ਨੇ ਉਹਨਾਂ ਮਸਜਿਦ ਵਿੱਚ। ਇਹਨਾਂ ਨੇ ਬੰਦਰ ਬਿਠਾ ਕੇ ਮਿਹਰਾਬ ਦੇ ਵਿੱਚ ਬੰਦਰ ਬਿਠਾ ਕੇ ਉਹਦੇ ਕੋਲ ਉਹਦੇ ਨਾਂ ਤੇ ਚੰਦਾ ਲੈਂਦੇ। ਲੋਕੀ ਉਹਨੂੰ ਪੈਸੇ ਦਿੰਦੇ, ਸਿਰ 'ਤੇ ਹੱਥ ਫੇਰਦਾ ਬੰਦਰ। ਇਹ ਬਰੇਲਵੀਅਤ ਹੈ। ਬਰੇਲਵੀਅਤ ਤਾਂ ਤਾਂ ਮੈਂ ਕਿਹਾ ਇਹਦੇ 'ਤੇ ਲਾਨਤ ਪਾਈ ਜਾਏਗੀ ਬਰੇਲਵੀਅਤ 'ਤੇ, ਕਿਉਂਕਿ ਇਹ ਮੁਸ਼ਰਕ ਨੇ, ਮੁਨਾਫਿਕ ਨੇ, ਮੁਨਕਰ ਨੇ ਰਸੂਲ ਦੇ। ਠੀਕ ਹੈ, ਇਹ ਮੰਨਦੇ ਨੇ ਯਜ਼ੀਦ ਨੂੰ। ਇੱਕ ਮਿੰਟ ਠਹਿਰੋ, ਮੇਰੀ ਹੁਣ ਪੂਰੀ ਗੱਲ ਸੁਣ ਲੈ। ਹੁਣ ਮੈਨੂੰ ਮੌਕਾ ਮਿਲਿਆ, ਮੈਂ ਗੱਲ ਸੁਣਾਣਾ। ਅੱਲਾ ਰੱਖਾ ਸਾਹਿਬ, ਗਾਂਧੀ ਸਾਹਿਬ ਦੇ ਬਾਰੇ ਵੀ ਥੋੜੀ ਗੁਫ਼ਤਗੂ ਫਰਮਾ ਦਿਓ। ਗਾਂਧੀ ਸਾਹਿਬ ਠੀਕ ਨੇ? ਉਹ ਠਹਿਰ ਜਾ, ਚੁੱਪ ਕਰ, ਤੂੰ ਪਾਗਲ ਕੁੱਤਾ ਹੈਗਾ ਭੌਂਕਣੇ ਫਿਰ। ਅੱਛਾ ਇਹ ਦੱਸੋ ਗਾਂਧੀ ਸਾਹਿਬ ਦੇ ਬਾਰੇ ਕੋਈ ਦੱਸੋ। ਗਾਂਧੀ ਸਾਹਿਬ ਕਹਿੰਦੇ ਨੇ ਕਿ ਮਿਰਜ਼ਾ ਸਾਹਿਬ ਜਿਹੜੇ ਨੇ ਉਹਨਾਂ ਨੇ ਅਗਰ ਨਬੂਵਤ ਦਾ ਦਾਵਾ ਕੀਤਾ ਨਾ ਤੇ ਅਸੀਂ ਉਹਨਾਂ ਨੂੰ ਕਾਫਰ ਜਾਣਦੇ ਆ, ਕਾਫਰ ਲਿਖਦੇ ਆ ਤੇ ਕਾਫਰ ਮੰਨਦੇ ਆ। ਅਗਰ ਸਾਡੇ ਜ਼ਿੰਦਗੀ ਚ ਹੁੰਦੇ ਤਾਂ ਉਹਨਾਂ ਨੂੰ ਅਸੀਂ ਸਮਝਾ ਦਿੰਦੇ ਕਿ ਮਿਰਜ਼ਾ ਸਾਹਿਬ ਇਹ ਦਾਅਵੇ ਨਾ ਕਰੋ। ਜ਼ਿੰਦਗੀ ਚ ਨਾ ਹੁੰਦੇ। हज़रत मसीह मौला इस्लाम का एक शेर है, सुन ला तवज्जो नाल। वक्त था वक्त मसीहा का, न किसी और का वक्त, मैं ना आता तो कोई और ही आया होता, कोई और आ जाता। तुहानू शर्म नहीं है? बगैर तो तुसी इस गल नू नहीं समझदे कि एक मसीहा दा वक्त सी जिन्हें आके दावा करता बस वही आ गया। बाकी हुण तुहानू तुसी एवें ਭੌਂਕਦੇ ਜਾਓ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ। ਹੁਸੈਨੀ ਸਾਹਿਬ ਹੁਣ ਇਹ ਜਿਹੜੇ ਨੇ ਹੁਸੈਨੀ ਸਾਹਿਬ ਮੁਨਾਫਿਕ ਬੰਦੇ ਨੇ। ਇਹ ਸਾਰਾ ਸ਼ਰਾਰਤ ਇਹਨਾਂ ਦੀ ਹੈ। ਔਰ ਇੱਥੇ ਇਹ ਰੋਜ਼ ਇਹਨਾਂ ਨੇ ਗੰਦ ਪਾਇਆ ਹੁੰਦਾ ਆਪਣੀ ਬਰਾਤ ਤੇ, ਔਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਮੈਂ ਇਹਨਾਂ ਨੂੰ ਕਿੰਨੀ ਵਾਰੀ ਕਿਹਾ ਹੁਸੈਨੀ ਸਾਹਿਬ ਨੂੰ ਕਿ ਤੁਸੀਂ ਇਹ ਮੁਨਾਫਕਤ ਛੱਡ ਦਿਓ ਮੁਨਾਫਕਤ। ਇਹ ਤੁਹਾਡੇ ਤੇ ਲਾਹਨਤ ਹੈਗੀ ਹੈ ਹੁਸੈਨੀ ਸਾਹਿਬ। ਤੁਸੀਂ ਇੱਥੇ ਘੰਟਾ ਕੁੱਤਿਆਂ ਬਰੇਲਵੀਆਂ ਨੂੰ ਇੱਧਰ ਉੱਧਰ ਤੇ ਅਹਿਮਦੀਆਂ ਨੂੰ ਤੁਸੀਂ ਲੜਾਉਂਦੇ ਹੋ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਖੌਫ ਕਰੋ। ਨਹੀਂ ਹੁਸੈਨੀ ਸਾਹਿਬ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਘੰਟਾ ਮੈਂ ਸੁਣੀਏ ਔਰ ਇੱਕੋ ਹੀ ਰੱਟ ਉਹ ਭੱਜ ਆਉਂਦਾ ਬਰੇਲਵੀ ਕੁੱਤਾ ਹਜ਼ਰਤ ਮਸੀਹ ਮੌਦ ਇਸਲਾਮ ਵਾਲੇ ਪਾਸੇ। टीम साहब की हो गया? क्यों गाना काट रहे हो? क्या हो गया? और तू चुप करना। कीम साहब की हो गया? प्यारे सानू ते कीम साहब ਤੁਹਾਡੇ ਨਾਲ ਪਿਆਰ ਹੈ, ਵੱਡੇ ਹੋ, ਬਜ਼ੁਰਗ ਹੋ, ਗਾਲਾਂ ਵੀ ਕੱਢ ਲੋ। ਚੁੱਪ, ਮੈਂ ਪੁੱਛ ਰਿਹਾ ਹੋਇਆ ਕਿ ਇਹ ਮਾਮਲਾ ਕੀ ਹੋਇਆ। ਮੈਂ ਦੱਸਣਾ ਹਕੀਮ ਸਾਹਿਬ ਇਹ ਗੱਲ ਸੱਚੀ ਹੈ? ਇਹ ਦੱਸੋ ਹਕੀਮ ਸਾਹਿਬ, ਇਹ ਗੱਲ ਦੱਸੋ ਕਿ ਜਿਹੜੇ ਕੁੱਤਿਆਂ ਨੂੰ ਭੌਂਕਣ ਦੀ ਆਦਤ ਹੋਏ ਤੇ ਮੈਂ ਸੁਣਿਆ ਉਹ ਆਪਣਿਆਂ ਤੇ ਵੀ ਭੌਂਕਦੇ ਨੇ, ਇਹ ਗੱਲ ਠੀਕ ਹੈ? ਜਿਨ੍ਹਾਂ ਨੂੰ ਕਾਟੀ ਨਹੀਂ ਇਹ ਗੱਲ ਨਹੀਂ। ਉਹ ਫਿਰ ਬਾਅਦ ਦਫਾ ਭੁੱਲ ਜਾਂਦੇ ਨੇ, ਮਤਲਬ ਫਰਕ ਭੁੱਲ ਜਾਂਦੇ। ਮਤਲਬ ਮੈਂ ਸਾਕੀ ਦੀ ਕਾਲ ਚੁੱਕਿਆ ਉਹਨਾਂ ਵਿੱਚੋਂ ਫਿਰ ਤੂੰ ਹੀ ਇੱਕ ਹੈ ਜਿਹੜੇ ਭੁੱਲ ਜਾਂਦੇ। ਅੱਛਾ ਨਹੀਂ ਵੈਸੇ ਮੈਂ ਤਾਂ ਤੁਹਾਨੂੰ ਕੁਐਸਚਨ ਕਰ ਰਿਹਾ ਮਾਈਂਡ ਨਾ ਕਰਨਾ ਕਿ ਜਿਹੜੇ ਕੁੱਤਿਆਂ ਨੂੰ ਭੌਂਕਣ ਦੀ ਆਦਤ ਹੁੰਦੀ ਹੈ ਉਹ ਕਦੀ ਆਪਣਿਆਂ ਦਾ ਵੀ ਭੌਂਕਣ ਲੱਗ ਪੈਂਦੇ ਨੇ। ਇਹ ਗੱਲ ਠੀਕ ਹੈ? ਤੂੰ ਮੇਰੇ ਨਾਲ ਸਵਾਲ ਹੀ ਨਹੀਂ ਕਰ ਸਕਦਾ, ਤੈਨੂੰ ਜ਼ਰੂਰਤ ਨਹੀਂ, ਤੇਰਾ ਇਲਮ ਨਹੀਂ ਹੈ। ਇਹ ਗੱਲ ਠੀਕ ਹੈ ਵੈਸੇ? ਨਹੀਂ ਠੀਕ ਹੈ। ਮੈਂ ਜਾਹਿਲਾਂ ਨਾਲ ਗੱਲ ਹੀ ਨਹੀਂ ਕਰਦਾ। ਗੱਲ ਕਰ ਨਹੀਂ, ਉਹ ਠੀਕ ਹੈ ਤੁਹਾਡੀ ਗੱਲ ਕਿ ਉਹ ਬਈ ਮੈਂ ਨਹੀਂ ਕਰਨਾ ਚਾਹੁੰਦਾ ਤੇਰੇ ਨਾਲ ਗੱਲ, ਤੂੰ ਹੈ ਹੀ ਜਾਹਿਲ। ਨਹੀਂ ਇਹ ਦੱਸੋ, ਨਹੀਂ ਪਹਿਲਾਂ ਇਹ ਦੱਸੋ ਨਾ ਕਿ ਜਿਹੜੇ ਕੁੱਤੇ ਆ ਮੈਂ ਕਿਉਂ ਦੱਸਾਂ ਉਹ ਆਪਣਿਆਂ ਦਾ ਵੀ ਭੌਂਕਣ ਲੱਗ ਪੈਂਦੇ ਨੇ। ਇਹ ਗੱਲ ਠੀਕ ਹੈ ਕਿ ਨਹੀਂ ਠੀਕ? ਮੇਰੇ ਨਾਲ ਬੰਦਾ ਉਹ ਗੱਲ ਕਰੇ ਜਿਹਦੇ ਚ ਕੋਈ ਇਲਮ ਐਵੇਂ ਕਿਸੇ ਨੇ ਗੱਲਾਂ ਬਣਾਈਆਂ ਨੇ। ਮੈਂ ਕਹਿੰਦਾ ਮੇਰੇ ਨਾਲ ਉਹ ਬੰਦਾ, ਮੈਂ ਤੈਨੂੰ ਜਾਹਿਲ ਸਮਝਦਾ। ਮੈਨੂੰ ਦੱਸੋ, ਉਹ ਠੀਕ ਹੈ ਤੁਸੀਂ ਮੈਨੂੰ ਜਾਹਿਲ ਸਮਝੋ, ਮੈਨੂੰ ਸਮਝੋ, ਮੈਂ ਸਵਾਲ ਇੱਕ ਕਰ ਰਿਹਾ ਵਾਂ। ਤੂੰ ਕਿਉਂ ਕਰ ਰਿਹਾ? ਕੁੱਤਿਆਂ ਨੂੰ ਭੌਂਕਣ ਦੀ ਆਦਤ ਹੋਵੇ ਉਹ ਆਪਣੇ ਨੂੰ ਭੌਂਕਣ ਲੱਗ ਪੈਂਦੇ, ਇਹ ਗੱਲ ਠੀਕ ਹੈ ਕਿ ਨਹੀਂ ਠੀਕ? ਕਿਉਂ? ਤੇਰੀ ਜ਼ਰੂਰਤ ਕੀ ਹੈ ਮੈਨੂੰ ਸਵਾਲ ਕਰੇ? ਉਹ ਨਹੀਂ ਦੇਖੋ
ਤੁਸੀਂ ਦੇਖੋ ਕੀ ਪਾਗਲ ਹੋ ਗਏ ਕੀ ਕੁਝ ਕਹਿ ਸਕਦੇ ਹੋ, ਤੇ ਮੈਂ ਵੀ ਤਾਂ ਸਵਾਲ ਕਰ ਸਕਦਾ ਨਾ। ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਕਿ ਤੂੰ ਮੈਨੂੰ ਸਵਾਲ ਨਹੀਂ ਕਰ ਸਕਦਾ। ਫਿਰ ਮੈਂ ਵੀ ਬਾਰ-ਬਾਰ ਸਵਾਲ ਕਰ ਰਿਹਾ ਵਾਂ ਕਿ ਜਿਹੜੇ ਪਾਗਲ ਹੈ, ਇਹਦਾ ਮਤਲਬ ਤੂੰ ਪਾਗਲ ਹੈ। ਨਹੀਂ ਇਹਦਾ ਉਹ ਆਪਣੇ ਲਈ ਭੌਂਕਦੇ ਨੇ, ਇਹ ਗੱਲ ਠੀਕ ਹੈ? ਮਨਸੂਰ ਸਾਹਿਬ ਤੁਸੀਂ ਜ਼ਰੂਰ ਗਾਣਾ ਸੁਣਦੇ ਨੇ ਯਾਰ, ਤੁਹਾਨੂੰ ਕੀ ਮਸਲਾ ਹੈ ਮਨਸੂਰ ਸਾਹਿਬ, ਕਿਉਂ ਸਵਾਲ ਕਰ ਰਹੇ ਹੋ ਤੁਸੀਂ? ਅਲੀ ਨਾ ਉਹਨਾਂ ਨੇ ਛੇੜਿਆ ਇਹਨੇ ਬਕਵਾਸ ਇਹ ਕਰਦਾ ਪਿਆ। ਮੈਂ ਵੀ ਫਜ਼ੂਲ ਦੇ ਵਿੱਚ ਉਹ ਗੱਲ ਕਰ ਰਿਹਾ, ਤੁਸੀਂ ਮਨਸੂਰ ਸਾਹਿਬ ਜਾਣਦੇ ਹੋ, ਤੁਸੀਂ ਕਹਿੰਦੇ ਮੈਂ ਤੇ ਗੱਲ ਨਹੀਂ ਕਰਦਾ ਹੈਗਾ, ਉਹਨਾਂ ਜਾਣ ਕੋ ਛੇੜ ਤੁਹਾਨੂੰ ਮਾਂ ਪਿਓ ਦੀ ਗਾਲ ਨਾ ਕੱਢਣਗੇ, ਫਿਰ ਖੁਸ਼ ਰਹੋਗੇ? ਨਹੀਂ ਯਾਰ ਹਕੀਮ ਸਾਹਿਬ ਤੇ ਗਾਲਾਂ ਕੱਢਦੇ ਨਹੀਂ ਜਿੰਨੀ ਦੇਰ ਉਹਨਾਂ ਨੂੰ ਕੋਈ ਬੰਦਾ ਛੇੜੇ ਨਾ। ਗੱਲ ਸੁਣੋ ਮੇਰੇ ਭਾਈ, ਮੈਂ ਨਹੀਂ ਕਰਦਾ ਜਿੰਨੀ ਦੇਰ ਕੋਈ ਪਾਗਲ ਲੱਗੂ। ਉਹ ਜਾਣ ਬੁੱਝ ਕੇ ਮਨਸੂਰ ਸਾਹਿਬ ਨਾਲ ਪੰਗਾ ਲੈ ਰਹੇ ਨੇ, ਮੈਂ ਕੁੱਤੇ ਜਾ ਕੇ ਸਮਝਾਵਾਂਗਾ ਜ਼ਰੂਰ, ਤੁਸੀਂ ਗਾਲਾਂ ਮਨਸੂਰ ਹੈ ਹੀ ਚਵਲ ਬੰਦਾ ਹੈਗਾ, ਚਵਲ ਬੰਦਾ ਨਹੀਂ। ਚਵਲ ਬੰਦਾ ਅਕਬਰ ਸਾਹਿਬ ਉਹ ਜਾਣ ਤੋਂ ਮਨਸੂਰ ਸਾਹਿਬ ਨੇ ਪੰਗਾ ਪਿਆ ਯਾਰ, ਤੁਸੀਂ ਤੁਹਾਡੇ ਨਾਲ ਗੱਲ ਨਹੀਂ ਕੀਤੀ, ਤੁਸੀਂ ਉਹਨਾਂ ਨੂੰ ਪਹਿਲੇ ਜੋ ਲਫ਼ਜ਼ ਬੋਲੇ ਬੋਲਣ ਲੈ ਆਏ। ਮੈਂ ਕੀ ਕਿਹਾ ਉਹਨਾਂ ਨੂੰ? ਅੱਛਾ ਅਲੀ ਅਕਬਰ ਸਾਹਿਬ ਮੈਨੂੰ ਦੱਸਿਓ, ਮੈਂ ਉਹਨਾਂ ਨੂੰ ਕੀ ਕਿਹਾ? ਤੁਸੀਂ ਕਿਹਾ ਕਿ ਬਾਸ ਕੁੱਤੇ ਐਸੇ ਹੁੰਦੇ ਜਿਹੜੇ ਆਪਣੇ ਕੁੱਤੇ ਨਹੀਂ ਪੈ ਜਾਂਦੇ ਨੇ, ਕਿਹਨੂੰ ਤੁਸੀਂ ਕਿਹਾ ਹੈ? ਕਿਹਨੂੰ ਕਿਹਾ ਦੱਸੋ? ਉਹ ਜਾਣ ਦੋ ਸਰਕਾਰ ਹਕੀਮ ਸਾਹਿਬ ਨੂੰ। ਨਹੀਂ ਕਿੰਨੇ ਇਹ ਮੈਂ ਨਾਮ ਲਿਆ ਉਹਨਾਂ ਦਾ, ਕਿਸੇ ਦਾ ਨਾਮ ਲਿਆ? ਅੱਛਾ ਨਾ ਹੀ ਲਈਏ ਤੇ ਤਾਂ ਹੀ ਗੱਲ ਯਾਰ, ਇਹਨਾਂ ਨੂੰ ਜਰਾ ਠੱਪੋ ਯਾਰ, ਗਾਲਾਂ ਦਾ ਮੈਨੂੰ ਪਤਾ ਲੱਗਿਆ ਇਹਨਾਂ ਨੂੰ। ਨਹੀਂ ਇਹਦੀ ਮੈਂ ਤਸੱਲੀ ਕਰ ਲੈਣਾ, ਤੁਸੀਂ ਚੁੱਪ ਕਰ ਜਾਓ। ਕਰ ਲੋ ਤਸੱਲੀ ਕਰ ਲੋ, ਫਿਰ ਪਤਾ ਚੱਲ ਜਾਏਗਾ ਕੌਣ ਗਾਲਾਂ ਕੱਢ ਰਿਹਾ ਹੈ। ਬਿਲਕੁਲ ਉਹ ਸੁਣਨਾ ਚਾਹਤੇ ਨੇ ਕਿ ਜਰਾ ਠੱਪੋ ਜ਼ਰਾ ਥੋੜੀ। ਓਏ ਇੱਕ ਮਿੰਟ ਅਲੀ ਅਕਬਰ ਭਾਈ, ਹਾਂ ਮੈਨੂੰ ਇਹ ਦੱਸ, ਮਨਸੂਰ ਤੂੰ ਕਦੀ ਨਹੀਂ ਗਾਲ ਕੱਢੀ? ਬੋਲ ਹੁਣ। ਮੈਂ ਤੈਨੂੰ ਜਵਾਬ ਦੇਣ ਦਾ ਕੀ ਉਹ ਕੀ ਕਹਿੰਦੇ ਨੇ, ਮੈਂ ਤੈਨੂੰ ਕੋਈ ਜਵਾਬ ਦਵਾਂ ਜੋ ਤੂੰ ਮੈਨੂੰ ਨਹੀਂ ਜਵਾਬ ਦੇ ਰਿਹਾ। ਮੈਂ ਨਹੀਂ ਦੇਦਾ, ਤੈਨੂੰ ਸਵਾਲ ਕੀਤਾ, ਤੂੰ ਕਿਹਾ ਮੈਨੂੰ ਸਵਾਲ ਨਾ ਕਰ, ਤੇ ਮੈਂ ਹੁਣ ਕਿਉਂ ਤੈਨੂੰ ਜਵਾਬ ਦਿਆਂ? ਪਹਿਲੇ ਆ ਗਈ ਨਾ ਗੱਲ। ਹੁਣ ਇਸ ਤੋਂ ਬਾਅਦ ਬਕਵਾਸ ਨਾ ਕਰੀ, ਕੁੱਤੀ ਦੇ ਪੁੱਤਰਾ, ਮੇਰੇ ਨਾਲ ਬਕਵਾਸ ਨਾ ਕਰੀ। ਮਾਸ਼ਾਅੱਲਾ ਵਾਹ ਜੀ ਵਾਹ, ਇਸ ਤੋਂ ਬਾਅਦ ਤਰਬੀਅਤ ਕੀਤੀ ਵਾਲਦਾਨ ਨੇ ਤੇਰੀ। ਮੈਂ ਕਹਿੰਦਾ ਬੇਗੈਰਤਾ, ਇਸ ਤੋਂ ਬਾਅਦ ਬੰਦ। ਮਾਸ਼ਾਅੱਲਾ। ਸੋ ਇਸ ਤੋਂ ਇਹਦਾ ਕੋਈ ਅਸਰ ਨਹੀਂ ਹੋਇਆ? ਜ਼ਰਾ ਪਤਾ ਚੱਲੇ ਕਿ ਤਰਬੀਅਤ ਕੈਸੀ ਹੋਈ ਹੈ। ਮਾਸ਼ਾਅੱਲਾ ਕੱਢੋ। ਤੇਰੀ ਮਾਂ ਨੇ ਤੇਰੀ ਮਾਂ ਨੇ ਗੰਦੀ ਤੇਰੀ ਮਾਂ ਦੀ ਗੰਦੀ ਤਰਬੀਅਤ ਹੈ। ਮਾਸ਼ਾਅੱਲਾ ਜ਼ਰਾ ਅੱਛੀ ਤਰ੍ਹਾਂ ਦੱਸੋ ਨਾ, ਤਰਬੀਅਤ ਕੀ ਕੀਤੀ ਵਾਲਦਾਨ ਨੇ? ਜਲਦੀ ਮੈਂ ਸੁਣਨ ਤਿਆਰ। ਭੌਂਕੀ ਜਾ ਪਤਾ ਚੱਲੇ। ਤੂੰ ਬਰੇਲਵੀ ਕੁੱਤਾ ਹੈਗਾ ਨਾ, ਭੌਂਕ। ਕੋਈ ਬਰੇਲਵੀ ਕੁੱਤਾ ਯਾਰ ਸਾਰੀਆਂ ਗਾਲਾਂ ਕੱਢ ਲਾ, ਗਾਲ ਨਾ ਕੱਢੀ। ਨਹੀਂ ਗਾਲ ਨਹੀਂ ਮੈਂ ਕੱਢਣੀ। ਇਹ ਬਰੇਲਵੀ ਕੁੱਤਾ, ਮੈਂ ਇਹਨਾਂ ਹੀ ਕਹਿਣਾ ਇਹ ਬਰੇਲਵੀ ਕੁੱਤਾ, ਵੱਡਾ ਬਰੇਲਵੀ ਕੁੱਤਾ। ਇਹਨੂੰ ਮੈਂ ਪੁੱਛਿਆ ਤੂੰ ਗਾਲ ਕਦੀ ਕੱਢੀ? ਤੇ ਕਹਿੰਦੇ ਮੈਂ ਕਿਉਂ ਦੱਸਾਂ? ਤੇ ਮੈਨੂੰ 40 ਦਫਾ ਪੁੱਛ ਚੁੱਕਿਆ। ਮੈਂ ਤਾਂ ਇੱਕ ਵਾਰੀ ਤੈਨੂੰ ਪੁੱਛਿਆ ਨਾ, ਉਸ ਤੋਂ ਬਾਅਦ ਮੈਂ ਤੈਨੂੰ ਕਿਹਾ ਖਬਰਦਾਰ। ਮੈਂ ਪੁੱਛਿਆ ਕੀ ਸੀਗਾ? ਕੀ ਜ਼ਰਾ ਦੱਸਣਾ ਕਿ ਮੈਂ ਪੁੱਛਿਆ ਕੀ ਸੀਗਾ? ਉਹ ਤੂੰ ਜਾ ਜਨਮ ਵਿੱਚ, ਮੈਂ ਤੇਰੀ ਗੱਲ ਹੀ ਨਹੀਂ ਸੁਣਨੀ। ਬਕਵਾਸ ਬੰਦ ਕਰ ਆਪਣੀ। ਤੇਰੇ ਜੇ ਜਾਹਿਲਾਂ ਬੰਦਿਆਂ ਨਾਲ ਉਹ ਅੱਗੇ ਉਹ ਲੱਗਾ ਰਿਹਾ, ਉਹਦੇ ਨਾਲ ਤੂੰ ਲੱਗਾ ਰਿਹਾ। ਉਹ ਕੀ ਉਹ ਸ਼ੁਐਬ ਪਾਗਲ ਤੇ ਉਹ ਦੂਸਰਾ ਮੁੰਡਾ ਮੁਸਲਿਮ। ਤੁਸੀਂ ਇੱਥੇ ਸਿਰਫ ਤਮਾਸ਼ਾ ਬਣਾਉਣਾ ਆਏ, ਇੱਥੇ ਲੜਾਈ ਕਰਨ ਆਏ ਆਉਂਦੇ। ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ, ਹੋਰ ਕੋਈ ਕੰਮ ਨਹੀਂ ਸਾਨੂੰ। ਤੁਸੀਂ ਕਿਹੜੀਆਂ ਹਦੀਸਾਂ ਪੜ੍ਹ ਰਹੇ ਹੋ? ਜ਼ਰਾ ਉਹਨਾਂ ਦਾ ਜ਼ਿਕਰ ਦੱਸਣਾ। ਉਹ ਬੇਵਕੂਫ ਇਨਸਾਨ, ਮੈਂ ਤੈਨੂੰ ਸਮਝਾਉਂਦਾ ਰਿਹਾ, ਵਿੱਚ ਬੋਲਦਾ ਰਿਹਾ, ਬਸ ਕਰੋ ਖੋਤਿਓ। ਉਹ ਤੂੰ ਸ਼ੁਰੂ ਹੋ ਗਿਆ। ਉਹ ਸ਼ੁਐਬ ਲੱਗਾ ਰਹੇ, ਉਹ ਤਾਂ ਨਾਨ ਸਟਾਪ ਬਰੇਲਵੀ ਕੁੱਤਾ ਹੈ। ਉਹ ਤੇ ਨਾਨ ਸਟਾਪ। ਤੇ ਉਹ ਮੁਸਲਿਮ ਵਿਚਾਰਾ, ਉਹ ਵੀ ਉਹਦੇ ਨਾਲ ਦਾ ਹੀ ਸੀ। ਉਹ ਤੂੰ ਤੀਸਰਾ ਤੂੰ ਰਲ ਗਿਆ। ਮੈਂ ਘੰਟਾ ਹੋ ਗਿਆ ਸੁਣਦਿਆਂ ਤੁਹਾਨੂੰ। ਸਾਂਸ ਲਿਓ ਬਗੈਰ ਤੁਸੀਂ ਤਿੰਨੋਂ ਭੌਂਕਦੇ ਰਹੇ ਹੋ। ਮਤਲਬ ਕੀ ਹੈ ਬਈ ਇੰਨੇ ਬਹਿਸ ਕਰਨ? ਉਹ ਬਾਅਦ ਮੈਂ ਹੁਸੈਨੀ ਸਾਹਿਬ ਨੂੰ ਕਿਹਾ, ਦੱਸ ਦਿਓ, ਇਹ ਦੱਸੋ ਕਿ ਜਿਹੜਾ ਕੁੱਤਿਆਂ ਨੂੰ ਤੂੰ ਮੇਰੇ ਨਾਲ ਗੱਲ ਨਹੀਂ ਕਰ, ਤੂੰ ਮੇਰੇ ਨਾਲ ਗੱਲ ਨਹੀਂ। ਆਪਣੇ ਤੇ ਵੀ ਭੌਂਕਦੇ ਨੇ, ਇਹ ਗੱਲ ਦਰੁਸਤ ਆ ਕਿ ਨਹੀਂ ਦਰੁਸਤ? ਇਹ ਮੇਰਾ ਸਵਾਲ ਹੈ। ਤੂੰ ਆਪਣੇ ਪਿਓ ਤੇ ਭੌਂਕ ਲੈ। ਇਹ ਗੱਲ ਠੀਕ ਹੈ ਕਿ ਨਹੀਂ ਠੀਕ? ਮੈਂ ਕਹਿੰਦਾ ਤੂੰ ਆਪਣੇ ਪਿਓ ਤੇ ਭੌਂਕ ਲੈ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਤੈਨੂੰ ਕੁਛ ਨਹੀਂ ਕਵਾਂਗਾ। ਓਹੋ ਫੇਰ ਉਹੀ ਗੱਲ ਹੈ। ਦੇਖੋ ਇਹ ਤੁਸੀਂ ਆਪਣੀ ਤਰਬੀਅਤ ਦੱਸ ਰਹੇ ਹੋ, ਮੈਂ ਸਿਰਫ ਸਵਾਲ ਕਰ ਰਿਹਾ ਤੁਹਾਡੇ ਕੋਲ।
ਅਗਰ ਤੁਸੀਂ ਸਵਾਲ ਦੇ ਤੁਹਾਨੂੰ ਸਮਝ ਨਹੀਂ ਆਇਆ ਕਿਸੇ ਹੋਰ ਨੂੰ ਕੋ ਇਹੀ ਸਵਾਲ ਦੁਹਰਾ ਦੇ ਤਾਂ ਕਿ ਤੁਹਾਨੂੰ ਸਮਝ ਆ ਜਾਏ। ਸ਼ਾਇਦ ਮੇਰਾ ਸਵਾਲ ਤੁਹਾਨੂੰ ਸਮਝ ਨਹੀਂ ਆ ਰਿਹਾ। ਨਾ ਸਮਝ ਤੇ ਤੂੰ ਹੈਗਾ। ਮੈਨੂੰ ਤੇਰੇ ਸਵਾਲ ਦੀ ਬਹੁਤ, ਤੂੰ ਐਵੇਂ ਦੱਸ, ਤੂੰ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ? ਮੁਸਲਮਾਨ ਕਹਿੰਦਾ? ਦੱਸ ਮੈਨੂੰ, ਤੂੰ ਮੁਸਲਮਾਨ ਆ? ਬੋਲ ਨਾ। ਹੁਣ ਬੰਦ ਹੋ ਗਈ ਬੋਲਤੀ ਇਹਦੀ। ਇਹ ਨੇ ਮੁਸਲਮਾਨ। ਗੱਲ ਨਹੀਂ ਕਰਨੀ, ਦੂਸਰੇ ਪਾਸੇ ਗੱਲ ਵੀ ਕਰੀ ਜਾਂਦੇ ਹੋ। ਮੈਂ ਕਹਿੰਦਾ ਤੂੰ ਮੁਸਲਮਾਨ ਹੈ, ਜਵਾਬ ਦੇ। ਤੂੰ ਫਰਿਸ਼ਤਾ ਤੈਨੂੰ ਮੈਂ ਹਿਸਾਬ ਦੇ ਆ। ਤੂੰ ਫਰਿਸ਼ਤਾ, ਤੂੰ ਤਾਂ ਫਰਿਸ਼ਤੇ ਨੂੰ ਵੀ ਕਹਿਣਾ ਬਰੇਲਵੀ। ਅੱਛਾ ਗਾਲਾਂ ਕੱਢੋ, ਜਿਹੜੀ ਤਰਬੀਅਤ ਹੈ ਨਾ ਤੁਹਾਡੀ ਹੋਈ ਉਹ ਪੇਸ਼ ਕਰੋ ਤੁਸੀਂ। ਇੱਕ ਮਿੰਟ ਸੁਣ ਲੈ, ਠਹਿਰ ਜਾ। ਮੈਂ ਅੱਜ ਤੁਹਾਡੀਆਂ ਜਿੰਨੀਆਂ ਗਾਲਾਂ ਨਾ ਸੁਣਨਾ ਚਾਹੁੰਦਾ, ਤੁਸੀਂ ਜਿੰਨੀ ਤਰਬੀਅਤ ਤੁਹਾਡੀ ਹੋਈ ਹੈ ਨਾ ਉਹ ਚੁੱਪ ਕਰ। ਉਹ ਤਰਬੀਅਤ ਦੇ ਅੱਛਾ ਤੇਰੀ ਅਮਨ ਰਜ਼ਾ ਬਰੇਲਵੀ ਮੁਰਤਦ ਦੀ, ਉਹ ਮੁਰਤਦ ਹੋਇਆ ਸੀ ਤੇ ਉਹਨੂੰ ਵਾਪਸ ਲੈ ਕੇ ਕੌਣ ਆ? ਹਕੀਮ ਸਾਹਿਬ ਥੱਲੇ ਮੈਸੇਜ ਵੀ ਪੜਿਓ ਇੱਕ ਤੁਹਾਡੇ ਵਾਸਤੇ ਜੇ ਲਿਖਿਆ। ਇਹ ਕਿਹਨੇ ਲਿਖਿਆ? ਸਬਰ ਸਾਈਡ ਹੈ, ਸਬਰ ਸਾਈਡ ਉਰਦੂ ਚ ਮੈਸੇਜ ਲਿਖਿਆ, ਪੜ੍ਹ ਲਓ ਤੁਸੀਂ ਆਪ ਹੀ। ਸਬਰ ਆਈਡੀਆ ਇਹਦੀ। ਅੱਛਾ ਤੇ ਇਹਨੂੰ ਉੱਤੇ ਲਾਓ ਨਾ ਸਰ, ਮੈਂ ਇਹਦੀ ਚਿਤਰੌਲ ਕਰਾਂ ਉੱਤੇ ਆ ਕੇ ਗੱਲ ਕਰੇ। ਮੈਸੇਜ ਪੜ੍ਹ ਲਿਆ ਤੁਸੀਂ? ਹੈ ਗੱਲ ਤੈਨੂੰ ਕਰਨੀ ਨਹੀਂ ਆਉਂਦੀ। ਮੈਸੇਜ ਪੜ੍ਹ ਲਿਆ ਤੂੰ ਕਰਨਾ ਐਵੇਂ ਜੱਬੀਆਂ ਮਾਰਦਾ ਰਹਿੰਦਾ। ਉਹ ਬਗੈਰਤ ਗੁੱਸਾ ਨਾ ਕਰੀ ਮੇਰੀ ਗੱਲ ਦਾ, ਗੁੱਸਾ ਨਾ ਕਰੀ ਮੇਰੀ ਗੱਲ ਦਾ। ਤੇ ਗਾਲਾਂ ਨਾ ਕੱਢੀ ਬਗੈਰਤਾ ਪਲੀਜ਼, ਗਾਲਾਂ ਨਾ ਕੱਢੀ। ਤੇ ਇਹ ਸਾਰੇ ਕਹਿਣਗੇ ਦੀ ਤਰਬੀਅਤ ਅੱਛੀ ਨਹੀਂ ਹੋਈ। ਇੰਜ ਨਾ ਕਰੀ ਪਲੀਜ਼। ਅਨਪੜ੍ਹ ਜਾਹਿਲ ਆਦਮੀ ਨਾਲ ਜੇ ਗੁੱਸਾ ਲੱਗੇ ਤੇ ਮੈਂ ਆਪਣੇ ਅਲਫਾਜ਼ ਵਾਪਸ ਲੈ ਲੈਂਦਾ। ਮੈਂ ਮਾਫ ਕਰ ਲੈਂਦਾ, ਲੇਕਿਨ ਯਾਰ ਤੂੰ ਗੱਲ ਚੱਜ ਦੀ ਨਹੀਂ ਕਰਦਾ, ਗਾਲਾਂ ਹੀ ਕੱਢਦਾ ਸਿਰਫ। ਜੇ ਤੈਨੂੰ ਮਾੜੀ ਜਿਹੀ ਪਤਾ ਚੱਲ ਜਾਏ ਨਾ ਕੋਈ ਜਵਾਬ ਨਹੀਂ। ਬੇਵਕੂਫ ਇਨਸਾਨ। ਇੰਜ ਨਾ ਕਰਿਆ ਕਰ, ਬੰਦੇ ਦਾ ਤੇਰੇ ਵਰਗੇ ਜਾਹਿਲਾਂ ਠੀਕ ਕੰਮ ਕਰਿਆ ਕਰ। ਤੇਰੇ ਵਰਗੇ ਬੇਵਕੂਫਾਂ ਜਾਹਿਲਾਂ ਨਾਲ ਮੈਂ ਕੀ ਗੱਲ ਕਰਾਂ? ਮੈਨੂੰ ਦੱਸ। ਤੂੰ ਹੈ ਹੀ ਕਰੀ ਜਾਂਦਾ ਤੇ ਕਿੰਨਾ ਕਰਾਂਗੀ? ਮੈਂ ਤੇਰੇ ਤੋਂ ਸਵਾਲ ਕੀਤਾ ਹੈ। ਮੈਂ ਕੋਈ ਗੱਲ ਨਹੀਂ ਕਰ ਰਿਹਾ, ਮੈਂ ਤੇਰੇ ਤੇ ਸਵਾਲ ਕਰ ਰਿਹਾ ਕਿ ਤੇਰੇ ਜੈਸੇ ਬੇਵਕੂਫਾਂ ਜਾਹਿਲਾਂ ਨਾਲ ਮੈਂ ਕੀ ਗੱਲ ਕਰਾਂ? ਤੂੰ ਹੈ ਹੀ ਅਨਪੜ੍ਹ। ਮੇਰੀ ਜੋਬ ਨਾ ਆਂਦੀ ਤੇ ਤੇਰਾ ਤਾਂ ਮੈਂ ਹੁੱਕਾ ਚੰਗਾ ਭਰ ਕੇ ਜਾਣਾ ਸੀਗਾ। ਓਏ ਹੋਏ ਹੋਏ, ਜੋਬ ਖੋਤੀ ਦਾ ਪੁੱਤਰ ਹੋਇਆ ਫਿਰ ਤੂੰ। ਆਵੇ ਗਾਲਾਂ ਕੱਢ। ਮੈਂ ਪਤਾ ਚੱਲਿਆ ਕਿ ਤੇਰੀ ਤਰਬੀਅਤ ਬੜੀ ਅੱਛੀ ਹੋਈ ਹੈ। ਤਰਬੀਅਤ ਤੇਰੀ ਮਾਂ ਨੇ ਤੇ ਤੇਰੀ ਹਕੀਮ ਸਾਹਿਬ ਉਹ ਕਹਿ ਰਹੇ ਗਾਲਾਂ ਕੱਢੋ, ਮੈਂ ਗਾਲਾਂ ਸੁਣਨਾ ਚਾਹੁੰਦਾ ਵਾਂ। ਨਹੀਂ ਇਹਦੀ ਅਲੀ ਅਕਬਰ ਭਾਈ, ਇਹਦੀ ਮਾਂ ਨੇ ਬੜੀ ਅੱਛੀ ਤਰਬੀਅਤ ਕੀਤੀ ਹੈ, ਕੁੱਤਿਆਂ ਦੀ ਤਰ੍ਹਾਂ ਭੌਂਕਣ। ਇੱਕ ਥੱਲੇ ਵੀ ਹੈ ਨਾ ਜਿਹੜਾ ਸੁਣਨਾ ਚਾਹੁੰਦਾ ਹੈਗਾ, ਅਲੀ ਅਕਬਰ ਹੈ। ਇੱਕ ਥੱਲੇ ਵੀ ਹੈ ਜਿਹੜਾ ਸੁਣਨਾ ਚਾਹੁੰਦਾ, ਉਹ ਬਾਰ-ਬਾਰ ਮੈਂ ਥੱਲੇ ਲਿਖਦਾ ਬਈ ਇਹ ਮੈਂਟਲੀ ਡਿਸਟਰਬ ਹੈ ਕਿ ਕੌਣ ਲਿਖਦਾ? ਥੱਲੇ ਵਾਲੇ ਕੋਈ ਲਿਖਦਾ, ਥੱਲੇ ਹੋਰ ਹੀ ਬੜੀਆਂ ਗੱਲਾਂ ਲਿਖੀਆਂ ਜਾ ਰਹੀਆਂ। ਕਿਹੜੀ ਪੜੋਗੇ? ਸਾਰੀਆਂ ਛੱਡ ਦਿਓ। ਸਾਰੇ ਦੇਖੋ ਹਕੀਮ ਸਾਹਿਬ ਥੱਲੇ ਰਹਿਣ ਦਿਓ, ਥੱਲੇ ਰਹਿਣ ਦਿਓ, ਉੱਤੇ ਠੀਕ ਹੈ ਕੰਮ। ਇੱਕ ਮਿੰਟ ਅਲੀ ਅਕਬਰ, ਮੈਂ ਦੱਸਣਾ ਇਹਦੀ ਗੱਲ ਦਾ ਜਵਾਬ ਮੈਂ ਦੇਣਾ। ਹਰ ਅੱਲਾ ਦੇ ਨੇਕ ਬੰਦੇ ਨੂੰ, ਹਰ ਇੱਕ ਨੂੰ ਪਾਗਲ ਕਿਹਾ ਗਿਆ, ਝੂਠਾ ਕਿਹਾ ਗਿਆ, ਲਾਂਤੀ ਕਿਹਾ ਗਿਆ, ਹਰ ਇੱਕ ਅੱਲਾ ਦੇ ਨੇਕ ਬੰਦੇ ਨੂੰ। ਔਰ ਮੈਨੂੰ ਕਹਿ ਦੇਣ ਤੇ ਮੈਨੂੰ ਤਾਂ ਕੋਈ ਪਰਵਾਹ ਨਹੀਂ, ਜੋ ਮਰਜ਼ੀ ਕੋਈ ਭੌਂਕੇ ਕੁੱਤੇ ਦੀ ਤਰ੍ਹਾਂ, ਮੈਨੂੰ ਕੋਈ ਪਰਵਾਹ ਨਹੀਂ। ਇਹਨਾਂ ਦੇ ਇਲਮ ਤੋਂ ਪਤਾ ਚੱਲਦਾ ਹੈ ਕਿ ਇਹ ਜਾਹਿਲ ਨੇ, ਬੇਵਕੂਫ ਨੇ, ਅਬੂ ਜਾਹਿਲ ਦੀ ਔਲਾਦ ਹੈ, ਯਜ਼ੀਦੀ ਨੇ। ਇਹਨੂੰ ਕੁਰਾਨ ਦਾ ਇੱਕ ਸੂਰਤ ਜ਼ੁਬਾਨੀ ਸੁਣਾ ਦੇ। ਆਈਡੀ ਦਾ ਨਾਂ ਚੈੱਕ ਕਰੋ ਨਾ, ਲਬੈਕ ਯਾਰ ਨਾਂ ਨੂੰ ਮਾਰ ਗੋਲੀ। ਨਾਂ ਚੈੱਕ ਕਰੋ, ਲਬੈਕ ਯਾ ਰਸੂਲ ਦੇ ਮੈਸੇਜ ਚੈੱਕ ਕਰੋ ਹੁੰਦੇ। ਸੁਭਾਨ ਨਾਮ ਨੂੰ ਛੱਡ ਭਾਈ, ਤੂੰ ਇਹ ਮੈਨੂੰ ਦੱਸਣਾ ਇਹਨਾਂ ਚ ਕਿੰਨਾ ਕੁ। ਹੁਣ ਇਹਨੂੰ ਮੈਂ ਕਹਾਂ ਤਲਾਵਤ ਕਰ, ਇਹਨੂੰ ਨਹੀਂ ਕਰਨੀ ਆਉਂਦੀ, ਕਿਸੇ ਸੂਰਤ ਦੀ ਤਲਾਵਤ ਨਹੀਂ ਕਰ ਸਕੇ। ਇਹਨੂੰ ਕਹਿ ਦੋ ਦੁਆਏ ਕੁਨੂਤ ਸੁਣਾ ਦੋ, ਨਹੀਂ ਆਏਗੀ। ਆਇਤਲ ਕੁਰਸੀ ਇਹਨੂੰ ਨਹੀਂ ਆਏਗੀ। ਇਹਨੂੰ ਪੁੱਛੋ ਕਿ ਕੁਰਾਨ ਜੀ ਜਿਹੜਾ ਨਾਜ਼ਰਾ ਪੜ੍ਹਨ ਦਾ ਜ਼ਿਆਦਾ ਸਵਾਬ ਹੈ ਕਿ ਤਰਜਮਿਆਂ ਦੇ ਨਾਲ ਜ਼ਿਆਦਾ ਸਵਾਬ ਹੈ? ਇਹਨੂੰ ਉਸ ਚੀਜ਼ ਦਾ ਨਹੀਂ ਪਤਾ। ਜਦੋਂ ਇਹੋ ਜਿਹੇ ਜਾਹਿਲ ਇੱਥੇ ਆ ਕੇ ਉਹਨਾਂ ਨੇ ਬਕਵਾਸ ਹੀ ਕਰਨੀ ਹੈ ਨਾ, ਉਹ ਫਿਰ ਮੇਰੇ ਤੋਂ ਫਿਰ ਉਹ ਗਾਲਾਂ ਸੁਣਦੇ। ਸਿੱਧੀ ਜੀ ਗੱਲ ਹੈ।
ਮੈਂ ਅਗਲੇ ਦਿਨ ਵੀ ਆਇਆ ਸੀ, ਮੈਂ ਹੁਸੈਨੀ ਸਾਹਿਬ ਨੂੰ ਕਿਹਾ ਸੀ, ਹੁਸੈਨੀ ਸਾਹਿਬ ਮੁਨਾਫਕਤ ਛੱਡੋ। ਮੈਂ ਜਦੋਂ ਵੀ ਆਉਂਗਾ ਨਾ ਇਹੀ ਉਹਨਾਂ ਨੂੰ ਇਹ ਕਹਿਣਾ ਕਿ ਮੁਨਾਫਕਤ ਛੱਡੋ, ਇਸ ਕੰਮ ਨੂੰ ਤੁਸੀਂ ਵੇਖਦੇ ਹੋ ਤਮਾਸ਼ਾ। ਆਪ ਤੁਸੀਂ ਸਭ ਤੋਂ ਵੱਡੇ ਮੁਨਾਫਕ ਹੈਗੇ ਹੋ ਤੇ ਤੁਸੀਂ ਤਮਾਸ਼ਾ ਵੇਖਦੇ ਹੋ, ਦੂਜਿਆਂ ਨੂੰ ਲੜਾ ਇਹ ਮੇਰਾ ਹਾਲ ਹੈ ਹਕੀਮ ਸਾਹਿਬ ਉਹ ਨਹੀਂ ਇੱਥੇ ਸੁਣ ਨਹੀਂ ਰਹੇ। ਸੁਣਨ ਰਹੇ, ਉਹ ਬੜੇ ਸੁਣਦੇ ਪਏ, ਮੈਨੂੰ ਪਤਾ ਹੈ। ਅੱਛਾ ਹਾਂ, ਮੇਰੀ ਗੱਲ ਬੜੀ ਸੁਣਦੇ। ਉਹਨਾਂ ਨੇ ਆ ਕੇ ਕਹਿਣਾ ਮੈਨੂੰ, ਹਾਂ ਜੀ ਮੈਂ ਤੇ ਹੈ ਹੀ ਮੁਨਾਫਿਕ, ਤੁਸੀਂ ਸਹੀ ਫਰਮਾ ਰਹੇ ਹੋ, ਮੈਂ ਤੇ ਮੁਨਾਫਿਕ ਹੈਗਾ ਨਾ। ਉਹ ਹਮੇਸ਼ਾ ਇਹੀ ਕਹਿੰਦੇ ਨੇ। ਜਦੋਂ ਮੈਂ ਉਹਨੂੰ ਇਹ ਕਹਿਣਾ, ਇਹ ਦੇਖੋ ਹੁਣ ਇੱਥੇ ਬੰਦਾ, ਤੁਸੀਂ ਘੰਟੇ ਤੋਂ ਇਹ ਲੜ ਰਹੇ ਸੀ ਪਹਿਲੇ ਦੋਨੋਂ, ਮੈਨੂੰ ਬੜੀ ਉਲਝਣ ਹੈ। ਮੈਨੂੰ ਸੈਣੀ ਸਾਹਿਬ ਨੇ ਬੁਲਾਇਆ ਤੇ ਮੈਂ ਆਇਆ। ਅੱਛਾ, ਫੋਨ ਕਰਕੇ ਬੁਲਾਇਆ ਨੇ ਤੁਹਾਨੂੰ? ਨਹੀਂ, ਇੱਥੇ ਇਨਵਾਈਟ ਕਰਦੇ ਨੇ ਮੈਨੂੰ। ਅੱਛਾ, ਇਨਵਾਈਟ ਕੀਤਾ ਨੇ ਟਿਕਟੌਕ ਤੇ ਹੀ? ਹਾਂ, ਟਿਕਟੌਕ ਦੇ ਜ਼ਰੀਏ। ਮੈਂ ਉਂਝ ਕਦੀ ਨਹੀਂ ਆਇਆ। ਅੱਜ ਉਹਨਾਂ ਦੀ ਮੈਂ ਤਕਰੀਬਨ 3-4 ਦਿਨ 5 ਦਿਨ ਹਫ਼ਤੇ ਬਾਅਦ ਆਉਣਾ। ਅਸਲ ਵਿੱਚ ਹਕੀਮ ਸਾਹਿਬ ਤੁਸੀਂ ਇਹਨਾਂ ਸਾਰਿਆਂ ਵਿੱਚੋਂ ਗੱਲ ਅੱਛੀ ਕਰਦੇ ਜੇ ਨਾ, ਤੇ ਫਿਰ ਹੁਸੈਨੀ ਸਾਹਿਬ ਤਾਂ ਚੁੱਕਿਆ ਹੋਣਾ ਤੁਹਾਨੂੰ। ਕੁਛ ਇਹ ਵੀ ਹੈ ਗੱਲ, ਵੈਸੇ ਮੈਂ ਕਈ ਵਾਰੀ ਮਹਿਸੂਸ ਕੀਤੀ ਹੈ, ਲੇਕਿਨ ਕਿ ਮੈਂ ਇਹ ਪੁੱਛਣਾ ਚਾਹੁੰਦਾ, ਇਹਨਾਂ ਦੇ ਵਿੱਚ ਕੋਈ ਦੀਨ ਖਤਮ ਨਹੀਂ ਹੋ ਗਿਆ? ਕਿਉਂ ਨਹੀਂ ਰਹਿ ਗਿਆ? ਇਹਨਾਂ ਕਦੀ ਦੀਨ ਦੀ ਗੱਲ ਹੀ ਨਹੀਂ ਕੀਤੀ। ਉਹ ਸ਼ੁਆਇਬ ਰਾਜਾ ਪਾਗਲ ਦਾ ਬੱਚਾ, ਉਹ ਹਾਂਜੀ ਮਿਰਜ਼ਾ ਸਾਹਿਬ ਨੇ ਇੰਝ ਕਿਹਾ, ਮਿਰਜ਼ਾ ਸਾਹਿਬ ਨੇ ਇੰਝ ਕਿਹਾ, ਝੂਠ ਬੋਲਣ ਡਿਆ ਸੀ। ਉਹ ਸ਼ੁਆਇਬ ਰਾਜਾ ਦੇ ਜਿਹੜਾ ਛੋਟਾ ਜਿਹਾ ਬੱਚਾ ਨਾ, ਉਹਨੂੰ ਤੇ ਇੰਨੀ ਅਕਲ ਹੀ ਨਹੀਂ ਨਾ ਹਕੀਮ ਸਾਹਿਬ, ਉਹ ਤਾਂ ਇਹ ਬੱਚਾ ਹਰ ਗੱਲ ਤੇ ਉਹ ਮਿਰਜ਼ਾ ਸਾਹਿਬ ਇਹ ਬਰੇਲਵੀ ਜਿਹੜੇ ਨੇ ਨਾ, ਹੈ ਇਤਨੀ ਘਟੀਆ ਕੌਮ ਹੈਗੀ, ਫਿਰਕਾ ਹੈਗਾ, ਤੁਸੀਂ ਸੋਚ ਨਹੀਂ ਸਕਦੇ। ਖਾਦਮ ਹੁਸੈਨ ਰਿਜ਼ਵੀ, ਉਹਨੂੰ ਮਾਰਿਆ ਕਿਉਂ ਹੈ ਫੌਜ ਨੇ? ਉਹਨੂੰ ਟੀਕਾ ਲਗਾ ਕੇ ਜ਼ਹਿਰ ਦਾ ਮਾਰਿਆ ਗਿਆ। ਇਹ ਤਾਂ ਬਸ ਐਵੇਂ ਗੱਲ ਬਣੀ ਹੈ, ਜਿਸ ਤਰ੍ਹਾਂ ਮਿਰਜ਼ਾ ਤਾਹਿਰ ਅਹਿਮਦ ਨੂੰ ਵੀ ਜ਼ਹਿਰ ਦਾ ਟੀਕਾ ਲਾ ਕੇ ਜਮਾਤ ਵਾਲਿਆਂ ਮਾਰ ਛੜਿਆ, ਇੰਜ ਹੀ ਗੱਲ ਹੀ ਬਣੀ ਹੈ। ਕਿਹਨੂੰ ਜ਼ਹਿਰ ਦਾ ਟੀਕਾ ਮਾਰਿਆ? ਮਿਰਜ਼ਾ ਤਾਹਿਰ ਅਹਿਮਦ ਨੂੰ। ਉਹ ਪਤਾ ਜੁਮਾ ਪੜ੍ਹਾ ਕੇ ਤੇ ਉਸੇ ਦਿਨ ਹੀ ਫੌਤ ਹੋ ਗਏ ਸੀ ਵਿਚਾਰੇ। ਉਹ ਨਾ ਝੂਠ ਬੋਲ, ਜੁਮਾ ਪੜ੍ਹਾਉਣ ਤੋਂ ਬਾਅਦ ਉਸੇ ਦਿਨ ਤੇ ਮੇਰਾ ਹਾਲ ਫੌਤ ਹੋਏ ਸੀ, ਪੁੱਛ ਲਓ। ਜਿਹੜਾ ਜੁਮੇ ਤੋਂ ਬਾਅਦ ਫੌਤ ਹੈ ਉਹਨੂੰ ਟੀਕਾ ਲਾ ਕੇ ਮਾਰਿਆ ਜਾਂਦਾ? ਕਮਾਲ ਹੋ ਗਈ। ਓਏ ਗੱਲ ਹੀ ਸੁਣੀ ਹੈ ਨਾ, ਗੱਲ ਹੀ ਬਣੀ ਹੈ ਯਾਰ। ਜੁਮਾ ਲੋਕੀ ਜੁਮਾ ਪੜਾਉਂਦੇ ਫੌਤ ਹੋ ਜਾਂਦੇ ਨੇ, ਤੁਸੀਂ ਕਹਿੰਦੇ ਜੁਮਾ ਪੜਾ ਕੇ ਫੌਤ। ਲੋਕੀ ਅੱਛਾ, ਇੱਕ ਮਿੰਟ ਅਲੀ ਅਕਬਰ, ਮੈਂ ਇਹਨੂੰ ਭਾਈ ਨੂੰ ਮੈਂ ਜਵਾਬ ਦਿੰਦਾ ਇਹਨੂੰ। ਅਸਲ ਕੀ ਚੱਕਰ ਸੀ ਉਸ ਦਿਨ? ਜੁਮਾ ਮੈਂ ਬੈਠ ਕੇ ਤੇ ਮੇਰੀ ਵਾਈਫ, ਅਸੀਂ ਦੋਨੋਂ ਖੁਤਬਾ ਜੁਮਾ ਦੇਖ ਵੀ ਰਹੇ ਹਾਂ ਹਜ਼ੂਰ ਨੂੰ ਔਰ ਸੁਣ ਵੀ ਰਹੇ ਹਾਂ, ਠੀਕ ਹੈ। ਤੇ ਉਸ ਟਾਈਮ ਅੱਲਾਹ ਤਾਲਾ ਨੇ ਮੈਨੂੰ ਖਬਰ ਦਿੱਤੀ ਕਿ ਇਹ ਉਹਨਾਂ ਦਾ ਜੁਮਾ ਆਖਰੀ ਜੁਮਾ ਹੈ। ਹਕੀਮ ਸਾਹਿਬ ਕੀ ਕਿਹਾ ਜੇ? ਆਵਾਜ਼ ਤੁਹਾਡੀ ਸਹੀ ਨਹੀਂ ਆਈ। ਮੈਂ ਕਿਹਾ ਕਿ ਮੈਂ ਔਰ ਮੇਰੀ ਵਾਈਫ ਦੋਨੋਂ ਅਸੀਂ ਜੁਮਾ ਖੁਤਬਾ ਹਜ਼ੂਰ ਦਾ ਸੁਣ ਵੀ ਰਹੇ ਹਾਂ, ਉਹਨਾਂ ਨੂੰ ਦੇਖ ਵੀ ਰਹੇ ਹਾਂ, ਲਾਈਵ ਆ ਰਿਹਾ ਸੀ। ਅੱਛਾ। ਤੇ ਤਕਰੀਬਨ ਅੱਧਾ ਖੁਤਬਾ ਗੁਜ਼ਰ ਗਿਆ ਤੇ ਮੈਨੂੰ ਅੱਲਾਹ ਤਾਲਾ ਦੀ ਤਰਫੋਂ ਆਵਾਜ਼ ਆਈ ਹੈ ਮੇਰੇ ਦਿਮਾਗ 'ਚ, ਠੀਕ ਹੈ। ਉਹੀ ਅਲਫਾਜ਼ ਮੇਰੇ ਮੂੰਹ ਤੇ ਜ਼ੁਬਾਨ ਤੇ ਆ ਗਏ ਨੇ ਤੇ ਆਵਾਜ਼ ਇਹ ਆਈ ਹੈ ਕਿ ਹਜ਼ੂਰ ਦਾ ਇਹ ਜੁਮਾ ਆਖਰੀ ਜੁਮਾ। ਬਸ ਇੰਨੀ, ਹਾਂ ਇੰਨੀ ਗੱਲ ਹੋਈ ਹੈ। ਵੈਸੇ ਫਿਰ ਹਕੀਮ ਸਾਹਿਬ ਤੁਸੀਂ ਕੀਤੀ ਵੈਸੇ ਜ਼ਿਆਦਤੀ ਹੈ ਜਮਾਤ ਨਾਲ, ਪਤਾ ਕਿਉਂ? ਉਹ ਚੁੱਪ ਕਰ ਤੂੰ, ਤੇਰੇ ਨਾਲ ਨਹੀਂ, ਮੈਂ ਕਹਿੰਦਾ ਤੁਹਾਨੂੰ ਦੱਸਣਾ ਚਾਹੀਦਾ ਸੀ ਨਾ, ਫੋਨ ਕਰਕੇ ਟਾਈਮ ਨਾਲ ਕਿਸੇ ਡਾਕਟਰ ਕੋਲ ਲੈ ਜਾਂਦੇ ਫਿਰ। ਉਹ ਪਾਗਲ ਆਦਮੀ, ਤੁਸੀਂ ਅੱਗੇ ਵੀ ਸੁਣਨਾ। ਅੱਛਾ ਅੱਗੇ ਆਇਆ। ਹਾਂ, ਤੇ ਉਸ ਤੋਂ ਬਾਅਦ ਸਾਡੇ ਇੱਥੇ ਬੱਚਿਆਂ ਦੀ ਸੀ ਟੂਰਨਾਮੈਂਟ ਸੀ ਫੁੱਟਬਾਲ ਦਾ ਤੇ ਹੋਰ ਗੇਮਾਂ ਕੁਛ, ਤੇ ਮੈਂ ਜਰਮਨੀ। ਅੱਛਾ। ਤੇ ਮੈਂ ਆਪਣੇ ਬੱਚਿਆਂ ਨੂੰ ਹਫਤੇ ਦਿਨ ਜੁਮਾ ਗੁਜ਼ਰ ਗਿਆ, ਹਫਤੇ ਵਾਲੇ ਦਿਨ ਮੈਂ ਉੱਥੇ ਬੱਚਿਆਂ ਨੂੰ ਲੈ ਕੇ ਗਿਆ ਤੇ ਮੇਰੀ ਪਿੱਛੋਂ ਵਾਈਫ ਦਾ ਫੋਨ ਆ ਗਿਆ 10-11 ਵਜੇ। ਮੈਨੂੰ ਉਹਨਾਂ ਕਿਹਾ ਕਿ ਆਪਕੀ ਬਾਤ वो पूरी हो गई है। ਮੈਂ ਕਿਹਾ ਕੌਣ ਸੀ? ਮੈਂ ਮੇਰੇ ਜ਼ਿਹਨ 'ਚ ਵੀ ਨਹੀਂ ਸੀ, ਬੱਚਿਆਂ ਦੇ ਗੇਮਾਂ ਵਿੱਚ ਮਸਰੂਫ ਸੀ, ਨਾਲੇ ਹਫਤੇ ਦਾ ਦਿਨ ਆ ਗਿਆ ਸੀ।
मैं कहा कौन सी बात? कहती है हजूर की वफात हो गई। मैं कहा इन्ना लिल्लाहि व इन्ना इलैहि राजिऊन। ਅੱਛਾ, ਸਿਰਫ ਇੰਨੀ ਗੱਲ ਹੋਈ ਹੈ। ਹੁਣ ਤੁਸੀਂ ਇਸ ਗੱਲ ਨੂੰ ਪਤਾ ਕੀ ਕਰੋਗੇ? 10-10, 4-4, 5-5 ਮਿਸਾਲੇ ਲਗਾ ਕੇ ਅੱਗੇ ਵਧਾ ਕੇ ਗੱਲ ਕਰੋਗੇ। ਮੈਨੂੰ ਕਿਹੜੀ ਲੋੜ ਹੈ ਹਕੀਮ ਸਾਹਿਬ ਗੱਲ ਵਧਾਉਣ ਦੀ? ਜਿਹੜੀ ਤੁਸੀਂ ਸੁਣਾਈ ਆ ਠੀਕ ਹੈ ਯਾਰ, ਸੁਣ ਵੀ ਨਾ, ਪਰ ਬੰਦੇ ਪਤਾ ਸੁਣੀ ਦੀ। ਮੈਂ ਰਿਕਾਰਡ ਵੀ ਕਰ ਰਿਹਾ, ਤੁਹਾਡੀ ਆਵਾਜ਼ ਵੀ, ਸਾਰਿਆਂ ਦੀ ਆਵਾਜ਼ ਹੋ ਰਹੀ ਹੈ, ਠੀਕ ਹੈ, ਮੇਰੀ ਆਪਣੀ ਵੀ, ਤਾਂ ਕਿ ਬਾਅਦ ਚ ਮੈਂ ਤੁਹਾਨੂੰ ਸੁਣਾਵਾਂ ਤੇ ਤੁਸੀਂ ਮਿਸਾਲੇ ਲਗਾ ਕੇ ਗੱਲ ਨਾ ਕਰ ਸਕੋ। ਨਹੀਂ ਉਹ ਜਿਹੜਾ ਮਸਾਲਾ ਲਾਂਦਾ ਉਹ ਤੇ ਵੈਸੇ ਫਿਰ ਕੋਈ ਚਵਲ ਹੀ ਹੈ ਬੰਦਾ ਜਿਹੜਾ ਮਸਾਲਾ ਲਾਏਗਾ ਇਸ ਗੱਲ ਨੂੰ ਵੀ ਅੱਗੇ। ਅੱਛਾ, ਸੁਣ। ਅੱਛਾ ਇਹ ਇੱਕ ਦੀ ਇਹਨਾਂ ਦੀ ਸਿਰਫ ਨਹੀਂ ਗੱਲ ਸੀ ਹਜ਼ੂਰ ਦੀ, ਉਹਨਾਂ ਦੀ ਵਫਾਤ ਹੋ ਗਈ, ਠੀਕ ਹੈ। ਅਸੀਂ ਫਿਰ ਉੱਥੋਂ ਆਪਣੀਆਂ ਗੇਮਾਂ, ਮੈਂ ਉਹਨਾਂ ਨੂੰ ਕਿਹਾ ਕਿ ਛੋੜੋ। ਮੈਂ ਫਿਰ ਉਸੇ ਦਿਨ ਹੀ ਫੌਰਨ ਮੈਂ ਮਤਲਬ ਕਿ ਤਿਆਰੀ ਕੀਤੀ ਦੋਸਤਾਂ ਨਾਲ, ਮੈਂ ਇੰਗਲੈਂਡ ਗਿਆ ਤੇ ਫਿਰ ਉੱਥੇ ਉਹਨਾਂ ਦਾ ਜਨਾਜ਼ਾ ਪੜਿਆ, ਉੱਥੋਂ ਵਾਪਸ ਆਇਆ ਘਰ। ਠੀਕ ਹੈ ਜੀ, ਕਹਿੰਦੇ ਨੇ ਨਾ ਇਲਹਾਮ ਸਿਰਫ ਤੁਹਾਡੇ ਚ ਮੰਨਦੇ ਨਹੀਂ ਹੈਗੇ ਕਿ ਇਲਹਾਮ ਕਿਸੇ ਨੂੰ ਹੁੰਦਾ ਹੈ। ਹਰ ਇੱਕ ਨੂੰ ਅੱਲਾਹ ਤਾਲਾ ਇਲਹਾਮ ਕਰਦਾ ਹੈ, ਅੱਲਾਹ ਤਾਲਾ ਦੱਸਦਾ ਹੈ। ਔਰ ਜਿਹੜੀ ਵਹੀ ਹੁੰਦੀ ਹੈ ਉਹ ਹੋਰ ਚੀਜ਼ ਹੁੰਦੀ ਹੈ। ਵਹੀ ਹੁੰਦੀ ਹੈ ਫਰਿਸ਼ਤੇ ਲੈ ਕੇ ਆਉਂਦੇ ਨੇ ਅੱਲਾਹ ਤਾਲਾ ਦਾ ਖਾਸ ਪੈਗਾਮ, ਤਾਂ ਕਿ ਨਬੀਆਂ ਨੂੰ, ਮਤਲਬ ਕਿ ਅਗਰ ਜਿਸ ਤਰ੍ਹਾਂ ਸਾਨੂੰ ਡਾਇਰੈਕਟ ਹੁੰਦਾ ਇਸ ਤਰ੍ਹਾਂ ਨਬੀਆਂ ਨੂੰ ਨਹੀਂ ਹੁੰਦਾ। ਉਹ ਇਹ ਹੁੰਦਾ ਕਿ ਉਹਨਾਂ ਦੇ ਵਿੱਚ ਫਰਿਸ਼ਤੇ ਗਲਤੀ ਨਹੀਂ ਕਰਦੇ। ਸਾਡੇ ਕੋਲੋਂ ਗਲਤੀ ਹੋ ਜਾਂਦੀ ਹੈ, ਅਸੀਂ ਦੇਖਦੇ ਕੁਛ ਹਾਂ, ਬਿਆਨ ਕੁਛ ਕਰ ਦਿੰਦਾ ਹੈ, ਜਾਂ ਖਾਬ ਦੇਖੀ ਉਹਦੇ ਵਿੱਚ ਅੱਧੀ ਯਾਦ ਰਹੀ ਤੇ ਅੱਧੀ ਨਾ ਯਾਦ ਰਹੀ, ਇਸ ਤਰ੍ਹਾਂ ਚੀਜ਼। ਲੇਕਿਨ ਵਹੀ ਐਸੀ ਚੀਜ਼ ਹੈ ਕਿ ਜਿਹੜੇ ਫਰਿਸ਼ਤੇ ਨੇ ਉਹ ਲੈ ਕੇ ਆਉਂਦੇ ਨੇ, ਠੀਕ ਹੈ। ਫਰਿਸ਼ਤਿਆਂ ਨੂੰ ਨਾ ਤਾਂ ਗੱਲ ਭੁੱਲਦੀ ਹੈ, ਕਿਉਂਕਿ ਉਹ ਅੱਲਾਹ ਤਾਲਾ ਦੀ ਉਹਨਾਂ ਨੂੰ ਖਾਸ ਕੁਵਤ ਹਾਸਲ ਹੈ, ਤਾਕਤ ਹਾਸਲ ਹੈ ਕਿ ਉਹਨਾਂ ਦਾ ਇੱਥੇ ਜ਼ਮੀਨ 'ਤੇ ਉਤਰਨਾ ਵੀ ਬਹੁਤ ਜਲਦੀ ਹੈ। ਔਰ ਉਹਨਾਂ ਨੂੰ ਉਹ ਚੀਜ਼ ਜਿਹੜੀ ਉਹ ਅੱਲਾਹ ਤਾਲਾ ਦਾ ਪੈਗਾਮ ਲੈ ਕੇ ਆਉਂਦੇ ਨੇ ਉਹ ਭੁੱਲਦੇ ਵੀ ਨਹੀਂ ਹੈਗੇ। ਉਹ ਜਿਸ ਤਰ੍ਹਾਂ ਪੈਗਾਮ ਅੱਲਾਹ ਕੋਲੋਂ ਆਉਂਦਾ ਉਸੇ ਤਰ੍ਹਾਂ ਅੱਗੇ ਨਬੀ ਤੱਕ ਪਹੁੰਚਾ ਦਿੰਦਾ। ਤੇ ਨਬੀ ਜਿਹੜੇ ਨੇ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ, ਉਹ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ, ਪਹਿਲੇ ਹਾਫਿਜ਼ੇ ਕੁਰਾਨ ਵੀ ਉਹੀ ਸੀ। ਸਮਝ ਆਈ ਕਿ ਇਸ ਗੱਲ ਦਾ? ਤੇ ਹਕੀਮ ਸਾਹਿਬ, ਜਦੋਂ ਤੁਹਾਨੂੰ ਇਹ ਇਲਹਾਮ ਹੋਇਆ ਸੀ ਜੁਮੇ ਵਾਲਾ ਖੁਤਬਾ ਸੁਣਦਿਆਂ ਹੋਇਆ, ਕਿ ਜਿਹੜਾ ਬਈ ਤੁਹਾਨੂੰ ਇਹ ਖੁਦਾ ਤਾਲਾ ਨੇ ਦੱਸ ਦਿੱਤਾ ਸੀ ਕਿ ਬਈ ਹਜ਼ੂਰ ਦਾ ਅੱਜ ਆਖਰੀ ਖੁਤਬਾ ਹੈ, ਇਹਨਾਂ ਫੌਤ ਹੋ ਜਾਣਾ ਹੈ? ਨਹੀਂ, ਮੈਂ ਫੌਤ ਹੋਣ ਵਾਲੀ ਗੱਲ ਹੀ ਨਹੀਂ ਕੀਤੀ। ਵੇਖਿਆ ਮਿਸਾਲਾ ਲਗਾ ਲਿਆ ਨਾ ਤੂੰ? ਨਹੀਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾਂ, ਮੈਂ ਮਿਸਾਲਾ ਨਹੀਂ ਲਾ ਰਿਹਾ। ਮਿਸਾਲਾ ਨਹੀਂ ਲਗਾਣਾ। ਅੱਛਾ, ਤੁਹਾਡੀ ਗੱਲ ਕਰਨ ਦਾ ਇੰਨਾ ਹੀ ਮਤਲਬ ਸੀ ਕਿ ਬਈ ਇਹਨਾਂ ਦਾ ਇਹ ਆਖਰੀ ਜੁਮਾ ਹੈ। ਮੈਂ ਦੱਸਿਆ ਨਾ ਕਿ ਮੈਂ ਰਿਕਾਰਡ ਕਰ ਰਿਹਾ। ਇਹ ਵੀ ਜਿਹੜੀ ਹੁਣ ਮਸਾਲਾ ਲੱਗਾ, ਅੱਛਾ, ਦੁਬਾਰਾ ਦੱਸ ਦਿਓ। ਨਹੀਂ, ਤੁਹਾਡੇ ਵੱਲੋਂ ਮਸਾਲਾ ਜਿਹੜਾ ਲੱਗਾ, ਨਹੀਂ ਮਸਾਲਾ ਨਹੀਂ ਮੈਂ ਲਾਇਆ, ਮੈਂ ਤੁਹਾਡੇ ਕਹਿ ਰਿਹਾ ਕਿ ਦੁਬਾਰਾ ਦੱਸ ਦਿਓ। ਨਹੀਂ, ਦੁਬਾਰਾ ਮੈਂ ਥੋੜਾ ਮਸਾਲਾ ਲੱਗਾ, ਜ਼ਿਆਦਾ ਲਾਓ। ਹੈਲੋ ਇਹ ਮਸਾਲਾ ਲੱਗਾ, ਇਹਨੇ ਸੁਣਨਾ, ਫਿਰ ਇਹਨੇ ਸਵਾਰੀ ਨਾ ਲਈਏ, ਇਹਨੇ ਤੁਹਾਡੇ ਤੋਂ ਸੁਣ ਕੇ ਜਾਣੀ। ਏਸ਼ੀਅਨ ਮਸਾਲਾ ਜ਼ਿਆਦਾ ਤੇਜ਼ ਖਾਂਦੇ ਨੇ, ਮਿਰਚਾਂ, ਤਾਂ ਹੀ ਤੇ ਫਿਰ ਸ਼ੂ ਕਰਦੇ ਫਿਰਦੇ ਨੇ। ਅੱਛਾ ਹਕੀਮ ਸਾਹਿਬ, ਤੁਸੀਂ ਦੁਬਾਰਾ ਦੱਸ ਦਿਓ ਇੱਕ ਦਫਾ। ਮੈਂ ਸਿਰਫ ਇੰਨਾ ਦੱਸ ਸਕਣਾ ਕਿ ਅੱਲਾਹ ਤਾਲਾ ਨੇ ਜਿਹੜਾ ਮੈਨੂੰ ਪੈਗਾਮ ਭੇਜਿਆ, ਮੇਰੇ ਦਿਮਾਗ 'ਚ ਪਾਈ ਗੱਲ, ਉਹੀ ਗੱਲ ਮੇਰੀ ਜ਼ੁਬਾਨ ਤੇ ਆਈ ਹੈ। ਇਹ ਇੰਨੀ ਗੱਲ ਹੋਈ ਹੈ ਕਿ ਇਹ ਜੁਮਾ ਹਜ਼ੂਰ ਦਾ ਆਖਰੀ, ਬਸ ਇਹੀ ਹੈ, ਇਸ ਤੋਂ ਇਲਾਵਾ ਕੋਈ ਦੂਸਰਾ ਲਫ਼ਜ਼ ਨਹੀਂ ਹੈ। ਅੱਛਾ, ਤੇ ਫਿਰ ਇਸ ਇਲਹਾਮ ਤੋਂ ਬਾਅਦ ਫਿਰ ਤੁਸੀਂ ਹਜ਼ੂਰ ਵਾਸਤੇ ਦੁਆ ਕੀਤੀ ਸੀ? ਦੁਆ ਕਿਉਂ ਕਰਾਂ ਮੈਂ? ਦੁਆ ਨਹੀਂ ਕਰੀ ਦੀ? ਕਿਉਂ? ਲੰਬੀ ਜ਼ਿੰਦਗੀ ਦੀ, ਸਿਹਤ ਦੀ? ਨਾ, ਉਹ ਸਿਹਤ ਦੀ ਪਹਿਲੇ ਦੁਆ ਕਰੀ ਦੀ। ਜਦੋਂ ਅੱਲਾਹ ਤਾਲਾ ਨੇ ਦੱਸ ਦਿੱਤਾ ਫਿਰ ਦੁਆ ਕਰੋ ਜਾਂ ਨਾ ਕਰੋ, ਫਿਰ ਅੱਛਾ, ਫਿਰ ਸਾਰੀਆਂ ਦੁਆਵਾਂ ਫੇਲ ਹੋ ਜਾਣੀਆਂ। ਉਹ ਫਿਰ ਉਹੀ ਮਿਸਾਲਾ ਨਾ ਲਗਾ। ਭਾਈ, ਅੱਗੇ ਤੂੰ ਕਿਹਾ ਕਿ ਜਿਹੜਾ ਮਸਾਲਾ ਲਗਾਉਂਦਾ ਚਵਲ ਹੁੰਦਾ,
ਹਾਂ ਤੇ ਹੁਣ ਚਲੋ ਤੂੰ ਮਿਸਾਲੇ ਨਾ ਲਗਾ, ਆਪਣੀ ਨਾ ਨਹੀਂ ਚਵਲ ਮਾਰ, ਆਪਣੀ ਤੁਸੀਂ ਗੱਲ ਆਪ ਤੇ ਤੇ ਕਹਿ ਰਹੇ ਹੋ ਕਿ ਫੇਰ ਫਾਇਦਾ ਹੀ ਕੋਈ ਨਹੀਂ ਨਹੀਂ, ਹੁੰਦਾ ਆਪਣੀ ਦੁਆ ਗੱਲ ਦਾ। ਤੇ ਕਾਇਮ ਰਹੋ ਨਾ, ਆਪਣੀ ਗੱਲ ਤੇ ਕਾਇਮ ਰਹੋ। ਉਹ ਹਕੀਮ ਸਾਹਿਬ ਇਹ ਕਹਿ ਰਿਹਾ ਕਿ ਫੇਰ ਕੋਈ ਫਾਇਦਾ ਨਹੀਂ ਹੁੰਦਾ ਦੁਆ ਨਹੀਂ ਦਾ, ਮੈਂ ਜਦੋਂ ਕਹਿਣ ਅੱਲਾ ਡਿਆ ਦੱਸ ਦਿੱਤਾ ਤੇ। ਨਹੀਂ ਮੈਂ ਕਹਿਣ ਡਿਆ ਕਿ ਦੇਖੋ ਨਾ, ਡਾਕਟਰ ਜਦੋਂ ਜਵਾਬ ਦੇ ਦਿੰਦੇ ਨੇ ਉਦੋਂ ਤੁਸੀਂ ਜਿੰਨੀਆਂ ਮਰਜ਼ੀ ਦੁਆਵਾਂ ਕਰ ਲਓ। ਹਾਂ ਇਹ ਗੱਲ ਸਹੀ ਹੈ, ਇਹਦਾ ਮਤਲਬ ਇਹ ਕਿ ਅੱਲਾ ਤੁਹਾਨੂੰ ਦੱਸ ਦਿੱਤਾ ਤੇ ਤੁਸੀਂ ਆਖਿਆ ਬਸ ਹੁਣ ਇਸ ਤੋਂ ਅੱਗੇ ਬਸ ਗੱਲ ਖਤਮ। ਫਿਰ ਉਹੀ ਜਾਹਿਲ ਆਦਮੀ ਮੈਂ ਦੱਸ ਰਿਹਾ, ਫਿਰ ਮਿਸਾਲੇ ਲਗਾਉਣ ਡਿਆ। ਮੈਂ ਇਹ ਸਿਰਫ ਜਿੰਨਾ ਮੈਨੂੰ ਦੱਸਿਆ ਮੈਂ ਉਨੀ ਗੱਲ ਕੀਤੀ, ਅੱਗੋਂ ਉਹਦਾ ਮੈਂ ਮਤਲਬ ਨਹੀਂ ਕੱਢਿਆ, ਕੁਝ ਵੀ ਨਹੀਂ ਕੀਤਾ, ਬਸ। ਇਹਨੂੰ ਇਲਹਾਮ ਕਹਿੰਦੇ ਨੇ। ਜਿਹੜਾ ਬੰਦਾ ਵਿੱਚ ਮਿਲਾਵਟ ਕਰਦਾ ਹੈ ਉਹ ਚਵਲ ਹੁੰਦਾ, ਮਿਸਾਲੇ ਲਗਾਉਂਦਾ ਚਵਲ ਹੁੰਦਾ। ਸਹੀ ਕਿਹਾ। ਤੇ ਹੁਣ ਤੇਰੀ ਮਿਹਰਬਾਨੀ। ਸਾਕੀ ਸਾਹਿਬ ਤੁਹਾਨੂੰ ਪਤਾ ਚੱਲਿਆ ਹੁਣ ਚਵਲ ਕੌਣ ਹੁੰਦਾ ਹੈ? ਹਾਂਜੀ, ਜਿਹੜਾ ਮਸਾਲੇ ਲਾਉਂਦਾ ਹੈ, ਜਿਹੜਾ ਮਸਾਲੇ ਲਾਉਂਦਾ ਹੈ। ਮਨਸੂਰ ਸਹੀ ਬੋਲੇਗਾ। ਮੰਨ ਗਏ ਉਹਦਾ ਹਕੀਮ ਸਾਹਿਬ, ਮੇਰੀਆਂ ਗੱਲਾਂ ਸਹੀ ਹੁੰਦੀਆਂ ਨੇ। ਮੈਂ ਐਲੋ ਫੇਰ ਹਕੀਮ ਸਾਹਿਬ ਦੇ ਦੁਆਲੇ ਹੋਣ ਲੱਗੇ, ਉਹ ਸੁਣਨੀਆਂ ਤੁਸੀਂ ਜ਼ਰੂਰ। ਨਹੀਂ ਹਕੀਮ ਸਾਹਿਬ ਪਿਆਰੇ ਬੰਦੇ ਨੇ, ਬਸ ਅਸਲ ਚ ਪਤਾ ਹਰ ਕੀ ਬੰਦੇ ਦਾ ਆਪਣਾ ਆਪਣਾ ਤਰੀਕਾ ਹੁੰਦਾ। ਨਹੀਂ ਮਨਸੂਰ ਜਿਹੜਾ ਨਾ ਉਹ ਮੇਰੀ ਗੱਲ ਨੂੰ ਸਮਝਦਾ ਹੈ, ਉਹ ਸ਼ੁਗਰ ਲਗਾਉਂਦਾ। ਵੈਸੇ ਮੈਂ ਹੁਣ ਇਹ ਮਹਿਸੂਸ ਕੀਤਾ ਹੈ। ਅੱਛਾ ਹਾਂ, ਇਹ ਮਹਿਸੂਸ ਕੀਤਾ ਜੇ ਕਿ ਅੱਲਾ ਦੱਸਿਆ? ਉਹਨਾਂ ਨੂੰ ਪਤਾ ਚੱਲ ਗਿਆ ਕਿ ਮਨਸੂਰ ਕੀ ਕਰਦਾ, ਪਰ ਉਹਨਾਂ ਨੂੰ ਇਹ ਵੀ ਪਤਾ ਚੱਲ ਗਿਆ ਸਾਕੀ ਮਸਾਲੇ ਲਾਉਂਦਾ ਹੈ। ਔਰ ਇਹਨੇ ਖੁਦ ਕਿਹਾ ਹੈ, ਮਨਸੂਰ ਇਹਨੇ ਖੁਦ ਕਿਹਾ ਹੈ ਕਿ ਜੀ ਜਿਹੜਾ ਮਸਾਲੇ ਲਗਾਉਂਦਾ ਚਵਲ ਹੁੰਦਾ। ਇਹਨੇ ਆਪਣੇ ਆਪ ਨੂੰ ਚਵਲ ਬਣਾ ਲਿਆ ਖੁਦ ਹੀ। ਹੁਣ ਦੱਸੋ ਸਾਕੀ ਸਾਹਿਬ, ਤੁਸੀਂ ਚਵਲ ਹੋ? ਬਿਲਕੁਲ ਜੀ, ਜੇ ਅਗਰ ਹਕੀਮ ਸਾਹਿਬ ਕਹਿ ਦਿੱਤਾ ਤੇ ਫਿਰ ਆਵਾਂ, ਇਹਨਾਂ ਨੂੰ ਤੇ ਅੱਲਾ ਦੱਸ ਦਿੰਦਾ ਨਾ, ਮੈਂ ਮੱਥਾ ਥੋੜਾ ਹੀ ਲਾਣਾ। ਇੱਕ ਮਿੰਟ ਦੇਖੋ, ਫਿਰ ਮੇਰੇ ਤੇ ਗੱਲ ਪਾਉਣ ਡਿਆ। ਦੇਖੋ ਸਾਕੀ ਖੁਦ ਕਿਹਾ ਹੈ ਬਾਦਸ਼ਾਹ, ਜਿਹੜਾ ਮਸਾਲੇ ਲਗਾਏ ਉਹ ਚਵਲ ਹੁੰਦਾ। ਮੈਂ ਤਾਂ ਇਹਨਾਂ ਦੀ ਗੱਲ ਕਰ ਰਿਹਾ। ਨਹੀਂ ਤੇ ਇਹ ਜਿਹੜਾ ਹੁਣ ਜੁਮਾ ਗੁਜ਼ਰਿਆ ਸੀ ਹਕੀਮ ਸਾਹਿਬ, ਇਸ ਜੁਮੇ ਕੋਈ ਨਹੀਂ ਪੈਗਾਮ ਕੋਈ ਆਇਆ ਹੈ? ਇਹ ਜਿਹੜਾ ਜੁਮਾ ਹੁਣ ਗੁਜ਼ਰਿਆ ਹੈ, ਇਸ ਜੁਮੇ ਕੋਈ ਨਹੀਂ ਪੈਗਾਮ ਆਇਆ? ਜਦੋਂ ਇਨਸਾਨ ਦਾ ਵਕਤ ਹੁੰਦਾ ਹੈ ਨਾ, ਉਦੋਂ ਹੀ ਹੁੰਦਾ ਹੈ। ਠੀਕ ਹੈ, ਜਦੋਂ ਵਕਤ ਉਹਦੇ ਤੋਂ ਇਲਾਵਾ ਹਕੀਮ ਸਾਹਿਬ ਦੱਸੋ ਕੋਈ ਹੋਰ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਹੀ ਕੋਈ ਪੈਗਾਮ ਆਇਆ ਹੋਵੇ ਉਸ ਤੋਂ ਇਲਾਵਾ? ਉਹ ਤੇ ਚਲੋ ਤੁਸੀਂ ਸੁਣਾ ਦਿੱਤਾ ਨਾ, ਉਹਦੇ ਤੋਂ ਇਲਾਵਾ ਨਹੀਂ। ਜੇ ਤੇ ਤੂੰ ਮਿਸਾਲੇ ਲਗਾਣੇ ਫਿਰ ਤੇ ਮੈਂ ਨਹੀਂ ਦੱਸਾਂਗਾ। ਨਹੀਂ ਮੈਂ ਗੱਲ ਵੀ ਨਹੀਂ ਕਰਾਂਗਾ, ਤੁਸੀਂ ਤੁਹਾਡੀ ਸੁਣਾਂਗਾ ਬਸ। ਨਹੀਂ ਭਈ, ਬਾਤ ਇਹ ਕਿ ਪਹਿਲੇ ਸੁਣੇਗਾ ਨਾ, ਬਾਅਦ ਵਿੱਚ ਮਿਸਾਲੇ ਲਗਾਏਗਾ। ਨਹੀਂ ਬਾਅਦ ਚ ਮੈਂ ਮਸਾਲੇ ਕਿੱਥੇ, ਮੈਂ ਕੋਈ ਹੋਟਲ ਪਾਏ ਆ ਮਸਾਲਿਆਂ ਵਾਲਾ? ਨਹੀਂ ਯਾਰ, ਮੈਂ ਮਜ਼ੀਦ ਨਹੀਂ, ਸਾਕੀ ਭਾਈ ਨੂੰ ਮੈਂ ਮਜ਼ੀਦ ਚਵਲ ਨਹੀਂ ਬਣਨ ਦੇਣਾ। ਚਲੋ ਸੁਣਾਓ, ਉਹਦੇ ਤੋਂ ਇਲਾਵਾ ਕੋਈ ਹੋਰ ਸੁਣਾਓ। ਨਹੀਂ ਮੈਂ ਚਵਲ ਨਹੀਂ ਬਣਨ ਦੇਣਾ ਤੇ। ਮਰਜ਼ੀ ਹੈ ਤੁਹਾਡੀ ਹਕੀਮ ਸਾਹਿਬ। ਮੈਂ ਚਾਹਨਾ ਕਿ ਬੰਦਾ ਹੀ ਰਹੋ ਤੇ ਠੀਕ ਹੈ। ਦੇਖੋ ਮੈਂ ਬਹੁਤ ਸਾਰੀ ਰਿਕਾਰਡਿੰਗ ਕੀਤੀ ਹੈ ਆਪਣੀ, ਹਰ ਬਰਾੜ ਦੀ, ਆਪਣੀਆਂ ਗੱਲਾਂ ਦੀ। ਨਹੀਂ ਬਰਾੜ ਦੀ, ਮੈਂ ਆਪਣੀਆਂ ਗੱਲਾਂ ਕੀ, ਬਰਾੜ ਦੀ ਸਾਰੀ ਰਿਕਾਰਡਿੰਗ ਕੀਤੀ ਹੈ। ਬਹੁਤ ਸਾਰੀ ਰਿਕਾਰਡਿੰਗ ਮੇਰੇ ਕੋਲ ਪਈ, ਮੇਰੇ ਕੋਲ 2 ਐਂਡੀ ਨੇ। ਤੇ ਜਿਹੜੀ ਵੀ ਕੋਈ ਜਿੱਥੋਂ 40 ਮਿੰਟ ਹੋ ਗਏ ਨੇ, ਮੈਂ ਹਾਲਾਂਕਿ 20 ਮਿੰਟ ਬਾਅਦ ਸ਼ੁਰੂ ਕੀਤੀ ਹੈ ਰਿਕਾਰਡਿੰਗ ਕਰਨੀ। ਅੱਛਾ, ਲਗੇ 1 ਘੰਟੇ ਤੋਂ ਉੱਪਰ ਹੋ ਗਿਆ ਮੈਂ ਇੱਥੇ ਬਰਾੜ ਤੇ ਆਇਆ। ਠੀਕ ਹੈ, ਔਰ ਪਹਿਲੇ तो लगा रहा शोएब तो वैसे बेचारा ना वो खत्म है। बच्चा वो बच्चा नहीं, खत्म है, वैसे ही खत्म है। अच्छा देखो अपना अमर रज़ा बरेलवी साहब की हिस्टरी जी है ना, ये देखो मैं तुहानू दसां, अताउल्ला शाह बुखारी और मदूदी साहब, इन्होंने तिना ने, मदूदी साहब तो मेरे ख्याल बाद होए ने, अमर रज़ा बरेलवी थोड़ा सा पहले होए ने। हाँ, ते इन्हां तिन्ना ने, अताउल्ला शाह बुखारी और मदूदी साहब, इन्होंने तिन्ना ने, दोनों ने क्या कैसी पाकिस्तान दी पे नहीं बनन देनी, अंदाजा करो। और इन्हां दे फतवियां तो इन्होंने कायदे आजम ते फतवा लगाया काफर आजम,
अच्छा। अपना कायद आजम हमारे बाबा कौम मोहम्मद अली जिन्ना वो चले गए, इन्हां दी तंग गल्लां तो तंग आके इंग्लैंड चले गए। उन्हें उत्थे जाके वकालत शुरू कर दी। उन्होंने कहा तुसीं जाओ जहन्नम है, मैं हुण तुहानूं मतलब कि कोशिश ही नहीं करनी कि तुहानूं एक आज़ाद मुल्क मिले। उत्थे फिर खलीफा सानी हज़रत मिर्ज़ा बशीरुद्दीन महमूद अहमद साहब ने अपने एक मुबल्लग नूं भेजा। अच्छा। और क्या, हाँ, कायदे आज़म कोल उन्हें कहा कि मुबल्लग ने जाके खलीफा वक्त दा पैगाम भेजा। उन्हें कहा जी मिर्ज़ा बशीरुद्दीन महमूद अहमद खलीफा जमात अहमदिया का ये आपके लिए पैगाम है कि आपने जो पाकिस्तान बनाने का बेड़ा उठाया था, अब आप फौरन वापस आएं और उसको पूरा करें। मेरी दुआएं आपके साथ हैं। ਇਹ ਨਾ ਹਕੀਮ ਸਾਹਿਬ ਤੁਸੀਂ ਕਾਫੀ ਸਾਰਾ ਮਸਾਲਾ ਲਾ ਰਹੇ ਹੋ। मैं मिसाला कोई नहीं लगाया, ਤੁਸੀਂ ਮਸਾਲਾ ਲਾਇਆ। ਜਿਹੜੇ ਝੂਠੇ ਬੰਦੇ ਹੁੰਦੇ ਨੇ ਨਾ, ਜਿਨ੍ਹਾਂ ਨੇ ਕਦੀ ਕਿਸੇ ਦੀ ਚਲੋ ਗੱਲ ਤੇ ਕਹੋ, ਚਲੋ ਮੈਂ ਕਹਿੰਦਾ ਝੂਠਿਆਂ ਤੇ ਅੱਲਾ ਦੀ ਲਾਨਤ। ਚਲੋ ਕਹੋ ਆਮੀਨ। मैं तो पहले कहता, मैं कहा झूठे ते लानत। आमीन क्यों मैं कहूँ? बिल्कुल ठीक, आमीन बिल्कुल मैं ठीक। क्यों कहूँ? झूठे ठीक ते है, लानत है, ਠੀਕ ਹੈ ਠੀਕ ਹੈ मैं कह रहा। ਠੀਕ अच्छा, ਹੋ ਗਿਆ। उन्होंने कायदे आज़म नूं फिर वो लैके वापस आए। ठीक है, उन्होंने नए सिरे तो फिर उन्होंने स्ट्रगल की, कोशिश की, जिहदे च साडी जमात दा हथ बहुत ज़्यादा है। अगर साडी चौधरी ज़फरुल्लाह खान साहब ना होंदे, हैं वो कायदे आज़म दे नाल सी, हर वक्त नाल सी। फिर उदों डॉक्टर अब्दुल सलाम भी है सर उदों भी, लेकिन वो उदों छोटे से अजे पढ़ रहे थे कॉलेज च। ठीक है, ये मतलब कि साडे चौधरी साहब ने और ना होंदे, इन्होंने करारदाद पता किन्ना इन्होंने लिखी, जी करारदाद पाकिस्तान है 23 मार्च नूं चौधरी साहब ने लिखी, चौधरी साहब ने पेश की थी। उत्थे किसी की जरूरत नहीं सी कि करारदाद पेश भी कर सकता हुंदा कोई, और क्योंकि ब्रिटिश हुकूमत सी, लॉर्ड माउंटबेटन सी। ਹਕੀਮ ਸਾਹਿਬ ਤੁਹਾਡੀ ਗੱਲ ਟੋਕਣ ਲਗਾ ਇੱਕ ਥੱਲੇ ਸਵਾਲ ਆਇਆ, ਉਹਦਾ ਵੀ ਨਾਲ ਹੀ ਜਵਾਬ ਦੇ ਦੇਣਾ। थल्ले सोनी साहब ने सवाल किया है, क्या खलीफा सानी ने पाकिस्तान के दोबारा हिंदुस्तान में शामिल होने का भी कहा था? दोबारा पढ़ो सवाल किए। क्या खलीफा सानी ने पाकिस्तान के दोबारा हिंदुस्तान में शामिल होने का भी कहा था? मतलब कि भाई पाकिस्तान जड़ा बन गया ये अल्लाह करे टुट जे ते इंडिया च दाखिल हो जाए, फिर इंज क्या सी? नहीं, बिल्कुल झूठ है, लिखा होया जी, लिखा अल्लाह होया। रखा साहब आप, अल्लाह रखा साहब आप सो जाए, आप बुजुर्ग आदमी है तो आप सो जाए, आराम ओ करें। भाई जी तुसी बस करो, तुसी आ गए हो, मैनू गल क्लीयर करन दिओ। ठीक है, मेहरबानी ਤੁਹਾਡੀ। ਜ਼ਰੂਰ ਗੱਲ ਜ਼ਰੂਰ ਅੱਲਾ ਰੱਖਾ ਸਾਹਿਬ ਤੁਸੀਂ ਕਲੀਅਰ ਕਰੋ, ਲੇਕਿਨ ਜੇ ਕੋਈ ਤੁਹਾਡੀ ਮੁਖਾਲਫਤ ਕਰਦਾ ਤੇ ਇਹ ਅੱਛੀ ਗੱਲ ਨਹੀਂ ਹੈ ਕਿ ਉਹਨੂੰ ਗਾਲਾਂ ਵਗੈਰਾ ਕੱਢਣੀਆਂ ਜਾਂ ਉਹਨੂੰ ਚੱਲ ਭਾਈ ਬਹਿ ਜਾ, ਹੁਣ ਮੈਂ ਕਿਹੜੀ ਗਾਲ ਕੱਢ ਰਿਹਾ? ਨਹੀਂ ਠੀਕ, ਮੈਂ ਬਿਲਕੁਲ ਠੀਕ ਗੱਲ ਹੈ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਤੁਸੀਂ ਹੁਣ नहीं करे, लेकिन मैं वैसे नहीं अल्लाह रखा साहब मैंने इसलिए बोला देखें और 2-3 घंटे बाद जो है नमाज तहज्जुद का टाइम हो रहा है, तो आप बुजुर्ग आदमी है तो आप तहज्जुद पढ़ते हैं, तो आप 2-3 घंटे चंगे भले जवान आदमी ने और जवान जान के चंगे भले बुढ़े कदू दे हो? नहीं 70 साल का बंदा बूढ़ा ही होता है, जवान होता है। ਤੂੰ ਤਦ ਮਸਾਲਾ ਲਾ ਰਿਹਾ ਸੀਗਾ ਸਾਕੀ? नहीं मैं तो मसाला नहीं ला रहा, पूछ लो यार सामने बैठे ने कीम सन, वो कदू बुढ़े ने? नहीं भी बुजुर्ग आदमी है, 70 से ऊपर है, उन्होंने खुद बताया 70 साल से ऊपर है। नहीं इसको कहते हैं कि लानतुल्लाह अल काज़िबीन। हेलो सुन लो, क्या आपने मुझे खुद ही एक दिन बताया था मैं व्हील चेयर पे होता हूँ तो मेरे बच्चे मुझे बाहर लेके जाते हैं। झूठे ओए झूठे लानतिया बगैरता झूठे नु तो मैं आपने खुद ही बोला था तो मेरे बच्चे व्हील चेयर पे, मैं व्हील चेयर पे होता हूँ, मेरे बच्चे लेके जाते हैं बाहर। हरामजादे, वो अपना वो ये रशाद अंसारी तेरा प्यो नहीं देखे आपने
अरशाद अंसारी। आपने बोला तो मैं ज्यादातर बिस्तरे पे लेटा रहता हूँ। तुझे जानता ही नहीं बेवकूफ गधे, मैं तुझे जानता ही नहीं। अच्छा, आप मुझे नहीं जानते? नहीं, मैं जेदा रक्शे वाला हूँ आपके मोहल्ले का। मैं नहीं, वो पागल रक्षा तू, मेरे ख्याल तू उदों पैदा भी नहीं सी ਜਦੋਂ होया। था मेरे वालिदैन ने मुझे गिफ्ट दिया था रक्षा, ठीक है, तो वही रक्षा जो है तो मैंने सारी जिंदगी चलाया। रक्षा ड्राइवर ताई तो तेरा दिमाग फिर पूरा ही है रक्षा ड्राइवर। देखे ना आप कितनी दफा पाक रक्षे पे, अभी आप भूल गए हैं। फिर झूठा बंदा, फिर झूठा। चले, झूठा मैं ही हूँ जो उसी टाइम में सवारियां छोड़ी हैं मैंने तो आपको बैठाया, और जहां आपने बोला वहां लेके गया हूँ, डॉक्टर के पास लेके गया हूँ, आपको दवाई लेके दिया, घर छोड़ के आया हूँ। अभी आज मैं गंदा बन गया हूँ, आज मैं बुरा इंसान बन गया हूँ। ठीक है, बेवकूफ इंसान। मैं तो एक ओवर गया पाकिस्तान। कितना झूठा है, झूठे ते लानत। नहीं देखें, ये आप बातें गलत कर रहे हैं, मुझे मजा नहीं आया। अल्लाह रखा साहब, मैं तो कहता था आप मेरी नेकी याद रखेंगे, मगर आपने बुला दी है। देख झूठा बंदे दी ऐ ते तेरी झूठे, झूठ बोलना छाड़ दो। नबी अकरम सल्लल्लाहु अलैहि वसल्लम ने की है इरशाद फरमाया हदीस से, झूठ तमाम बुराइयों की जड़ है। ਇਹਦਾ मतलब तेरे च हर बुराई पाई जाती। तू जानी भी है, शराबी भी है, कबाबी भी है, तू बदकार है। देखें लास्ट दफा जब मैंने जो है तो आपकी सीट में आया था, बात तो सुने तो आपने कहा था तो मैं सिगरेट बहुत ज्यादा पीता हूँ, तो उनको छोड़ने का कोई हल बताओ। तो मैंने आपसे बोला आप नस्वार रखना शुरू कर दें, तो मेरे कहने से आपने नस्वार शुरू कर दी। तो वो अभी कैसा, नस्वार ठीक है या सिगरेट ठीक थे? ये तो मेरा ख्याल अपने प्यो नूं कहन दिया। तेरा प्यो भी एक काम करदा रक्षा ड्राइवर ही सारे एक काम तेन दस्या। तू है बदमाश, ठीक है, तेरा करैक्टर नहीं। देखें सिगरेट अच्छी चीज नहीं, नस्वार 2-3 दफा इंसान एक दिन में हर रोज 2-3 दफा आप दिन के टाइम नस्वार रख लेते हैं ना, तो वो बिल्कुल जो है ना तो उसी तरह नशा होता है जो सिगरेट पीने से होता है। ਕਿਹੜੀ ਬਿਮਾਰੀ ਆ ਗਈ ਸਾਕੀ? ਇਹ ਤੁਸੀਂ ਮੁਕੋ ਕਿ ਇਨਸਾਫ ਇਹਨਾਂ ਨਾਲ ਮੈਂ ਤੇ ਨਹੀਂ ਨਹੀਂ, ਇਹ ਪਾਗਲ ਦਾ ਪੁੱਤਰ ਐਵੇਂ ਬਕਵਾਸ ਕਰੀ ਜਾਣ ਡਿਆ ਹੈ। मुनव्वर साहब म्यूट कर ले, मुनव्वर साहब आपका शोर आ रहा है, बच्चों का म्यूट कर ले। म्यूट लगा रहे हैं। एक मिनट, मैं इस पागल दे पुत्र ਨੂੰ ਜਾਣਦਾ ਹੀ ਨਹੀਂ, ਮਿਲਿਆ ਹੀ ਨਹੀਂ। ਇੱਕ ਹਰਾਮਜ਼ਾਦਾ म्यूट किसी ने मुनव्वर साहब म्यूट कर ले यार, मेरे को नहीं लगना ना। अल्लाह रखा साहब अभी आप ऐसा कर रहे हैं तो ये बिल्कुल बात गलत है। हरामजादे बात जो कर रहे हैं बिल्कुल गलत है, ऐसा गाली सुनेगा। जितनी अल्लाह रखा साहब मैंने आपकी खिदमत की है ना, जितनी मैंने आपकी खिदमत की है उतनी आपके बच्चों ने भी आपकी खिदमत नहीं की। आज आप भूल गए हैं सारा कुछ। तू अपने ये तो गलत बात है ना, जब इंसान के पास पैसा आ जाता है या वो अच्छे मुल्क में चला जाता है तो इंसान भूल जाता है। मंसूर, मैं आपको नहीं बोला मंसूर यार, मैं दस कौन चोर है? नहीं ना करो यार। गल ये है कि मैं दा सवाल है कि कोई जवाब देवे कि देखो कि जेड़ा बंदा किसी नूं गालां कढदा है वो गुफ्तगू नूं कहा जाएगा या बकवास कही जाएगी? देखो मैं मंसूर साहब एक मिनट, मैं ताली गल सॉरी, मैं गल कर रहा सी चौधरी साहब दी पाकिस्तान बनन दी। ए विच चवल कुत्ता झूठा लांती आ गया विच। ਇਹਦਾ मतलब भी ताया जी आप मेरे ताया हैं, ऐसा ना किया करें। अभी आप मुझे भूल गए हैं, क्योंकि मैं तो लोगों को ये बताऊंगा तो ताए ने सारी उम्र मेरे रक्षे में सफर किया, तो अभी आप तो कारों वाले बन गए बाहर आके। तो जो पाकिस्तान में रक्षों पे सफर किया तो वो तो मैं लोगों को बताऊंगा।
मुझे आप इस बता वजह से मुझे नहीं और तेरी पहचानते तो ये लोगों को बताएगा मैं जेदे के रक्शे में घूमता रहा हूं, इसलिए आप मुझे नहीं पहचानते ना। मैंने आपसे कभी किराया लिया, अच्छे तरीके से लेके आता था, घर छोड़ के आता था, आज मैं बुरा बन गया हूं, ये मेरी नेकी का सिला दे रहे हैं आप। इसीलिए तो बोले आपको याद नहीं आ बोले रहा ना, किराया उन्होंने नहीं दिया, दिया होता तो याद आ जाता। ओए कुत्ती दिया पुत्रा बोले ही ना बोले ही ना ਉਹ ਹਕੀਮ ਆ ਸ਼ਰਾਬੀ ਉਹ ਫੀਮੀ ਗਾਲਾਂ ਕੋ ਕੱਢਣ ਡਿਆ तेरी मां ਨੂੰ ਮੈਂ ਠੋਕ ਉਹ ਹਰਾਮ ਦਿਆ ਓਏ ਕੁੱਤੀ ਤੇਰੀ ਦਾ ਮਾਂ ਪੁੱਤਰਾ ਦੀ ਗਾਲਾਂ ਕੁੱਤੀ ਕੱਢਣ ਡਿਆ ਕੰਜਰੀ ਦੇ ਉਹ ਪੁੱਤਰਾ ਹਕੀਮ ਆ ਓਏ ਉਹ ਦਵਾਈ ਖਾ ਲਈ ਉਹ ਓਏ ਹਰਾਮ ਖੋਤੀ ਦਾ ਪੁੱਤਰਾ ਗਾਲਾਂ ਕੱਢਣ ਡਿਆ ਉਹ ਹਕੀਮ ਆ ਗਾਲਾਂ ਕੱਢਣ ਡਿਆ ਉਹ ਹਕੀਮ ਆ ਲਾਂਤੀ ਆ ਗਾਲਾਂ ਕੋ ਕੱਢਣ ਡਿਆ ताहिर साहब देख लो, ਉਹ ताहिर ਹਕੀਮ साहब देख लो ਲਾਂਤੀ ਗਾਲਾਂ ਕੱਢਣ ਡਿਆ ਉਹ ਹਕੀਮ ਸਾਹਿਬ ਸਾਨੂੰ ਹਰਾਮ ਗਾਲਾਂ ਕੱਢਦੇ ਨੇ, ਅਸੀਂ ਇਹਨਾਂ ਦੀ ਖਿਦਮਤ ਕਰਨੇ ਆ। ਉਹ ਕੰਜਰੀ ਦੇ ਹਕੀਮ ਪੁੱਤਰਾ ਆ ਮੈਂ ਤੇਰੀ ਗਾਲਾਂ ਕੱਢਣ ਡਿਆ ਖੋਤੀ ਦਾ ਪੁੱਤਰਾ ਗਾਲਾਂ ਕੱਢਣ ਡਿਆ ਤੇਰੀ ਮਾਂ ਨੂੰ ਉਹ ਹਕੀਮ ਆ ਉਹ ਸ਼ਰਾਬੀ ਆ ਉਹ ਹਕੀਮ ਰਾਸ਼ਦ ਉਹ ਬਗੈਰਤਾ ਗਾਲਾਂ ਕੱਢਣ ਡਿਆ ਤੇਰੀ ਉਹ ਹਕੀਮ ਹੈ ਦਵਾਈ ਖਾ ਲਈ ਉਹ ਨਹੀਂ ਤੇਰੀ ਹਕੀਮ ਭੈਣ ਨੂੰ ਕਹਿੰਦਾ ਹੈ ਹੈ ਉਹ ਹਕੀਮ ਹੈ ਸੁਨਾ ਹਕੀਮ ਹੈ ਚੋਦ ਆ ਗਿਆ ਇੱਕ ਹੋਰ ਉਹ ਮਦਦ ਹਕੀਮ ਰਾਸ਼ਦ ਸੁਨਾ ਫਿਰ ਲਾਂਤੀਆ ਤੇਰੀ ਕੁਤੀਆ ਭੈਣ ਨੂੰ ਪੁੱਤਰਾ ਚੰਗਾ ਚੋਦਿਆ ਸੁਨਾ ਬੜਾ ਕੁਤੀਆ ਪੁੱਤਰਾ ਬੜੀ ਤੇਰੀ ਭੈਣ ਉਹ ਹਰਾਮ ਜ਼ਾਦਿਆ ਤੇਰੀ ਮਾਂ ਬੜੀ ਸੁਨਾ ਚੋਦੀ ਤੇਰੀ ਸੁਨਾ ਕੁਤਿਆ ਬੜਾ ਉਹ ਸੁਨਾ ਸ਼ਰਾਬੀਆ ਉਹ देखिए ये हराम अल्लाह ज़ादिया। रखा, देखिए ये अल्लाह अल्लाह रखा रखा हकीमा। बूढ़ा आदमी है, हाँ। 70 साल का ये बंदा है तो यार, गालियां खोती दे का रहा है, बतेरे थे। बूढ़ा बंदा है ये तो गालियां देता है। दुनिया गाਲਾਂ ਕੱਢਣਾ ਹਕੀਮ ਕੰਜਰੀ ਦੇ ਪੁੱਤਰ ਹਕੀਮ ਗਾਲਾਂ ਕੱਢਣਾ ਉਹ ਸੈਂਦੀ ਸਾਹਿਬ देखो ਇਹ एडी ਬਰਾਦਾ ਤੋਂ गंदी ਬਾਅਦ गाल ਗਾਲਾਂ ਕੱਢ ਕੱਢਣਾ ਰਿਹਾ ਕੰਜਰੀ ਦਾ ਪਤਾ ਨਹੀਂ ਉਹ ਕੀ ਹਲਾਮ ਤੇ ਨਹੀਂ ਯਾਰ ਹੁੰਦੇ ਬੁੱਢਾ ਬੰਦਾ ਹੈ। ਕੰਜਰਾ ਕੰਜਰੀ ਦੇ ਪੁੱਤਰ ਉਹ ਤੈਨੂੰ ਹਲਾਮ ਦੇਨੇ ਹਲਾਮ ਲੰਗੜੇ ਦੀ ਨਜਾਇਜ਼ ਔਲਾਦ ਓਏ ਤੂੰ ਤੇ ਆਮਦੀ ਨਹੀਂ ਲੰਗੜੇ ਦੀ ਉਹ ਨਜਾਇਜ਼ ਹਕੀਮ ਤੂੰ ਤੇ ਆਮਦੀ ਨਹੀਂ ਖਾਦੂ ਲੰਗੜੇ ਦੀ ਨਜਾਇਜ਼ ਉਹ ਔਲਾਦ ਹਕੀਮ ਤੂੰ ਕਦੋਂ ਖਾਦੂ ਆਮਦੀ ਲੰਗੜੇ ਹੈ ਦੀ ਨਜਾਇਜ਼ ਉਹ ਔਲਾਦ ਤੂੰ ਤੇ ਆਮਦੀ ਨਹੀਂ ਓਏ ਹਕੀਮ ਖਾਦੂ ਲੰਗੜੇ ਦੀ ਖਾਦੂ ਹਕੀਮ ਪੌਂਗ ਭੰਗੜਾ ਉਹ ਤੇਰੀ ਮਾਂ ਕੀ ਦੀ ਆ ਕੁੱਦੀ ਪੁੱਤਰਾ ਪੌਂਗ ਉਹ ਹਕੀਮ ਭੰਗੜੇ ਤੇ ਭੰਗੜਾ ਉਹ ਹਕੀਮ ਨੱਚ ਉਹ ਦਵਾਈ ਖਾ ਲਿਓ ਜਾ ਕੇ ਸੌਂ ਬੁੱਢੀ ਕੋ ਛੁੱਟ ਕੇ ਆ ਗਿਆ ਹਕੀਮ ਉਹ ਹਕੀਮ ਬੋਲਦਾ ਨਹੀਂ ਉਹ ਬੜਾ ਹੀ ਹਕੀਮ ਦਲੀ ਦਾ ਸਾਹਿਬ ਹੈ ਉਹ ਕੰਜਰੀ ਤਾਹਿਰ ਉਹ ਸਾਹਿਬ ਹਕੀਮ ਤਾਹਿਰ ਹੈ। ਸਾਹਿਬ ਤਾਹਿਰ ਸਾਹਿਬ ਜੀ ਜੀ ਤੁਸੀਂ ਹਕੀਮ ਹੈ। ਇਮਾਨਦਾਰੀ ਨਾਲ ਦੱਸਿਓ, ਸੁਣਾ ਫਿਰ। ਇਮਾਨਦਾਰੀ ਨਾਲ ਤਾਹਿਰ ਸਾਹਿਬ ਮੇਰੀ ਗੱਲ ਸੁਣਿਓ, ਇਮਾਨਦਾਰੀ ਨਾਲ ਦੱਸਿਓ। ਚਲੋ ਜ਼ਿਆਦਾ ਮੇਰੀ ਤੁਹਾਡੀ ਇੰਨੀ ਵਾਕਫੀਅਤ ਪਾਕਿਸਤਾਨ ਨਸੀ ਹੈਗੀ, ਥੋੜੀ ਸੀ ਦੱਸੋ ਇਮਾਨਦਾਰੀ ਨਾਲ ਐਸ ਅੱਲਾ ਰੱਖਾ ਸਾਹਿਬ ਨੂੰ ਜਿੰਨਾ ਮੈਂ ਰਖੇ ਦੇ ਉੱਤੇ ਸਫ਼ਰ ਕਰਾਇਆ ਫ੍ਰੀ ਚ, ਉਹਨਾਂ ਇਹਨਾਂ ਨੂੰ ਕਦੀ ਕਿਸੇ ਇਹਨਾਂ ਦੀ ਔਲਾਦ ਨੇ ਵੀ ਕਦੀ ਕਰਾਇਆ ਸੀ? ਬੜਾ ਭਰਾਇਆ ਇਹਨੂੰ ਦਰਿਆ 'ਚ ਧੱਕਾ ਦੇ ਦਿੰਦਾ ਨਾ ਚੰਗਾ ਰਹਿਣਾ ਸੀ ਹਕੀਮ ਦੇਖੋ ਅੱਜ ਜਰਮਨ ਆ ਗਏ ਨੇ ਤੇ ਅੱਜ ਜੇਦੇ ਨੂੰ ਜਰਮਨ ਭੁੱਲ ਆ ਗਏ ਗਿਆ ਨੇ, ਹਕੀਮ ਇੱਥੇ ਵੀ ਅੱਜ ਦਵਾਈ ਜੇਦੇ ਖਾਂਦਾ ਨੂੰ ਹੀ ਭੁੱਲ ਗਏ ਨੇ। ਉਹ ਸਾਕੀ ਹਕੀਮ ਇੱਥੇ ਵੀ ਦਵਾਈ ਖਾਂਦਾ ਹੀ ਅੱਛਾ ਮੈਂ ਤਾਂ ਨਹੀਂ ਭਾਈ ਕੁਛ ਕਹਿਣਾ, ਮੈਂ ਤਾਂ ਜਾਣਦਾ ਤੈਨੂੰ ਨਹੀਂ ਨਹੀਂ, ਕਹਿਣਾ ਮੈਂ ਤਾਂ ਜਾਣਦਾ ਨਹੀਂ, ਮੈਂ ਤਾਂ ਨਹੀਂ ਭਾਈ ਕੁਛ ਵੀ ਕਹਿ ਸਕਦਾ ਨਾ। ਹਕੀਮ ਭੌਂਕਦਾ ਨਹੀਂ ਤੂੰ ਸਾਕੀ ਕਹਿ ਕੇ ਵੇਖ ਲਾ ਤੋਬਾ ਉਹ ਪਿੱਛੇ ਤੋਂ ਗਈ ਉਹ ਪਿੱਛੇ ਦੌੜ ਗਈ ਤੈਨੂੰ ਵੀ ਫੱਕੀ ਨਾ ਮਿਲੀ ਤਾਂ ਗੱਲ ਕਰ। ਜਾ ਹਕੀਮਾ ਬੁੱਤੀ ਰੋਲਤੀ ਉਹ ਗਾਲਾਂ ਕੱਢਣ ਡਿਆ ਤੇਰੇ ਗਾਲਾਂ ਸੁਣਨ ਡਿਆ ਉਹਨਾਂ ਨੂੰ ਫੋਨ ਆ ਗਿਆ ਕੋਈ ਆ ਲੈਣ ਦੇ ਉਹਨੇ ਲੋਕ ਜਿਹੜੇ ਵਾਪਸ। ਗਾਲਾਂ ਕੱਢਦੇ ਨੇ ਤਰਬੀਅਤ ਕਿੱਥੋਂ ਲੈ ਕੇ ਆਉਂਦੇ ਨੇ? ਪਤਾ ਨਹੀਂ ਕਿੱਥੋਂ ਲਾ ਕੇ ਆਉਂਦੇ ਨੇ ਹਕੀਮ ਵਰਗੇ ਨਹੀਂ ਦੇਖੋ ਹਕੀਮ ਸਾਹਿਬ ਜਿਹੜੇ ਨੇ ਹੁਣ ਫਿਰ ਵੀ ਘਟ ਗਏ ਨੇ, ਹੁਣ ਜਿਹੜਾ ਫਿਰ ਵੀ ਆ ਟਿਕਟੋਕ ਤੇ ਤੁਹਾਨੂੰ ਲੱਗਦਾ ਨਾ ਜ਼ਿਆਦਾ ਬੜੀਆਂ ਗਾਲਾਂ ਨੇ, ਕੱਢਦੇ, ਇਹ ਜ਼ਿਆਦਾ ਨੇ ਬੜੀਆਂ ਜੇ ਗਾਲਾਂ ਕੱਢਦੇ। ਇਹ ਯਕੀਨ ਕਰਕੇ ਜਾਣੋ ਜਦੋਂ ਪਾਕਿਸਤਾਨ ਹੁੰਦੇ ਸੀ ਨਾ, ਪਾਕਿਸਤਾਨ ਹੁੰਦੇ ਸੀ ਉਹ ਏਡੀ ਗੰਦੀ ਗਾਲ ਕੱਢਦੇ ਹੁੰਦੇ ਸੀ ਨਾ, ਗਲੀਆਂ ਦੇ ਪਿੱਛੇ ਇਹਨਾਂ ਨੂੰ ਬੱਚੇ ਤੰਗ ਕਰਦੇ ਹੁੰਦੇ ਸੀ ਤੇ ਇਹ ਅੱਗੇ ਅੱਗੇ ਹੁੰਦੇ ਸੀ ਤੇ ਬੱਚੇ ਪਿੱਛੇ ਪਿੱਛੇ, ਤੇ ਅਖੀਰ ਹੀ ਜਿਹੜਾ ਸੀ ਤੇ ਡਰਾਮਾ ਹੁੰਦਾ ਸੀ ਇਹਨਾਂ ਦੇ। ਉਦੋਂ ਤੇ ਬਹੁਤ ਜ਼ਿਆਦਾ ਕੱਢਦੇ ਸੀ, ਹੁਣ ਫਿਰ ਵੀ ਬਿਹਤਰ ਹੋ ਗਏ ਨੇ। ਉਹ ਨਾਸਰ ਦਵਾਖਾਨੇ ਦੇ ਅੱਛਾ ਪਿੱਛੇ ਤੁਸੀਂ ਬੈਠ ਕੇ ਪਾਕਿਸਤਾਨ ਘੋੜਦਾ ਤੋਂ ਹੁੰਦਾ ਜਾਣਦੇ ਹੋ ਇਹਨਾਂ ਸੀ ਨੂੰ? ਉਹ ਦਵਾਈਆਂ ਘੋੜਦਾ ਹੁੰਦਾ ਹਾਂਜੀ, ਸੀ ਪਿੱਛੇ ਪਾਕਿਸਤਾਨ ਬੈਠ ਤੋਂ ਕੇ ਜਾਣਨੇ ਆ ਤੇ ਹਾਂ ਹਾਂ ਨਾਸਰ ਦਵਾਖਾਨੇ ਦੇ ਪਿਛਲੇ ਪਾਸੇ ਦੱਸਦੇ ਤੇ ਪਏ ਨੇ ਕਿ ਮੇਰੇ ਰਕਸ਼ੇ ਦੇ ਪਿੱਛੇ ਕੋ ਹਾਂ ਚੱਲਦੇ ਰਕਸ਼ੇ ਦੇ ਵੀ ਪਿੱਛੇ ਚੜ ਜਾਂਦੇ ਤੇ ਮਤਲਬ ਰਕਸ਼ੇ ਦੇ ਘਮਾਉਂਦੇ ਹੁੰਦੇ ਨੇ। ਨਾਸਰ ਸਾਹਿਬ ਦਵਾਖਾਨੇ ਦੇ ਤੁਹਾਡੀ ਤੇ ਪਿਛਲੇ ਉਹਨਾਂ ਗੱਲ ਪਾਸੇ ਸੁਣ ਬੈਠ ਲੈਣੀ ਹੈ ਭਾਵੇਂ ਬੈਗ ਗਏ ਨੇ ਉਹ ਰਿਪੋਰਟਾਂ ਮਾਰਨ ਦੇ ਜੀ ਨੇ ਰਿਪੋਰਟਾਂ ਉਹਨੇ ਕੀ ਮਾਰਨੀਆਂ। ਨਹੀਂ ਰਿਪੋਰਟਾਂ ਨਹੀਂ ਮਾਰਦੇ ਉਹ ਭਾਵੇਂ ਸਾਡੇ ਤੇ ਦਰਖਾਸਤ ਦੇ ਦੇ ਯਾਰ ਇਹ ਐਵੇਂ ਗਾਲਾਂ ਕੱਢੀ ਜਾਂਦਾ ਕੋਈ ਗੱਲ ਕਰਨ ਵਾਲੀ ਸਮਝਾਇਆ ਤੇ ਯਾਰ ਹੁਣ ਬਥੇਰਾ ਸਮਝਾਉਂਦੇ
ਸਮਝਾਉਂਦੇ ਮੈਂ ਵੀ 2-4 ਖਾ ਲਈਆਂ ਨੇ। ਅੱਛਾ ਮਨਸੂਰ ਸਾਹਿਬ ਮੇਰਾ ਮਨਸੂਰ ਸਾਹਿਬ ਜਿਹੜਾ ਨਾ ਬੜੇ ਪਿਆਰ ਮੁਹੱਬਤ ਨਾਲ ਸਮਝਾਉਣ ਲੱਗੇ। ਉਹ ਅੱਗੋਂ ਮੈਂ ਅੱਛਾ ਉਹਨਾਂ ਆਖਿਆ ਚੱਲ ਪਰਾ ਤੂੰ ਵੀ ਫਲਾਣਿਆ। ਤੋਬਾ ਤੋਬਾ। ਨਹੀਂ ਅਸਲ ਗੱਲ ਮਨਜ਼ੂਰ ਸਾਹਿਬ ਇਹ ਵੇ ਇਨਸਾਨ ਨੇ ਕਿਸੇ ਨੇ ਨੇਕੀ ਕੀਤੀ ਹੋਏ ਨਾ ਉਹਦੀ ਨੇਕੀ ਕਦੀ ਨਾ ਭੁੱਲੋ। ਤੇ ਜਿਸ ਇਨਸਾਨ ਨੇ ਤੁਹਾਡੀ ਔਲਾਦ ਨਾਲੋਂ ਜ਼ਿਆਦਾ ਤੁਹਾਡੇ ਨਾਲ ਚਾਹਤ ਮੁਹੱਬਤ ਖਿਦਮਤ ਕੀਤੀ ਹੋਏ ਉਹਨੂੰ ਕਦੀ ਨਾ ਭੁੱਲੋ। ਦੇਖੋ ਬੋਤਲ ਲੱਭਣ ਗਏ ਫਿਰ ਆ ਗਈ। ਇੱਕ ਮਿੰਟ ਤਾਹਿਰ ਸਾਹਿਬ ਇੱਕ ਗੱਲ ਸੁਣਿਓ। ਤੁਸੀਂ ਕੁੱਤਾ ਘਰ ਪਾਲਦੇ ਹੋ ਨਾ ਤਾਂ ਕਿੰਨਾ ਵਫਾਦਾਰ ਹੁੰਦਾ ਹੈ ਤੇ ਇਨਸਾਨ ਨੂੰ ਕੁੱਤੇ ਨਾਲੋਂ ਜ਼ਿਆਦਾ ਵਫਾਦਾਰ ਹੋਣਾ ਚਾਹੀਦਾ ਹੈ। ਮਗਰ ਇਸ ਜ਼ਮਾਨੇ ਦੇ ਅੰਦਰ ਇਨਸਾਨ ਵਫਾਦਾਰ ਨਹੀਂ ਹੈਗਾ, ਸਿਰਫ ਜਾਨਵਰ ਵਫਾਦਾਰ ਰਹਿ ਗਿਆ ਹੈ। ਤੇ ਇਸ ਵਜ੍ਹਾ ਤੋਂ ਅੱਲਾ ਰੱਖਾ ਸਾਹਿਬ ਤੁਹਾਨੂੰ ਮੇਰੀ ਕਦਰ ਕਰਨੀ ਚਾਹੀਦੀ ਹੈ। ਨਹੀਂ ਹਕੀਮ ਰਾਸ਼ਦ ਦਾ ਨਾਮ ਤੁਸੀਂ ਕਿਹੜਾ ਫ੍ਰੀ ਕਮਾਉਂਦੇ ਹੋਗੇ ਉਹਨਾਂ ਕੋਲ ਪੈਸੇ ਲੈਂਦੇ ਹੋਵੋਗੇ। ਕੁੱਤੀ ਦੇ ਪੁੱਤਰਾ ਤੂੰ ਆਪਣੀ ਮਾਂ ਪਿਓ ਨੂੰ ਇਹ ਹਕੀਮ ਅੱਲਾ ਰੱਖਾ ਨਹੀਂ ਇਹ ਹਕੀਮ ਰਾਸ਼ਦ ਉਹ ਗਾਲਾਂ ਦਾ ਦੇ ਹਕੀਮ ਆ। ਉਹ ਤੂੰ ਕੁੱਤੀ ਦਾ ਪੁੱਤਰ ਹੈਗਾ ਇਸ ਵਾਸਤੇ ਤੈਨੂੰ ਕਹਿਣਾ ਲਾਜ਼ਮ ਹੈ। ਹਾਂ ਗਾਲਾਂ ਕਿ ਦਿੰਦਾ ਆਪਣੀ ਮਾਂ ਭੈਣ ਨੂੰ ਗਾਲਾਂ ਦੇ ਕੁੜੀ ਤੇਰੀ ਸੁਣਿਆ ਦੌੜ ਗਈ ਹੈ। ਝੂਠੇ ਹੋ ਹਕੀਮ ਉਹ ਬੁੱਢੀ ਤੇਰੀ ਕੀ ਕਰਨ ਡਈ ਹੈ। ਉਹ ਝੂਠਾ ਤੇਰੀ ਮਾਂ ਦੀ ਫੁੱਦੀ ਮੈਂ ਪੜਨ ਲਿਆ। ਨਹੀਂ ਫੈਮਿਲੀ ਤੇ ਨਹੀਂ ਜਾਣਾ ਬਿਲਕੁਲ ਨਹੀਂ ਇਹਦੀ ਮਾਂ ਦੀ ਫੁੱਦੀ ਤੁਸੀਂ ਵੀ ਹਕੀਮ ਸਾਹਿਬ ਤੁਸੀਂ ਵੀ ਅੱਗੇ ਜਿਹੜੀਆਂ ਗਾਲਾਂ ਕੱਢੀਆਂ ਉਹ ਹਦੀਸ ਸੁਣੀ ਹੈ ਕਿ ਕਿਸੇ ਅਗਰ ਕਿਸੇ ਦੇ ਮਾਂ-ਬਾਪ ਨੂੰ ਗਾਲੀ ਕੱਢੀ ਤੇ ਉਹਨੇ ਆਪਣੇ ਮਾਂ-ਬਾਪ ਨੂੰ ਗਾਲੀ ਕੱਢੀ ਮਨਸੂਰ ਉਹ ਸੁਣੀ ਜਾਂ ਹਕੀਮ ਸਾਹਿਬ ਹਦੀਸ। ਉਹ ਹਕੀਮ ਗਾਲਾਂ ਤੋਂ ਕੱਢਣਾ ਹਦੀਸ ਨਹੀਂ ਆਉਂਦੀ। ਉਹ ਹਕੀਮ ਗਾਲਾਂ ਕੱਢਣਾ ਸਾਰੀਆਂ ਹਦੀਸਾਂ ਜਿਹੜੀਆਂ ਨੇ ਉਹ ਹਕੀਮ ਸਾਹਿਬ ਵਾਸਤੇ ਹੀ ਨੇ। ਨਹੀਂ ਉਹ ਹਕੀਮ ਨਾਲ ਦਵਾਈ ਮੁੱਕੀ ਹੈ। ਹਕੀਮ ਸਾਹਿਬ ਤੁਸੀਂ ਮੈਨੂੰ ਹਕੀਮ ਸਾਹਿਬ ਗਾਲਾਂ ਕੱਢਣਾ ਸ਼ਾਹ ਛੋਟਾ ਭਾਈ ਕੱਢ ਲਓ। ਸਾਕੀ ਨੂੰ ਕੱਢੀਆਂ ਮਨਸੂਰ ਨੂੰ ਵੀ ਕੱਢਣ ਡਿਆ। ਹਕੀਮ ਸਾਹਿਬ ਮੇਰੀ ਗੱਲ ਸੁਣ ਲਓ ਇੱਕ ਮਿੰਟ। ਤਾਰ ਸਾਹਿਬ ਇੱਕ ਗੱਲ ਕਰਨੀ ਹੈ। ਤਾਰ ਸਾਹਿਬ ਇੱਕ ਮਿੰਟ। ਹਕੀਮ ਸਾਹਿਬ ਤੁਸੀਂ ਮੈਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ ਜੋ ਤਾਹਿਰ ਸਾਹਿਬ ਇੱਕ ਮਿੰਟ ਹੈ ਇੱਕ ਮਿੰਟ। ਹਕੀਮ ਸਾਹਿਬ ਤੁਸੀਂ ਮੈਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ ਜੋ ਤੁਹਾਡਾ ਦਿਲ ਕਰਦਾ ਕਰ ਲਓ। ਤੁਸੀਂ ਮੈਨੂੰ ਜਿਹੜਾ ਤੁਹਾਡਾ ਪਾਕਿਸਤਾਨ ਪਲਾਟ ਹੈ ਨਾ ਜਿਹੜਾ ਤੁਹਾਡਾ ਪਾਕਿਸਤਾਨ ਪਲਾਟ ਹੈ ਜਿਹਦੀ ਮੈਂ ਤੁਹਾਡੀ ਖਿਦਮਤ ਕੀਤੀ ਉਹ ਪਲਾਟ ਮੇਰੇ ਨਾਲ ਲਵਾ ਦਿਓ ਤੇ ਤੁਸੀਂ ਆਪਣੇ ਘਰ ਮੈਂ ਆਪਣੇ ਘਰ। ਸਾਨੀ ਸਾਹਿਬ ਨੂੰ ਕਈ ਕੁਝ ਕਹੀ ਜਾਂਦਾ ਪਿਆ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਸਾਨੀ ਸਾਹਿਬ ਨੂੰ। ਉਹਨਾਂ ਨੇ ਬੰਦੇ ਨੂੰ ਗਾਲਾਂ ਕੱਢਦਾ ਹੈ ਜਿਹੜਾ ਤੁਹਾਡਾ ਪਾਕਿਸਤਾਨ ਪਲਾਟ ਹੈ ਨਾ ਮੇਰੇ ਨਾਲ ਹਰ ਬੰਦੇ ਨੂੰ ਗਾਲਾਂ ਕੱਢਦਾ ਯਾਰ ਇਹ ਤੂੰ ਇਹ ਗਾਲੀ ਬਾਜ਼ ਹਕੀਮ ਹੈ। ਨੂੰ ਚੋਦ ਨਾ ਮੇਰੇ ਸਾਹਮਣੇ ਫਿਰ ਮੈਂ ਕਰ ਤੇਰੇ ਨਾਲ ਲਗਾ ਦੇਣਾ। ਤੋਬਾ ਜਿਹੜਾ ਪਾਕਿਸਤਾਨ ਪਲਾਟ ਹੈ ਉਹ ਮੇਰੇ ਨਾਲ ਕਰਾਉਣਾ। ਤੁਸੀਂ ਭੈਣ ਜੀ ਵਾਂਡੇ ਹੋ ਤੁਸੀਂ ਕਲਮੇ ਪੜਨ ਲਿਆ ਤੁਸੀਂ ਆਇਤਾਂ ਪੜਨ ਤੂੰ ਕਰਨ ਡਿਆ ਨਹੀਂ ਤੂੰ ਆਇਤਾਂ ਗਾਲਾਂ ਕੱਢਣ ਡਿਆ ਨਹੀਂ ਤੂੰ ਆਇਤਾਂ ਪੜਨ ਲਿਆ ਨਹੀਂ ਅਸੀਂ ਤੇ ਤੈਨੂੰ ਸਮਝਾਣ ਦੇ ਗਾਲਾਂ ਨਾ ਕੱਢ ਮੇਰੇ ਤੇ ਚੱਲ ਖਾਂ ਉਹ ਗਾਲਾਂ ਨਾ ਕੱਢ ਓਏ ਹਕੀਮ ਤੂੰ ਤੋਬਾ ਅਸਤਗਫੁਰullah ਯਾਰ ਦੇਖੋ ਕੋਈ ਬੰਦਾ ਬਦਤਮੀਜ਼ੀ ਗਾਲੀ ਨਹੀਂ ਕੱਢ ਰਿਹਾ ਤੇ ਅੱਲਾ ਰੱਖਾ ਸਾਹਿਬ ਕਹਿੰਦੇ ਨੇ ਤੂੰ ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਤੂੰ ਮੇਰੇ ਡੈਸ਼ ਤੇ ਚੜ। ਉਹ ਤੁਸੀਂ ਬੁੱਢੇ ਉਮਰੇ ਇਹੋ ਜਿਹੇ ਕੰਮਾਂ ਤੋਂ ਬਾਜ਼ ਨਹੀਂ ਆਉਂਦੇ ਅੱਲਾ ਰੱਖਾ ਸਾਹਿਬ। ਤੂੰ ਉੱਠਦਾ ਇਹਦਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ। ਤੂੰ ਆਪਣੀ ਮਾਂ ਤੇ ਚੜਨਾ ਤੈਨੂੰ ਸ਼ਰਮ ਨਹੀਂ। ਅੱਲਾ ਰੱਖਾ ਸਾਹਿਬ ਅੱਲਾ ਰੱਖਾ ਸਾਹਿਬ ਆਪਣੀ ਭੈਣ ਤੇ ਚੜਨ ਲੱਗਾ ਤੈਨੂੰ ਸ਼ਰਮ ਨਹੀਂ ਆਉਂਦੀ। ਹੁਣ ਮੇਰੇ ਹਕੀਮ ਭੈਣਾਂ ਦੀਆਂ ਗਾਲਾਂ ਨਾ ਕੱਢ ਮੈਂ ਤੈਨੂੰ ਸੱਤੋਂ ਤੇ ਮਾਮਾ ਭੈਣਾਂ ਤੇ ਨਾ ਜਾ ਏਡੀਆਂ ਗੰਦੀਆਂ ਗਾਲਾਂ ਨਾ ਕੱਢ। ਗਾਲਾਂ ਜੋ ਕੱਢਣਾ ਮਾਮਾ ਭੈਣਾਂ ਦੀਆਂ ਤੂੰ ਆਪਣੀ ਭੈਣ ਤੇ ਇਹੋ ਜਿਹੀਆਂ ਗੰਦੀਆਂ ਗੱਲਾਂ ਨਾ ਕਰ। ਨਹੀਂ ਆਪਣੀ ਭੈਣ ਤੇ ਚੜਨ ਲੱਗਾ ਸ਼ਰਮ ਨਹੀਂ ਆਉਂਦੀ। ਉਹ ਹਕੀਮੜ ਗਾਲਾਂ ਨਾ ਕੱਢ ਹਕੀਮੜ। ਤੁਸੀਂ ਆਪਣੀ ਮਾਂ ਤੇ ਨਾ ਚੜੋ। ਓਏ ਗਾਲ ਨਾ ਕੱਢੀਆਂ। ਉਹ ਤੂੰ ਭੈਣ ਚੋਦਾ ਮੇਰਾ ਲੰਨ ਪੁੱਟ ਲੈਣਾ। ਲੰਨ ਹੈ ਹੀ ਨਿਗਾਹ ਜਿਹਾ ਉਂਗਲ ਜਿੱਡਾ ਤੇ ਹੈਗਾ ਛੋਟੀ ਜਿਹੀ ਉਂਗਲ ਹੈ। ਰੰਡੀ ਦੀ ਔਲਾਦ ਥੱਲੇ ਵੇਖੋ ਉਹ ਕੀ ਕਹਿੰਦੇ ਨੇ। ਉਹ ਕਹਿੰਦੇ ਹਕੀਮ ਨੇ ਦਵਾਈ ਨਹੀਂ ਪੀਤੀ। ਨਹੀਂ ਉਹ ਕਹਿੰਦੇ ਨੇ ਇਹ ਕੁੱਤੀਆਂ ਦੀ ਸ਼ੁਆਇਬ ਰਾਜਾ ਕੀ ਕਹਿੰਦਾ ਮਰਦਈ ਤੁਹਾਨੂੰ ਉਹ ਆਂਦਾ ਹਕੀਮ ਨੇ ਦਵਾਈ ਨਹੀਂ ਖਾਦੀ। ਉਹ ਤੁਹਾਨੂੰ ਜਹਿਲਾਂ ਨੂੰ ਗਾਲਾਂ ਕੱਢਣ ਡਿਆ ਹੈ। ਤੂੰ ਹੈ ਹੀ ਸ਼ੁਆਇਬ ਰਾਜਾ ਦਾ ਭਰਾ ਹੈ। ਤੂੰ ਕਿਹੜਾ ਅਮਦੀ ਹੈ ਤੇ ਤੂੰ ਕਿਹਦਾ ਭਰਾ ਹੈ ਕੰਜਰੀ ਦਾ। ਉਹ ਤੇਰੀ ਭੈਣ ਹੋਣੀ ਹੈ। ਤੇਰੀ ਕੰਜਰੀ ਭੈਣ ਮੇਰੀ ਨਹੀਂ ਹੋ ਸਕਦੀ। ਤੇਰੀ ਮਾਂ ਗਸ਼ਤੀ ਮੇਰੀ ਨਹੀਂ ਹੋ ਸਕਦੀ। ਮਤਲਬ ਓਏ ਗਾਲ ਨਾ ਕੱਢੀ।
ਤੂੰ ਗਸ਼ਤੀ ਦਾ ਪੁੱਤਰ ਹੈਗਾ। ਮੈਂ ਤੈਨੂੰ ਦੱਸੇ ਗਾਲ ਨਾ ਕੱਢੀ ਉਹ ਕੀ ਮਾਂ ਤੂੰ ਪਾਗਲ ਹੈਗਾ। ਤੂੰ ਮੇਰਾ ਲੰਨ ਪੁੱਟ ਤੇ ਪਾਗਲ ਹੀ ਗਾਲਾਂ ਕੱਢਣ ਡਿਆ ਤੂੰ ਮੇਰਾ ਲੰਨ ਪੁੱਟ ਲੈਣਾ। ਗੋਲ ਨਾ ਕੱਢੀ ਹਕੀਮ ਸਾਹਿਬ, ਨਹੀਂ ਤੂੰ ਮੇਰਾ ਲੰਨ ਪੁੱਟ ਹਕੀਮ ਲੈ, ਸਾਹਿਬ ਪੁੱਟ ਲੈ। ਮੈਂ ਪਿੱਛੇ ਦੇ ਦੇਣਾ ਤੇਰਾ ਪੁੱਟ ਕੇ ਚੁੱਪੇ ਲਾ ਲੈ ਫਿਰ। ਉਹ ਮੈਂ ਮਰ ਤੇਰਾ ਗਿਆ ਹੈ ਤੇਰੇ ਆਪਣੀ ਚੁੱਪੇ ਭੈਣ ਨੂੰ ਵੀ ਲਗੋ। ਉਹ ਇਸ ਬੰਦੇ ਨੂੰ ਅੱਲਾ ਪਾਕ ਚੁੱਕ ਲੈ, ਇਸ ਬੰਦੇ ਨੂੰ ਇਹ ਕੀ ਉਹ ਬੰਦਾ ਯਾਰ ਹੈ, ਇਹ ਕਿੱਡਾ ਉਹ ਗੰਦੀਆਂ ਕਿੱਡਾ ਗਾਲਾਂ ਕੁੜੀ ਕੱਢਦਾ ਆ ਵੇਖੋ 86 ਯਾਰ। ਸਾਲ ਦਾ ਗਾਲਾਂ ਕੱਢਣ ਡਿਆ। ਤੁਸੀਂ ਹੈ ਹੀ ਭੈਣ ਉਹ ਵੇਖੋ 86 ਸਾਲ ਦਾ ਬੰਦਾ ਗਾਲਾਂ ਕੱਢਣ ਡਿਆ। ਚੋਦ ਤੁਸੀਂ ਹੈ ਹੀ ਭੈਣ ਓਏ ਹੋਏ ਹੋਏ ਵੇਖ ਗਾਲ ਕੱਢਦਾ। ਮਾਦਰ ਚੋਦ ਓਏ ਹੋਏ ਵੇਖ ਫੇਰ ਗਾਲ ਤੋਬਾ ਯਾਰ ਲੱਤਾਂ ਝੜੀਆਂ ਅੱਲਾ ਰੱਖਾ ਸਾਹਿਬ, ਹਕੀਮ ਰਾਸ਼ਦ ਸਾਹਿਬ ਦੋਵੇਂ ਤਿੰਨੇ ਚਾਰੇ ਜਿਹਨਾਂ ਤੇ ਕਿੱਡੀ ਕਿੱਡੀ ਗੰਦੀ ਗਾਲ ਗਾਲਾਂ ਕੱਢਦੇ ਕੱਢਣਾ। ਤੇਰੇ ਤੁਹਾਡੀਆਂ ਗੰਦੇ ਤੋਬਾ ਸਿਰ ਤੋਬਾ, ਤੇਰੇ ਨੂੰ ਉਹ ਕਬਰਾਂ ਚ ਪਏ ਨੇ ਤੁਹਾਡੇ। ਤੁਸੀਂ ਦੋਜ਼ਖ ਚ ਤੋਬਾ ਐਸੇ ਟਾਈਮ ਦੋਜ਼ਖ ਚ ਗਏ, ਅਜ਼ਾਬ ਚ ਪਏ। ਤੋਬਾ ਤੋਬਾ ਇਹ ਬੰਦਾ ਕਿੱਡਾ ਗਾਲੀਬਾਜ਼ ਜੇ ਯਾਰ, ਗਾਲੀਬਾਜ਼ ਬੰਦਾ ਜੇ। ਤੂੰ ਭੈਣ ਚੋਦਾ, ਤੂੰ ਤਾਂ ਨਹੀਂ ਗਾਲੀਬਾਜ਼। ਉਹ ਹਸਪਤਾਲ ਨੂੰ ਛੁੱਟ ਕੇ ਆ ਗਿਆ ਹਕੀਮ। ਨਹੀਂ ਤੂੰ ਭੈਣ ਚੋਦਾ ਸਾਕੀ ਤੂੰ ਕਿ ਦੰਦ ਕੱਢਣ ਡਿਆ ਯਾਰ। ਸਾਕੀ ਤੇਰੀ ਮਾਂ ਦੀ ਫੁੱਦੀ ਚੋੜਨ ਡਿਆ। ਸਾਕੀ ਵੇਲਾ ਤੈਨੂੰ ਵੀ ਗਾਲ ਕੱਢ ਗਈ। ਹੁਣ ਆਰਾਮ ਹੀ ਨਾ, ਮੈਂ ਚੁੱਪ ਕਰਕੇ ਮਿਊਟ ਕਰਕੇ ਬੈਠਾ ਹੋਇਆ ਵਾਂ। ਸੁਣ ਲੈ ਹੁਣ। ਸਾਕੀ ਮੇਰਾ ਯਾਰ ਹੈ, ਉਹਨੂੰ ਨਾ ਹਕੀਮ ਗਾਲ ਰਾਸ਼ਦ ਕੱਢੀ। ਜਿਹੜਾ ਨਾ, ਹਕੀਮ ਰਾਸ਼ਦ ਬਹੁਤ ਗਾਲੀਬਾਜ਼ ਬੰਦਾ ਹੈ ਯਾਰ। ਤੈਨੂੰ ਨਹੀਂ ਹਕੀਮ ਗੱਲ ਰਾਸ਼ਦ ਇਹਦੇ ਪੋਤੀ ਦਾ ਰਿਸਪੈਕਟ ਦੇ ਰਹੇ ਸੀ, ਪੁੱਤਰ ਇੱਜ਼ਤ ਦੇ ਰਹੇ ਸੀ, ਬਹੁਤ ਗਾਲੀਬਾਜ਼ ਬੰਦਾ ਹੈ। ਬਹੁਤ ਵੱਡਾ ਗਾਲੀਬਾਜ਼ ਹੈ ਹਕੀਮ ਸਾਹਿਬ ਮੈਨੂੰ ਪਤਾ ਤੁਸੀਂ ਮੈਨੂੰ ਨਹੀਂ ਕੱਢੀ, ਇਹਨਾਂ ਦਾ ਦਿਲ ਹੈ ਕਿ ਮੈਨੂੰ ਤੁਸੀਂ ਕੱਢੋ। ਛੇੜਨ ਇਹ ਤੇ ਗਾਲਾਂ ਮੈਨੂੰ ਪੈਣ। ਪੂਰੇ ਮੈਂ ਨਹੀਂ ਕੱਢਾਗਾ। ਸਾਕੀ ਬਦਨਾਮ ਕਰਨ ਡਿਆ ਉਹ ਹਕੀਮ ਰਾਸ਼ਦ ਜਿਹੜਾ ਨਾ, ਹਕੀਮ ਰਾਸ਼ਦ ਇਹਨੇ ਸਾਰੀ ਉਮਰ ਪਤਾ ਕੀ ਕੀਤਾ ਹੈ, ਤੇਰੀ ਮਾਂ ਇਹਨੇ ਸਾਰੀ ਉਮਰ ਪਤਾ ਕੀ ਕੀਤਾ। ਸਾਰੀ ਉਮਰ ਤਾਰ ਸਾਹਿਬ ਮੇਰੀ ਗੱਲ ਸੁਣੋ, ਇਹਨੇ ਸਾਰੀ ਉਮਰ ਤੈਨੂੰ ਪਤਾ ਹੈ ਤੇ 2-3 ਪਰਚੇ ਵੀ ਹੋਏ ਸੀ ਪਾਕਿਸਤਾਨ। ਇਹ ਜਿਹੜਾ ਸੀ ਤੇ ਇਹਦੀ ਦੁਕਾਨ ਸੀ ਨਾ, ਹਕੀਮ ਸੀ। ਇਹ ਪਤਾ ਕੀ ਕਰਦਾ ਸੀ, ਫੱਕੀਆਂ ਬਣਾ ਕੇ ਨਾ, ਫੱਕੀਆਂ ਆਪਣੇ ਕੋਲੋਂ ਹੀ ਉਹਨਾਂ ਦੇ ਵਿੱਚ ਬੈਗਰਾ ਪਾ ਕੇ ਨਾ ਤੇ ਲੋਕਾਂ ਨੂੰ ਆਂਦਾ ਸੀ ਇਹ ਬੜੀ ਅੱਛੀ ਦਵਾਈ ਹੈ। 100 ਰੁਪਏ ਦੀ ਬੈਗਰਾ ਦੀ ਗੋਲੀ ਪਾ ਕੇ 20,000 ਰੁਪਇਆ ਲੋਕਾਂ ਕੋਲ ਲੈਂਦਾ ਸੀ। ਤੇਰੀ ਮਾਂ ਦੀ ਫੁੱਦੀ ਚ ਬਿਲਕੁਲ ਫੱਕੀਆਂ ਬਣਾ ਕੇ ਉਹ ਲੋਕਾਂ ਨੂੰ ਤੂੰ ਆਪਣੀ ਚ ਵੀ ਦਿੰਦਾ ਰਿਹਾ ਸੁਣਿਆ। ਤੇਰੀ ਭੈਣ ਦੀ ਫੁੱਦੀ ਚ ਦਿੰਦਾ ਰਿਹਾ। ਹੁਣ ਅੱਗੇ ਆਪਣੇ ਕੋਲੋਂ ਫੱਕੀਆਂ ਘੋਟ ਕਾਟ ਕੇ ਨਾ ਵਿੱਚ ਬੈਗਰਾ ਦੀ ਗੋਲੀ ਸੁੱਟ ਕੇ ਤੇ 20,000 ਰੁਪਇਆ ਲੋਕਾਂ ਕੋਲ ਲੈਂਦਾ ਰਿਹਾ ਤੇ 100 ਰੁਪਏ ਦੀ ਬੈਗਰਾ ਪਾ ਕੇ। ਹਕੀਮ ਬੜਾ ਹਰਾਮ ਕਰਦਾ ਸੁਣਿਆ। ਭੈਣ ਚੋਦਾ ਤੇਰੀ ਉਮਰ ਉਨੀ ਨਹੀਂ ਜਿੰਨੀ ਮੈਂ ਇੱਥੇ ਪਾਕਿਸਤਾਨ ਜਰਮਨ ਚ। ਹਕੀਮਾਂ ਦੇ ਤੇਰੇ ਪਿਓ ਦਾ ਨਹੀਂ ਪਤਾ ਤੇ ਤੇਰੇ ਪਿਓ ਦਾ ਪਤਾ। ਮੁਫਤੀ ਮਸ਼ਰਾਂ ਦੇ ਤੇਰਾ ਪਿਓ ਹੈ। ਉਹ ਜਿਹੜਾ ਉਹ ਤੇਰੇ ਅੱਛਾ ਉਹਨੇ ਦੱਸਿਆ ਨਹੀਂ ਤੈਨੂੰ ਕਿ ਤੇਰੀ ਬਾਂਹ ਦਾ ਠੋਕੂ ਹੈ। ਓਏ ਭੌਂਕਣਾ ਕੁੱਤਿਆ, ਹਕੀਮ ਗਾਲਾਂ ਕੱਢ ਦਿਆ। ਖਾਦੂ ਲੰਗੜਾ ਤੇਰੀ ਮਾਂ ਦੇ ਉੱਤੇ ਚੜਿਆ ਸੀ ਜਦੋਂ ਉਹਨੂੰ ਟੀਕਾ ਲਗਾ ਕੇ ਜ਼ਹਿਰ ਦਾ ਮਾਰਿਆ ਸੀ ਉਹਨੂੰ, ਉਦੋਂ ਤੇਰੀ ਮਾਂ ਦੇ ਉੱਤੇ ਚੜਿਆ ਸੀ। ਤੇ ਸੁਣਿਆ ਤੂੰ ਵੀ ਆਪਣੀ ਮਾਂ ਤੇ ਚੜਿਆ ਹਕੀਮ। ਤੇਰੀ ਮਾਂ ਤੇ ਖਾਦੂ ਲੰਗੜਾ ਚੜਿਆ ਸੀ। ਓਏ ਗਾਲ ਨਾ ਕੱਢੀਆਂ ਤੇਰੀ ਮਾਂ ਦੇ ਉੱਤੇ ਖਾਦੂ ਲੰਗੜਾ ਚੜਿਆ। ਬੋਲ ਦਵਾਈ ਖਾ ਜਾ। ਖਾਦੂ ਲੰਗੜਾ ਆਪਣੀ ਕਬਰ ਚ ਓਏ ਕੁੱਤੀ ਦਾ ਚੱਲ ਜਾ ਕੇ ਪੀ ਕੇ ਸੌਂ। ਉਹ ਹਕੀਮ ਦਵਾਈ ਖਾ ਲਈ ਓ ਤੇਰੀ ਮਾਂ ਦਾ ਪੁੱਤ ਹਕੀਮ। ਖਾਦੂ ਲੰਗੜਾ ਕਬਰ ਚ ਉਹ ਹਕੀਮ ਲਾਂਤੀਆ, ਉਹ ਹਰਾਮਜ਼ਾਦਿਆ ਹਕੀਮ ਦਵਾਈ ਖਾ ਲਈ ਓ। ਉਹ ਹਕੀਮ ਕਬਰ ਚ ਜ਼ਿੰਦਾ ਹੀ ਉਹ ਕੁੱਤੀ ਦੇ ਪੁੱਤਰ, ਉਹ ਹਰਾਮਜ਼ਾਦਿਆ ਗਾਲਾਂ ਕੱਢਣਾ। ਕਿਉਂ ਗਾਲਾਂ ਕੱਢਣਾ ਹਕੀਮਾ? ਉਹ ਖਾਦੂ ਲੰਗੜਾ ਕਿਉਂ ਗਾਲਾਂ ਕੱਢਣਾ ਓਏ? ਟਕ ਕਰ ਰਿਹਾ ਤੇਰੀ ਮਾਂ ਨੂੰ। ਕਿਉਂ ਗਾਲਾਂ ਕੱਢਣਾ ਹਰਾਮਜ਼ਾਦਿਆ? ਕਿੱਡਾ ਬੁੱਢਾ ਬੇਸ਼ਰਮ ਹੈ ਯਾਰ, ਐਡਾ ਬੇਸ਼ਰਮ ਐਡਾ ਗੰਦਾ ਬੁੱਢਾ, ਐਡਾ ਗੰਦਾ ਬੁੱਢਾ ਦੁਨੀਆ ਦੇ ਉੱਤੇ ਬੜਾ ਘੱਟ ਵੇਖੋਗੇ ਜਿਹੜਾ ਇਹ ਗੰਦਾ ਬੁੱਢਾ ਹੈ। ਤੋਬਾ ਤੋਬਾ ਯਾਰ, ਇੰਨੀਆਂ ਗਾਲਾਂ ਕੱਢਣ ਡਿਆ, ਇੰਨੀਆਂ ਗਾਲਾਂ ਕੱਢਦਾ ਯਾਰ। ਆਪਣੀ ਭੈਣ ਦੀ ਗਾਲਾਂ ਕੱਢਦਾ ਬਹੁਤ ਵੱਡਾ ਗਾਲੀਬਾਜ਼ ਹੈ ਇਹ, ਬਹੁਤ ਵੱਡਾ ਗਾਲੀਬਾਜ਼। ਉਹ ਮੇਰੇ ਖੁਦਾਇਆ ਉਹ ਸਾਥੀ ਦੇ ਕਿਉਂ ਬੰਦੇ ਹੋ ਮਨਸੂਰ ਸਾਹਿਬ? ਬਾਜ਼ ਆਵੋ, ਤੁਸੀਂ ਵੀ ਬਾਜ਼ ਆਵੋ। ਜਿੰਨਾ ਉਹਨੂੰ ਤੁਸੀਂ ਕਹੋਗੇ ਗਾਲਾਂ ਕੱਢਦੇ ਉਹਨੇ ਉਨਾ ਹੀ ਗਾਲਾਂ ਕੱਢਣੀਆਂ। ਜਿੰਨਾ ਤੁਸੀਂ ਕਹੋਗੇ ਨਾ ਨਹੀਂ ਗਾਲਾਂ ਕੱਢਿਆ ਤੇ ਉਹ ਨਹੀਂ। ਮਨਸੂਰ ਸਾਹਿਬ ਮੇਰੀ ਗੱਲ ਤੇ ਸੁਣੋ, ਮੇਰੀ ਗੱਲ ਸੁਣੋ। ਦੇਖੋ ਤੁਸੀਂ ਮਾਸ਼ਾਅੱਲਾ ਪੜ੍ਹੇ ਲਿਖੇ ਹੋ, ਵੈਲ ਐਜੂਕੇਟਿਡ ਉਹਨੇ ਮਨਸੂਰ ਨੂੰ ਵੀ ਕਰਤੀ ਆ। ਤੁਸੀਂ ਨਹੀਂ ਮਨਸੂਰ ਸਾਹਿਬ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਮਨਸੂਰ ਨੇ ਇਹੋ ਜਿਹੇ ਗੰਦੇ ਬੰਦੇ ਦੇ ਨਾਲ ਕਿਉਂ ਬੈਠਦੇ ਜਿਹੜਾ ਗਾਲੀ ਪਾਸ ਹੈ? ਤੇਰੀ ਮਾਂ ਨੂੰ ਨਹੀਂ ਯਦਣਾ। ਉਹਨੇ ਮਨਸੂਰ ਨੂੰ ਵੀ ਕਰਤੀ ਓ। ਨਹੀਂ ਮੈਂ ਮਨਸੂਰ ਨੂੰ ਨਹੀਂ ਕਿਹਾ, ਮੈਂ ਕਿਹਾ ਮਨਸੂਰ ਨੇ ਬਹੁਤ ਵੱਡਾ ਸਾਹਿਬ ਇਹੋ ਜਿਹੇ ਬੰਦੇ ਦੇ ਨਾਲ ਨਾ ਪਿਆ ਕਰੋ। ਤੁਸੀਂ ਪੜ੍ਹੇ ਲਿਖੇ ਬੰਦੇ ਹੋ
ਤੇ ਆਲਮ ਆਦਮੀ ਉਹਦਾ ਹੈ ਤੇ ਗੰਦਾ ਬਹੁਤ ਬੰਦਾ ਹੈ। ਬੰਦਾ ਹਕੀਮ ਇਹ ਤਾਂ ਯਾਰ। ਸਾਰਾ ਦਿਨ ਗਾਲਾਂ ਕੱਢਦਾ ਰਹਿੰਦਾ ਤੇ ਉੱਥੇ ਬਾਜ਼ਾਰਾਂ 'ਚ ਕੁੜੀਆਂ ਨੂੰ ਵੇਂਦਾ ਰਹਿੰਦਾ ਖਲੋ ਖਲੋ ਕੇ ਮੋੜਾਂ ਦੇ ਉਹ ਉੱਤੇ। ਇਹ ਸ਼ਰਾਬ ਪੀ ਕੇ ਤੇ ਉੱਥੇ ਨੱਚਦਾ ਹੁੰਦਾ ਜੇ ਸੜਕਾਂ ਦੇ ਉੱਤੇ। ਤੇਰੇ ਮੂੰਹ ਤੇਰੀ ਸਹੀ ਭੈਣ ਗੱਲ ਆ, ਚੋਦ ਸਾਕੀ। ਝੂਠੇ ਜਿੰਨਾ ਮਰਜ਼ੀ ਇਹ ਝੂਠ। ਨਾ ਉੱਥੇ ਸੜਕਾਂ ਦੇ ਉੱਤੇ ਡਾਂਸ ਕਰਦਾ ਹੀ। ਤੇਰੀ ਮਾਂ ਦੇ ਫੁੱਦੇ ਦੇ ਉੱਤੇ ਫਰੈਂਕਫੋਰਟ ਚੜ੍ਹ ਕੇ ਬਾਨ ਡਾਂਸ- ਹਾਫ ਤੇ ਨੱਚਦਾ ਹੀ। ਤੇਰੀ ਮਾਂ ਦੇ ਫੁੱਦੇ ਉੱਤੇ ਚੜ ਕੇ ਸੁਣ ਲੈ ਹੋਰ ਸੁਣ ਲੈ। ਅਸਤਗਫੁਰੁੱਲਾਹ, ਏਦਾਂ ਗੰਦਾ ਮੈਂ ਜਾ ਰਿਹਾ ਯਾਰ, ਇਹ ਅੱਛਾ। ਬਹੁਤ ਗਾਲਾਂ ਦਿੰਦਾ। ਅੱਛਾ ਤੂੰ ਜਾ ਹਕੀਮ ਭੈਣ। ਸਾਹਿਬ, ਜਾ ਤੇਰੀ ਹਕੀਮ ਭੈਣ ਸਾਹਿਬ। ਉੱਥੇ ਖਾਦੂ ਲੰਗੜੇ ਦੇ ਕੋਲ ਚਦਵਾਨ ਡਈ ਆ, ਜਾ ਉਹਨੂੰ ਰੋਕ ਲੈ। ਨਹੀਂ ਹਕੀਮ ਮੈਂ ਸਾਹਿਬ ਜਾ ਰਿਹਾ ਤੁਸੀਂ ਥੱਲੇ, ਉਹ ਤੂੰ ਹਕੀਮ ਜਾ ਸਾਹਿਬ ਆਪਣੀ ਤੁਸੀਂ ਭੈਣ। ਥੱਲੇ ਲਿਖਣ ਦੇ ਹਕੀਮ ਰਾਸ਼ਦ ਮਿਰਜ਼ਾ ਸਾਹਿਬ ਕੀ ਕਬਰੂਜ਼ ਹੈ। ਓਏ ਹੋਏ ਨਹੀਂ ਤੋਬਾ ਤੋਬਾ, ਇੱਕ ਇੰਨੀਆਂ ਗਾਲਾਂ ਮੈਂ ਮਿੰਟ ਜਾ ਤਾਰ ਰਿਹਾ ਯਾਰ। ਸਾਹਿਬ, ਤਾਰ ਸਾਹਿਬ ਇਹਨਾਂ ਕੋਲ ਇਹ ਪੁੱਛਣਾ ਹੈ, ਮੈਂ ਇਹਨਾਂ ਨੂੰ ਇਹ ਨਹੀਂ ਪੁੱਛਣਾ ਹੈ ਗਾਲਾਂ ਕੱਢਦਾ। ਜਿਹੜਾ ਇਹਨਾਂ ਨੇ ਲੰਗੜੇ ਦੀ ਗੇ ਨਜਾਇਜ਼ ਕੇਸ ਔਲਾਦ ਕੀਤਾ ਹੈ। ਸੀ। ਤੂੰ ਅੱਲਾ ਖਾਦੂ ਰੱਖਾ ਲੰਗੜੇ ਸਾਹਿਬ, ਦੀ ਨਜਾਇਜ਼ ਉਹ ਗੱਲ ਤੇ ਉਹ ਤੂੰ ਸੁਣ ਲਓ ਹਕੀਮ ਸਾਹਿਬ, ਖਾਦੂ ਗੱਲ ਲੰਗੜੇ ਸੁਣੋ। ਦੀ ਨਜਾਇਜ਼ ਜਿਹੜਾ ਔਲਾਦ ਹੈ ਜਿਹੜਾ ਤੂੰ। ਤੁਸੀਂ ਗੇ ਭੈਣ ਕੇਸ ਚੋਦਾ ਕੀਤਾ ਸੀ, ਆ ਖਾਦੂ ਕੇ ਲੰਗ- ਗੇ ਬਣੇ ਤੇਰੀ ਸੋ ਮਾਂ ਦੇ ਉਹਦਾ ਫੁੱਦੀ ਕੋਈ ਉੱਤੇ ਪ੍ਰੋਸੈਸ ਕੇਸ ਦੱਸਿਓ ਕੀਤਾ। ਜੇ। ਤੇਰੀ ਮਾਂ ਉਹ ਦੀ ਜਿਹੜਾ ਫੁੱਦੀ ਗੇ ਉੱਤੇ ਬਣੇ ਕੇਸ ਹੋ ਕੀਤਾ ਤੁਸੀਂ। ਸੀ। ਤੇਰੀ ਮਾਂ ਦੀ ਉਹ ਫੁੱਦੀ ਚੱਲ ਇਹ- ਹਕੀਮ ਇਹ ਗਾਲਾਂ ਵਾਲਾ ਨਾ ਕੱਢ, ਉਹਦੀ ਤੇਰੀ ਗੱਲ ਭੈਣ ਕਰ। ਦਾ ਉਹ ਫੁੱਦਾ ਪਾੜਿਆ ਹਕੀਮ ਸੀ ਮੈਂ। ਉਹ ਹਕੀਮ ਆ। ਭੈਣ ਦਾ ਨਹੀਂ ਤੇ ਤੁਸੀਂ ਅਮਨ ਗੇ ਜੀ ਨਾਲ ਕੇਸ ਬਹੁਤ ਨਹੀਂ ਗਾਲਾਂ ਕੀਤਾ, ਤੂੰ ਆਪ ਹੀ ਕਿਹਾ ਸੀ ਮੈਂ ਗੇ ਬਣ ਕੇ ਕੇਸ ਤੇਰੀ ਕੀਤਾ ਸੀ। ਭੈਣ ਦੇ ਫੁੱਦੇ ਉੱਤੇ ਕੇਸ ਕੀਤਾ ਸੀ। ਆ ਜਾ ਉਹ ਹਕੀਮ ਥੱਲੇ ਅਮਨ ਜੀ ਲਿਖਣ ਡਿਆ, ਇਹ ਹਕੀਮ ਇੱਕ ਲਾਂਤੀ ਤੇ ਸਾਡਾ ਬੰਦਾ ਹੈ। ਉਹ ਅਮਨ ਜੀ ਦਾ ਕਮੈਂਟ ਆਇਆ ਜੀ। ਨਹੀਂ ਉਹ ਨਹੀਂ ਯਾਰ, ਮੈਂ ਕਿਸੇ ਨੂੰ ਦੱਸਣਾ, ਮੈਨੂੰ ਦੱਸਿਓ ਥੋੜਾ ਜਿਹਾ ਪ੍ਰੋਸੈਸ ਹਕੀਮ ਸਾਹਿਬ। ਮੈਂ ਤਾਂ ਤੇਰੀ ਜਿਹੜਾ ਭੈਣ ਦਾ ਬੰਦਾ ਗੇ ਵਾਲਾ ਕੇਸ ਕੀਤਾ ਹੈ ਤੂੰ। ਮੈਂ ਤੁਸੀਂ ਤੇਰੀ ਮਾਂ ਨੂੰ ਗੇ ਨਸੀ ਤੇਰੀ ਮਾਂ ਦਾ ਠੋਕੂਗਾ ਮੈਂ ਤੇ ਨਹੀਂ, ਤੁਸੀਂ ਗੇ ਵਾਲਾ ਤੇਰੀ ਮਾਂ ਦਾ ਠੋਕੂਗਾ। ਉਹ ਤੁਸੀਂ ਤੇ ਆਪ ਇੰਨੇ ਤੁਸੀਂ ਬਗੈਰ ਦੱਸਿਆ ਸੀ ਤੇ ਮੈਂ ਜਦੋਂ ਆਇਆ ਸੀ ਤੇ ਕੇਸ ਨਸੀ ਪਾਸ ਹੁੰਦਾ, ਮੈਂ ਗੇ ਬਣ ਗਿਆ ਸੀ। ਮੈਂ ਗਾਲਾਂ ਕੱਢ ਛੜੀਆਂ। ਤੁਸੀਂ ਅਗਰ ਤੁਹਾਡੇ ਚ ਗੈਰਤ ਹੁੰਦੀ ਨਾ, ਹੁਣ ਤੁਸੀਂ ਮਰ ਜਾਣਾ ਸੀ। ਤੁਸੀਂ ਨਹੀਂ, ਕਿਉਂ ਤੁਸੀਂ ਤੂੰ ਆਪ ਕੱਢ ਹੀ ਕਿਹਾ ਗਾਲਾਂ ਸੀ ਮੈਂ ਪਈ ਗੇ ਇੱਥੇ ਸਾਂ। ਪੇਸ਼ ਕਰ। ਬੇਗੈਰਤ ਠੰਡੇ ਬਗੈਰ ਉਹ ਵੇ ਸ਼ੇਬਰਾ ਦਾ ਲਿਖਣ ਡਿਆ ਹਕੀਮ ਗਾਲੀ ਬਾਜ਼। ਉਹ ਜੋ ਮਰਜ਼ੀ ਕਰੇ, ਉਹ ਸਹੀ ਕਹਿਣ ਡਿਆ। ਉਹ ਤੇਰੀ ਮੈਂ ਤੇਰੀ ਉਹ ਬਰੇਲਵੀ ਵੀ ਤੁਹਾਨੂੰ ਹਕੀਮ ਗਾਲਾਂ ਸਾਹਿਬ ਕੱਢਦਾ। ਤੁਸੀਂ ਖੁਦ ਹੀ ਦੱਸਿਆ ਸੀ ਤੇ ਮੈਂ ਗੇ ਸਾਂ। ਹਾਂ, ਤੇਰੀ ਮਾਂ ਨੂੰ ਮੈਂ ਚੋਦ ਰਿਹਾ ਹਕੀਮ ਤੈਨੂੰ ਬਰੇਲਵੀ ਵੀ ਗਾਲਾਂ ਆਪਣੀ ਕੱਢਣ ਮਾਂ ਦੀ। ਨੂੰ ਨਹੀਂ, ਆਪਣੀ ਮਾਂ ਨੂੰ ਪੁੱਛ। ਨਹੀਂ ਮੈਨੂੰ ਓਏ, ਪ੍ਰੋਸੈਸ ਹਕੀਮ ਦਾ ਸਾਹਿਬ, ਛੱਡੋ, ਚੁੱਪ ਤਰੀਕਾ ਕਰਕੇ ਕਰ ਗਾਲਾਂ ਦੱਸੋ ਕੱਢੀ। ਗੇ ਵਾਲਾ ਆਪਣੀ ਕੇਸ ਕਰਨ ਦਾ। ਉਹ ਭੈਣ ਚੋਦਾ ਆਪਣੀ ਮਾਂ ਨੂੰ ਪੁੱਛ। ਨਹੀਂ, ਉਹ ਜਿਹੜਾ ਤੁਸੀਂ ਗੇ ਵਾਲਾ ਕੇਸ ਕੀਤਾ ਸੀ, ਮੈਨੂੰ ਤਰੀਕਾ ਕਰ ਦੱਸੋ। ਸ਼ਾਹਰੁਖ ਆਪਣੀ ਨੂੰ ਮਾਂ ਕੋਈ ਨੂੰ ਜਵਾਬ ਪੁੱਛ, ਨਾ ਆਪਣੀ ਦੋ, ਮਾਂ ਇਹਨੂੰ ਨੂੰ ਕੱਢਣ ਨੂੰ ਪੁੱਛ। ਗਾਲਾਂ ਕੱਢ ਗਾਲਾਂ ਤੇਰੀ ਮਾਂ ਨੂੰ ਆਪਣੀ ਨੂੰ ਪੁੱਛ। ਕੱਢ ਗਾਲਾਂ। ਭੈਣ ਚਲੋ ਚੋਦ ਰਿਕਾਰਡ ਕਰੋ ਇਹਦੀਆਂ ਗਾਲਾਂ। ਕਰੋ ਭੈਣ ਚ ਦੁਆਓ। ਆਪਣੀ ਭੈਣਾਂ ਨੂੰ ਹੀ ਸੁਣਾਣਾ, ਆਪਣੀ ਮਾਂ ਨੂੰ ਸੁਣਾਣਾ। ਤੂੰ ਜਲਸੇ ਤੇ ਆ, ਤੇਰੀ ਮੈਂ ਪਾੜ ਦੇਣੀ ਹੁੰਦੀ। ਤੂੰ ਪਾਗਲ ਹੈਗਾ, ਕੁੱਤੀ ਦਾ ਪੁੱਤਰ। ਤੂੰ ਮੇਰੇ ਲੰਨ ਤੇ ਤੈਨੂੰ ਤਾਂ ਜਲਸੇ ਤੇ ਆਉਣ ਦੀ ਇਜਾਜ਼ਤ ਹੀ ਨਹੀਂ ਹੈ। ਹੱਸਣਾ ਕਿ ਗਾਲ ਕੱਢ ਪੂਰੀ। ਨਹੀਂ, ਤੈਨੂੰ ਇਜਾਜ਼ਤ ਹੀ ਨਹੀਂ। ਮੈਂ ਇਹ ਕਹਿਣ ਡਿਆ ਤੂੰ ਪਾਗਲ ਹੈਗਾ। ਤੈਨੂੰ ਤੂੰ ਜਮਾ ਤੂੰ ਕੱਢਿਆ ਹੈ। ਤੂੰ ਮਾਮਾ ਲੱਗਣਾ ਕਿਸੇ ਨੂੰ ਜਮਾਤੋਂ ਕਢਾਉਣ ਵਾਲਾ। ਤੂੰ ਬਿਲਕੁਲ ਕੱਢਿਆ ਤੈਨੂੰ। ਤੂੰ ਉਹ ਯਾਰ ਮੁਕੱਦਰ ਹਕੀਮ ਹੈ। ਸਾਹਿਬ ਛੱਡੋ, ਮੈਂ ਜਾਣਾ ਵੇ, ਮੈਂ ਸੌਣਾ ਵੇ, ਮੇਰਾ ਸੌਣ ਦਾ ਬਾਤ ਟਾਈਮ ਤੇਰੇ ਹੋ ਗਿਆ। ਪਿਓ ਦੀ ਆ ਕੀ? ਮੈਨੂੰ ਜਾ ਸਿਰਫ ਉਹ ਆਪਣੀ- ਪ੍ਰੋਸੈਸ ਦੱਸ ਆਪਣੀ- ਉਹ ਗੇ ਕੇਸ ਤੂੰ ਜਿਹੜਾ ਤੂੰ ਕੀਤਾ ਸੀ। ਆਪਣੀ ਭੈਣ ਤੇ ਜਾ, ਆਪਣੀ ਭੈਣ ਤੇ ਚੜ। ਅੱਗੇ ਤੂੰ ਮਾਂ ਤੇ ਚੜਿਆ ਸੀ, ਹੁਣ ਭੈਣ ਤੇ ਚੜ ਜਾ। ਉਹ ਯਾਰ ਜਿਹੜਾ ਤੂੰ ਗੇ ਕੇਸ ਕੀਤਾ ਸੀ ਉਹਦੇ ਬਾਰੇ ਦੱਸ ਛੱਡੋ ਥੋੜਾ ਜਿਹਾ ਪ੍ਰੋਸੈਸ। ਤੇਰੀ ਭੈਣ ਨਾਲ ਮੈਂ ਕੀਤਾ ਸੀ, ਰਲ ਕੇ ਟਕਾ ਟਕ ਕੀਤਾ ਸੀ। ਕੋਈ ਅਮਨਜੀਤ ਦਾ ਫੋਨ ਆਇਆ, ਹਕੀਮ ਪਾਗਲ ਹੋ ਗਿਆ ਅੱਜ। ਅਮਨਜੀਤ ਤੇਰੀ ਮਾਂ ਨੂੰ ਚੋਦਣ ਡਿਆ। ਕਹਿੰਦੇ ਨੇ ਸਾਰਾ ਟਿਕਟੋਕ ਕਹਿੰਦਾ ਹਕੀਮ ਰਾਸ਼ਦ ਜਿਹੜਾ ਹੈ ਤੇ ਅਮਰ ਨਜ਼ੀਰ ਦੀ ਦੁਕੀ ਹੈ। ਆਹੋ, ਓਏ ਅਮਨਜੀਤ ਦੇ ਨਾਲ ਯਾਰ ਹੀ ਉਹ ਅਮਨਜੀਤ। ਅਮਰ ਨਜ਼ੀਰ ਦੀ ਦੁਕੀ ਹੈ। ਇਹਦੇ ਕੋਲ WhatsApp ਨੰਬਰ ਹੈ, ਸਾਰਾ ਕੁਝ ਆਪਸ ਚ ਕਰਦੇ ਨੇ ਗੱਲਾਂ ਬਾਤਾਂ। ਅਮਨਜੀਤ ਤੁਹਾਡੀ ਮਾਂ ਨੂੰ ਗੱਲਾਂ ਚੋਦਿਆ। ਕਰਦੇ, ਜਾਣਦਾ ਹੀ ਪਿੱਛੋਂ ਅਮਨਜੀਤ। ਤੇਰੀ ਮਾਂ ਨੂੰ ਚੋਦਿਆ ਉਹਨੇ। ਹਕੀਮ ਸਾਹਿਬ ਅਮਨਜੀਤ ਕਿੱਥੇ ਇਹ ਰਹਿੰਦਾ? ਦੁਕੀ ਅਮਰ ਨਜ਼ੀਰ ਦੀ। ਅਮਨਜੀਤ ਨੇ ਤੇਰੀ ਮਾਂ ਨੂੰ ਚੋਦਿਆ। ਨਹੀਂ, ਉਹ ਤਾਂ ਸਾਡਾ ਮੁਖਾਲਫ ਹੈ। ਉਹ ਰਾਸ਼ਦ ਕਿੱਥੇ ਜਿਹੜਾ ਰਹਿੰਦਾ ਨਾ ਅਮਨਜੀਤ? ਹਕੀਮ ਰਾਸ਼ਦ ਜਿਹੜਾ ਨਾ ਦੁਕੀ ਅਮਰ ਤੇਰੀ ਨਜ਼ੀਰ ਮਾਂ ਨੂੰ ਚੋਦਿਆ ਹੈ। ਮੈਨੂੰ ਇਹ ਦੁੱਕੀ ਨਹੀਂ, ਉਹ ਹੈ, ਕਿੱਥੇ ਦੁੱਕੀ। ਰਹਿੰਦਾ? ਤੇਰੇ ਨਾਲ ਆਂਦੇ ਖੇਡਦਾ ਸੀ ਉਹ। ਅਮਰ ਨਜ਼ੀਰ ਤੇਰੀ ਮਾਂ ਨੂੰ ਚੋਦਦਾ ਹੈ, ਤੇਰੀ ਭੈਣ ਨੂੰ ਚੋਦਦਾ ਹੈ। ਕਿਹੜਾ ਭਲਾ ਅਮਨਜੀਤ ਭਾਬੀ? ਜਿਹੜਾ ਤੇਰਾ ਪਿਓ ਹੈਗਾ। ਉਹ ਹਕੀਮ ਸਾਹਿਬ ਸਾਥੀ ਮੈਨੂੰ ਵੇਲਾ ਦੱਸ ਤੈਨੂੰ ਦਿਓ ਕੀ ਯਾਰ, ਮੈਂ ਜਾਣਾ ਕੀ ਕਰ ਦੋ, ਇਹਨਾਂ ਗੁੱਸਾ ਨਾ ਕਰੋ। ਵੇਖੋ ਤੁਸੀਂ ਐਡੀ ਵੱਡੀ ਕਾਮਯਾਬੀ ਲਈ ਗੇ ਯਾਰ ਕੇਸ ਹਕੀਮ ਨਾਲ ਕੀਤਾ, ਪਾਗਲ ਹੋ ਗਿਆ। ਉਹਦੇ ਬਾਰੇ ਮੈਨੂੰ ਦੱਸੋ ਸਾਥੀ ਤੁਹਾਨੂੰ ਇਹ ਰਿਕਾਰਡਿੰਗ ਕੇਸ ਕਰਨ ਕੀਤਾ ਦੇ। ਤਾਂ ਕੀ ਪ੍ਰੋਸੈਸ ਸੀ, ਕਿੰਨਾ ਕੁ ਤੂੰ ਟਾਈਮ ਲੱਗਾ? ਕੰਜਰੀ ਦਾ ਪੁੱਤਰ ਤੂੰ ਹੈ ਕਿਹੜਾ ਜਿੱਦਾ ਉਹ ਤੇਰੀ ਮੀਰ ਮਾਂ ਵੀ ਦਾ ਸੰਡੇ ਪੁੱਤਰ। ਥੱਲੇ, ਮੀਰ ਸੰਡੇ। ਤੇਰੀ ਪਾਲਾ ਮੈਂ ਤੇਰੀ ਮਾਂ ਦਾ ਅੱਜ ਤੁਸੀਂ ਜਿੱਦੇ। ਜੇਦੇ ਨੂੰ ਭੁੱਲ ਉਹ ਗਏ ਹੋ, ਵੈਸੇ ਸਾਰੀ ਬਰਾਦਰ ਉਮਰ ਜੀ। ਜੇਦੇ ਦੇ ਰਕਸ਼ੇ 'ਚ ਤੁਸੀਂ ਸਫ਼ਰ ਕਰਦੇ ਰਹੇ ਹੋ। ਤੇ ਤੂੰ ਹੈ ਕਿੱਥੇ ਇਹ ਮੈਨੂੰ ਦੱਸ। ਮੈਂ ਬੜਾ ਤੁਹਾਡੇ ਦਿਲ ਖਤਰਨਾਕ 'ਚ, ਬੰਦਾ ਯਾਰ ਇਹ। ਮੈਂ ਤੁਹਾਡੇ ਦਿਲ ਦੇ ਵਿੱਚ ਆ। ਉਹ ਵਜੇ ਭੈਣ ਚੋਦ ਨੂੰ ਮੈਂ ਆਪਣੇ ਦਿਲ 'ਚ ਕਦੀ ਨਾ ਰੱਖਾਂ।
ਅੱਛਾ ਅੱਜ ਗਾਲ ਤੋਂ ਬਗੈਰ ਹੀ ਗੱਲ ਕਰ ਰਹਾ ਫ੍ਰੀ ਝੂਟੇ ਜੂ ਲੈਂਦੇ ਰਹੇ ਹੋ ਸਾਰੀ ਜ਼ਿੰਦਗੀ ਤੇ। ਐਸੇ ਬੇਗੈਰਤ ਨੂੰ ਮੈਂ ਚਲੋ ਆਪਣੇ ਡਾਨ ਸਾਹਿਬ ਯਾਰ ਉਂਝ ਹੀ ਗੱਲ ਕਰੋ, ਹਕੀਮ ਸਾਹਿਬ ਗਾਲ ਨਹੀਂ ਕੱਢਣੀ, ਉਂਝ ਹੀ ਗੱਲ ਕਰੋ। ਤੁਸੀਂ ਗਾਲ ਨਾ ਕੱਢੋ ਯਾਰ, ਗਾਲ ਨਾ ਕੀ ਕੱਢੋ। ਹਾਲ ਹੈ ਤੁਹਾਡਾ? ਤੁਸੀਂ ਭੈਣ ਕੀ ਝੂਠ ਨਾ ਬੋਲੋ, ਮੈਂ ਤੁਹਾਨੂੰ ਗਾਲ ਨਹੀਂ ਕੱਢਾਂਗਾ। ਅਸੀਂ ਨਹੀਂ ਕੱਢਦੇ। ਨਹੀਂ ਸਾਡੇ ਵੱਡਿਆਂ ਦੀ ਵੀ ਤੋਬਾ, ਤੈਨੂੰ ਨਹੀਂ ਗਾਲ ਕੱਢਣੀ। ਯਾਰ ਤਾਹਰ ਸਾਹਿਬ ਇਹਨਾਂ ਕੋਈ ਇਹ ਪੁੱਛੋ ਜਿਹੜਾ ਇਹਨਾਂ ਗੇ ਕੇਸ ਕੀਤਾ ਉਹਦਾ ਪ੍ਰੋਸੈਸ ਦੱਸਣ ਤੇ ਮੈਂ ਜਾਵਾਂ। ਆਹੋ ਜਿਹੜਾ ਕੇਸ ਕੀਤਾ ਤੂੰ ਬੰਦਿਆਂ ਨਾਲ ਵਿਆਹ ਦਾ, ਉਹਦਾ ਕੀ ਬਣਿਆ? ਇਹਦੀ ਮਾਂ ਨਾਲ ਮੈਂ ਕੀਤਾ ਸੀ, ਰਲ ਕੇ ਕੇਸ ਟਕਾ ਟਕ ਕੀਤਾ ਸੀ। ਨਹੀਂ ਉਹ ਤੇ ਤੂੰ ਲਿਜ਼ਬਨ ਦਾ ਕੇਸ ਕੀਤਾ। ਤੇਰੀ ਨਹੀਂ ਤੇਰੀ ਮਾਂ ਨੂੰ ਮੈਂ ਚੋਦਿਆ ਸੀ। ਤੂੰ ਤੇ ਖੁਸਰਿਆਂ ਵਾਲਾ ਵਿਆਹ ਕੀਤਾ ਤੇ ਉਹਦਾ ਮਾਂ ਨੂੰ ਚੋਦਿਆ ਸੀ ਮੈਂ। ਯਾਰ ਹਕੀਮ ਤੈਨੂੰ ਗਾਲ ਨਹੀਂ ਕੱਢਣ ਦੇ, ਗਾਲ ਨਾ ਕੱਢੀ, ਮੈਂ ਤੈਨੂੰ ਦੱਸਦਾ ਗਾਲ ਨਾ ਕੱਢੀ। ਨੂੰ ਹੀ ਚੋਦਿਆ ਸੀ ਤੇਰੀਆਂ ਤਿੰਨ ਚਾਰ ਬਾਜ਼ ਆ ਜਾ ਹਕੀਮਾ। ਸਾਰੀਆਂ ਕੰਜਰੀਆਂ ਓਏ ਤੇਰੀਆਂ ਸਾਰੀਆਂ ਹਕੀਮ ਸਾਹਿਬ, ਹਕੀਮ ਸਾਹਿਬ ਮੈਂ ਨਹੀਂ ਉਹ ਜਿਹੜਾ ਤੁਸੀਂ ਦੱਸਿਆ ਸੀ, ਤੁਸੀਂ ਦੱਸਿਆ ਸੀ ਤੂੰ ਅਫਰੀਕਨ ਕਾਲੇ ਨਾਲ ਵਿਆਹ ਕੀਤਾ ਤੇਰੀ ਕੁੜੀ ਕੰਜਰੀ, ਤੇਰੀ ਮਾਂ ਯਾਰ ਬਹੁਤ ਵੱਡਾ ਗਾਲੀ ਬਾਜ਼ ਇੱਥੇ ਨਹੀਂ ਬਹਿਣਾ, ਅਸੀਂ ਨਹੀਂ ਬਹਿਣਾ। ਨਹੀਂ ਉਹ ਜੇ ਅਫਰੀਕਨ ਕਾਲੇ ਦੇ ਨਾਲ ਤੁਸੀਂ ਗੇ ਕੇਸ ਕੀਤਾ ਸੀ ਨਾ, ਤੇਰੀ ਮਾਂ ਅਫਰੀਕਨ ਕਾਲਾ ਸੀ। ਤੇਰੀ ਮਾਂ ਕਾਲੀ ਸੀ ਨਾ, ਉਹਦੀ ਕਾਲੀ ਫੁੱਦੀ ਅਫਰੀਕਨ ਕਾਲਾ ਸੀ ਜਿਹਦੇ ਨਾਲ ਤੂੰ ਗੇ ਕੇਸ ਕੀਤਾ ਹੈ। ਭੈਣ ਚੋਦੋ ਤੁਸੀਂ ਹੈ ਹੀ ਵੱਡੇ ਭੈਣ ਦਿਖਾਓ। ਉਹ ਤਾਰ ਸਾਹਿਬ ਤੁਸੀਂ ਬੈਲਜੀਅਮ ਹੁੰਦੇ ਹੋ ਨਾ? ਨਹੀਂ ਮੈਂ ਇੱਥੇ ਯੂਕੇ। ਤੇ ਜੱਦਾ ਸਾਹਿਬ ਤੁਸੀਂ ਕਿੱਥੇ ਹੁੰਦੇ ਹੋ? ਮੈਂ ਵੀ ਜਰਮਨ ਹੁਣਾ। ਅੱਲਾ ਰੱਖਾ ਸਾਹਿਬ ਤੁਸੀਂ ਵੀ ਜਰਮਨੀ ਹੁੰਦੇ ਹੋ? ਅੱਲਾ ਰੱਖਾ ਪਾਕਿਸਤਾਨ। ਇਹ ਬੁੰਡ ਮਰਵਾਉਂਦਾ ਹੈ ਕੁੱਤੀ ਦਾ ਪੁੱਤਰ ਇੱਥੇ ਜਿੱਦਾ। ਅੱਲਾ ਰੱਖਾ ਸਾਹਿਬ ਕਿੱਥੇ ਹੁੰਦੇ ਹੋ ਤੁਸੀਂ? ਉਹ ਮੈਂ ਇੱਥੇ ਜਰਮਨ ਆਏ ਭੈਣ ਚੋਦ ਜਿੱਥੇ ਹਰ ਗੱਲ ਦੇ ਨਾਲ ਗਾਲ ਤੇ ਨਹੀਂ ਨਾ ਹੁੰਦੀ। ਮੈਂ ਕੁਝ ਪੁੱਛਣ ਦਿਆ ਤੁਸੀਂ ਹਰ ਗੱਲ ਦੇ ਨਾਲ ਗਾਲ ਕੱਢੀ ਜਾਂਦੇ ਹੋ। ਮੈਂ ਤੈਨੂੰ ਤੇ ਨਹੀਂ ਕੱਢਣ ਡਿਆ। ਨਹੀਂ ਲੇਕਿਨ ਹਰ ਗੱਲ ਦੇ ਨਾਲ ਗਾਲ ਤੇ ਨਹੀਂ ਨਾ ਚੰਗੀ ਲੱਗਦੀ। ਦੇਖੋ ਮਨਸੂਰ ਭਾਈ, ਨਾ ਮੈਂ ਗਾਲੀ ਕੱਢੀਏ ਨਾ ਮੈਂ ਗਾਲੀ ਕੱਢੀਏ ਤੇ ਨਾ ਤਾਹਰ ਭਾਈ ਗਾਲੀ ਕੱਢੀਏ। ਜਿੰਨੀ ਤੂੰ ਮੈਂ ਤੇ ਰੋਕਣ ਨਹੀਂ ਡਿਆ ਗਾਲਾਂ ਨਾ ਕੱਢੋ। ਜਿੱਦਾਂ ਤੁਸੀਂ ਚੁੱਪ ਕਰੋ। ਨਹੀਂ ਜਿੰਨੀ ਤੂੰ ਭੈਣ ਚ ਦਵਾ ਚੁੱਕਿਆ ਨਾ, ਤੈਨੂੰ ਗਾਲ ਕੱਢਣ ਦੀ ਲੋੜ ਹੀ ਕੋਈ। ਤੂੰ ਹੈ ਹੀ ਬਗੈਰ। ਦੇਖੋ ਨਾ ਇਹ ਦੇਖੋ ਇਹ ਚੰਗੀ ਗੱਲ ਨਹੀਂ। ਅੱਲਾ ਰੱਖਾ ਸਾਹਿਬ ਉਹ ਮਨਸੂਰ ਸਾਹਿਬ ਤੁਸੀਂ ਇੰਜ ਕਰੋ ਨਾ, ਮੈਂ ਇਹਨਾਂ ਨਾਲ ਤੁਹਾਡੇ ਲਈ ਲੜਾਂਗਾ। ਨਹੀਂ ਤੁਸੀਂ ਇਹ ਠੀਕ ਹੈ, ਲੇਕਿਨ ਗਾਲ ਨਹੀਂ ਕੱਢਣੀ ਤੁਸੀਂ ਹੁਣ। ਨਹੀਂ ਕਿਉਂ ਇਹਨਾਂ ਦੀ ਭੈਣ ਨੂੰ ਮੈਂ ਕਹਿਣਾ ਵੇਖਿਆ ਫੇਰ ਉਹੀ ਗੱਲ। ਬਿਲਕੁਲ ਫੇਰ ਵੇ ਸ਼ੇਖ ਬਰਾਦਰ ਕਹਿਣ ਡਿਆ ਚੁੱਕ ਕੇ ਰੱਖ ਕੰਮ। ਨਹੀਂ ਇਹਨਾਂ ਦੀ ਨਹੀਂ ਤੁਸੀਂ ਹਕੀਮ ਸਾਹਿਬ ਦੂਸਰਿਆਂ ਨੂੰ ਗਾਲਾਂ ਕੱਢਦੇ ਹੋ ਤੇ ਮੈਂ ਇਹ ਗੱਲ ਹੋਈ ਕਿ ਤੁਹਾਡੇ ਨਾਲ ਕੋਈ ਮੁਖਾਲਫਤ ਕਰਦਾ ਜਾਂ ਤੰਗ ਕਰਦਾ ਤੁਹਾਨੂੰ ਤੁਸੀਂ ਗਾਲਾਂ ਸ਼ੁਰੂ ਕਰਦੇ। ਇਹ ਕਿਹੜੀ ਗੱਲ ਹੋਈ ਵੀ? ਨਾ ਕਰਨ ਤੰਗ। ਨਹੀਂ ਦੇਖੋ ਮਨਸੂਰ ਸਾਹਿਬ ਇੱਕ ਮਿੰਟ, ਮਨਸੂਰ ਸਾਹਿਬ ਇੱਕ ਮਿੰਟ, ਮਨਸੂਰ ਸਾਹਿਬ ਤਾਰ ਸਾਹਿਬ ਇੱਕ ਮਿੰਟ, ਤਾਰ ਸਾਹਿਬ ਇੱਕ ਮਿੰਟ। ਗੱਲ ਸੁਣੋ ਅੱਲਾ ਰੱਖਾ ਸਾਹਿਬ, ਜੇ ਗਾਲਾਂ ਤੁਹਾਨੂੰ ਆਉਂਦੀਆਂ ਨੇ ਨਾ ਤੇ ਸਾਰਿਆਂ ਨੂੰ ਆਉਂਦੀਆਂ ਨੇ ਕੱਢਣੀਆਂ। ਮਨਸੂਰ ਸਾਹਿਬ ਇਹ ਨਾ ਸਮਝੋ ਕਿ ਤੁਹਾਨੂੰ ਗਾਲਾਂ ਕੱਢਣੀਆਂ ਬਹੁਤੀਆਂ ਆਉਂਦੀਆਂ ਨੇ, ਇਹ ਕੋਈ ਚੰਗੀ ਗੱਲ ਨਹੀਂ ਹੈ। ਆਪਣੀ ਮਨਸੂਰ ਸਾਹਿਬ ਗੱਲ ਸੁਣਿਓ, ਮਨਸੂਰ ਸਾਹਿਬ ਹਾਂਜੀ ਇੱਕ ਮਿੰਟ ਗੱਲ ਕਰਨ ਦਿਓ। ਮਨਸੂਰ ਸਾਹਿਬ ਇੱਕ ਮਿੰਟ ਪਲੀਜ਼। ਨਾ ਉਹਨਾਂ ਨੂੰ ਛੇੜੋ। ਨਹੀਂ ਇੱਕ ਆਖਰੀ ਗੱਲ ਹੈ, ਆਖਰੀ। ਇਹ ਉਦੋਂ ਦੀ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਆ, ਇੰਜ ਕਰ ਰਹੇ ਆ। ਦਵਾਣੀ ਮੇਰੇ ਕੋਲ ਆਖਰੀ ਵਾਰੀ। ਨਹੀਂ ਜਿਹੜੀਆਂ ਤੁਹਾਡੀਆਂ ਧੀਆਂ ਨੇ ਜਾਂ ਬੇਟੀਆਂ ਨੇ ਉਹ ਸਾਡੇ ਵਾਸਤੇ ਰਿਸਪੈਕਟੇਬਲ ਨੇ, ਅਸੀਂ ਉਹਨਾਂ ਦੀ ਰਿਸਪੈਕਟ ਕਰਨੇ ਆ। ਮਗਰ ਜਿਹੜਾ ਤੁਸੀਂ ਉਹਨਾਂ ਦੀ ਸ਼ਾਦੀ ਨਹੀਂ ਕਰਨੀ, ਉਹਨਾਂ ਵੀ ਕਿਸੇ ਦੀ ਵਾਈਫ ਬਣਨਾ, ਕਿਸੇ ਦੇ ਘਰ ਜਾਣਾ ਹੀ ਹੈ ਨਾ, ਕਿਉਂ ਗਾਲੀਆਂ ਦਿੰਦੇ ਹੋ? ਉਹ ਕੰਜਰੀ ਦੇ ਪੁੱਤਰਾ ਯਾਰ ਹਕੀਮ ਪਤਾ ਨਹੀਂ ਕਿਉਂ ਗਾਲੀਆਂ ਕੰਜਰੀ ਦਾ ਪੁੱਤਰ ਹੈ ਤੂੰ, ਵੱਡੀ ਕੰਜਰੀ। ਸਾਕੀ ਵੇਲਾ ਗਾਲਾਂ ਦੇਣ ਦੇ ਹੀ ਫੇਰ ਗਸ਼ਤੀ ਦਾ ਪੁੱਤਰ। ਸਾਕੀ ਮਾਈਕ ਨਹੀਂ ਖੋਲਦਾ, ਚੰਗਾ ਬੰਦਾ ਯਾਰ ਤੂੰ। ਨਹੀਂ ਉਹ ਪਾਗਲ ਦੇ ਪੁੱਤਰਾ, ਮੈਂ ਤੈਨੂੰ ਜਾਣਦਾ ਹੀ ਨਹੀਂ। ਤੂੰ ਭੈਣ ਚੋਦਾ ਮੇਰੇ ਮਤਲਬ ਕਿਉਂ ਫਜ਼ੂਲ ਗੱਲਾਂ ਕਰਨਾ? ਨਹੀਂ ਤੇ ਕੋਈ ਵੀ ਨਹੀਂ ਕਿਸੇ ਨੂੰ ਜਾਣਦਾ। ਹਕੀਮ ਸਾਹਿਬ ਤੁਸੀਂ ਉਂਝ ਗੱਲ ਕਰੋ, ਗਾਲ ਕਿਉਂ ਕੱਢਦੇ? ਤੂੰ ਵਿੱਚ ਕਿਉਂ ਬੋਲਣ ਡਿਆ? ਮਨਸੂਰ ਸਾਹਿਬ ਵੇਖ ਲੋ ਫੇਰ ਹਕੀਮ ਸਾਹਿਬ ਇਹ ਵੈਸੇ ਕਹਿੰਦੇ ਨੇ ਹਕੀਮ ਸਾਹਿਬ ਜਦੋਂ ਪੈਦਾ ਹੋਏ ਸਨ ਨਾ, ਕਹਿੰਦੇ ਨੇ ਹਕੀਮ ਸਾਹਿਬ ਜਦੋਂ ਪੈਦਾ ਹੋਏ ਸਨ ਨਾ, ਇਹਨਾਂ ਨੂੰ ਹੀਰਾ ਮੰਡੀ ਛੱਡ ਆਏ ਸਨ ਤੇ ਸਾਰਾ ਕੁਝ ਉੱਥੋਂ ਸਿੱਖਿਆ ਇਹਨਾਂ ਨੂੰ, ਹੀਰਾ ਮੰਡੀ ਮਾਦਰ ਚੋਦਾਂ ਨੂੰ ਮੈਂ ਜਾਣਦਾ ਹੀ ਨਹੀਂ ਤੇ ਇਹ ਕਿਉਂ ਬਕਵਾਸ ਕਰਦੇ ਨੇ ਮੇਰੇ ਨਾਲ? ਨਹੀਂ ਅਸੀਂ ਤੇ ਆਨੇ ਆ ਵੀ ਤੁਸੀਂ ਨਹੀਂ ਜਾਣਦੇ। ਤਾਹਰ ਸਾਹਿਬ ਸਾਰੀ ਜ਼ਿੰਦਗੀ ਤੁਹਾਡੇ ਨਾਲ ਪਾਕਿਸਤਾਨ ਗੁਜ਼ਾਰੀ ਹੈ ਤੇ ਮੇਰੇ ਰੱਖੇ ਤੇ ਘੁੰਮਦੇ ਰਹੇ ਹੋ ਤਾਂ ਚੋਦਾ ਤੂੰ ਵਿੱਚ ਨਾ ਜਾਣਦੇ ਨਹੀਂ। ਕੰਜਰੀ ਦਾ ਪੁੱਤਰਾ ਵਿੱਚ ਨਾ ਬੋਲ, ਮੈਂ ਤੁਹਾਨੂੰ ਜਾਣਦਾ ਹੀ ਨਹੀਂ ਕੰਜਰਾਂ ਨੂੰ। ਤੇ ਜਦੋਂ ਇੱਥੇ ਆ ਕੇ ਗੇ ਕੇਸ ਕਰ ਲਿਆ, ਇੱਥੇ ਆ ਕੇ ਗੇ ਵਾਲੇ ਗੱਡੀ ਲੈ ਲਈ ਤੇ ਅੱਜ ਭੁੱਲ ਗਏ ਹੋ ਮੈਂ ਜਾਣਦਾ ਹੀ ਨਹੀਂ।
ਉਹ ਬੈਣ ਚੋਦਾ ਤੇਰੀ ਮਾਂ ਨੂੰ ਮੈਂ ਚੋਦਨਾ ਉਸ ਹਵਾਲੇ ਨਾਲ। ਉਹ ਹਕੀਮ ਹੈ ਆਪਦੀਆਂ ਨੂੰ ਕੋਈ ਗਾਲਾਂ ਦੇਣ ਡਿਆ, ਸਾਥੀ ਨੂੰ ਦੇ ਨਹੀਂ ਗਾਲਾਂ ਇੱਥੇ ਆ ਸਾਨੂੰ ਕੇ ਕਿ ਇਹ ਕੇਸ ਕਰ ਲਿਆ, ਪੇਪਰ ਮਿਲ ਗਏ, 4 ਪੈਸੇ ਕਮਾ ਲਏ, ਗੱਡੀ ਹੁਣ ਰੱਖ ਲਈ, ਤੁਸੀਂ ਟਾਂ ਟਾਂ ਕਰਦੇ ਆ ਭੱਜੇ ਫਿਰਦੇ ਹੋ, ਮੈਂ ਤੈਨੂੰ ਦੇਖਦਾ ਰਹਿਣਾ। ਉਹ ਮੈਂ ਚੋਦ ਹੈ, ਤੂੰ ਅੰਨੀ ਦਾ ਪੁੱਤਰ ਹੈ, ਫਿਰ ਇਹਦਾ ਮਤਲਬ ਤੂੰ ਅੰਨੀ ਦਾ ਯਾਰ ਹਕੀਮ ਉਹ ਸਾਕੀ ਜਮਾਤ ਛੱਡ ਗਿਆ, ਉਹਨੂੰ ਗਾਲਾਂ ਦੇ, ਸਾਨੂੰ ਕਿ ਦੇਣਾ? ਅੰਨੀ ਦਾ ਪੁੱਤਰ ਤੂੰ ਕਿਹੜਾ ਜਮਾਤ ਵਿੱਚ ਹੈਗਾ ਭੈਣ ਚੋਦਾ? ਤੈਨੂੰ ਹੀ ਧੱਕੇ ਮਾਰ ਕੇ ਲਿੱਤਰ ਮਾਰ ਕੇ ਕੱਢਿਆ, ਤੈਨੂੰ ਹੀ ਲਿੱਤਰ ਮੈਂ ਮਾਰ ਕੀ ਕੇ ਤੇਰੀ ਕੱਢਿਆ। ਕੁੜੀ ਨਾ ਦੌੜ ਗਿਆ ਸੀ ਜਿਹੜਾ ਭੈਣ ਮੈਨੂੰ ਨੂੰ ਕੱਢਣਾ? ਜਿੱਦਾਂ ਅਗਲੇ ਨੇ ਜਮਾਤ ਨੇ ਇਹਨੂੰ ਹੀ ਲਿੱਤਰ ਮਾਰ ਕੇ ਕੱਢਿਆ ਹੈ। ਨਹੀਂ ਮੈਂ ਤੇਰੀ ਕੁੜੀ ਨਾ ਦੌੜ ਗਿਆ ਸੀ। ਨਹੀਂ ਮੈਂ ਤੇਰੀ ਕੁੜੀ ਨੂੰ ਚੋਦਿਆ ਹੈ। ਹਕੀਮ ਯਾਰ ਗਾਲਾਂ ਨਾ ਕੱਢ। ਜਾ ਆਪਣੀ ਮਾਂ ਨੂੰ ਪੁੱਛ, ਉਹਨੂੰ ਢਿੱਡ ਬੁੱਢੇ ਬਾਰੇ ਢਿੱਡ ਕਰ ਛੜੇ, ਉਹਨੂੰ ਜਾ ਕੇ ਪੁੱਛ। ਉਹ ਹਕੀਮ ਗਾਲਾਂ ਨਾ ਕੱਢ ਓਏ। ਤੇਰੀ ਮਾਂ ਨੂੰ ਮੈਂ ਢਿੱਡ ਕੀਤਾ ਹੈ, ਉਹਨੂੰ ਜਾ ਕੇ ਪੁੱਛ। ਮੈਂ ਇੱਥੇ ਤੈਨੂੰ 2 ਮਿੰਟ ਨਹੀਂ ਟਿਕਣ ਦੇਣਾ, ਗਾਲਾਂ ਕੱਢਣਾ ਹਕੀਮ। ਉਹਦੀ ਲੈ ਖਬਰ, ਉਹ ਹਕੀਮ ਆਪਣੀ ਮਾਂ ਦੀ ਲੈ ਉਹ ਖਬਰ। ਹਕੀਮ ਆਰਾਮ ਨਾਲ ਗੱਲ ਕਰ ਓਏ। ਢਿੱਡ ਕਰ ਛੜਿਆ ਤੇਰੀ ਮਾਂ ਨੂੰ ਮੈਂ ਢਿੱਡ ਬੈਠਾ, ਸਮਝੇ? ਗਾਲਾਂ ਕੱਢ, ਫੱਕੀ ਨਾਲ, ਗਾਲਾਂ ਕੱਢੀਆਂ ਫੱਕੀ ਨਾਲ ਤੁੰਨ ਕੇ ਨਾ ਅੰਦਰ ਤੇ ਢਿੱਡ ਕਰਤੇ। ਤੁਸੀਂ ਹੈਗੇ ਹੋ ਆਪਣੀਆਂ ਗਸ਼ਤੀਆਂ ਦੀ ਬੁੰਡ ਚ ਪੈਦਾਵਾਰ, ਬੁੰਡ ਦੀ ਪੈਦਾਵਾਰ। ਭੈਣ ਉਹ ਹਕੀਮ ਸਾਹਿਬ ਗਾਲਾਂ ਨਾ ਕੱਢੋ, ਸਾਰੇ ਲੋਕ ਤੰਗ ਪੈ ਗਏ ਨੇ, ਅੱਛੇ ਲੋਕ ਇੱਥੇ ਬੈਠੇ ਨੇ ਗੱਪਸ਼ਪ, ਇੱਥੇ ਜਿਹੜਾ ਤਾਂ ਅੱਛੀ ਇਲਮ ਵਾਲੀ ਗੱਲਬਾਤ ਸੁਣਨ ਵਾਸਤੇ, ਤੁਹਾਡੀਆਂ ਗਾਲੀਆਂ ਸੁਣਨ ਵਾਸਤੇ ਨਹੀਂ ਬੈਠੇ। ਆਖਰੀ ਗੱਲ ਮੈਨੂੰ ਦੱਸੋ ਤੇ ਗੱਲ ਖਤਮ ਕਰੋ। ਇਹ ਜਿਹੜਾ ਇਹ ਕੇਸ ਤੁਸੀਂ ਕੀਤਾ ਸੀ ਯਾਰ, 1 ਮਿੰਟ ਤਾਰ ਸਾਹਿਬ 1 ਮਿੰਟ, ਇਹ ਜਿਹੜਾ ਤੁਸੀਂ ਗੇ ਕੇਸ ਕੀਤਾ ਇਹਦੇ ਬਾਰੇ ਦੱਸੋ ਤੇ ਗਾਲੀਆਂ ਖਤਮ। ਉਹ ਤੇਰੀ ਮਾਂ ਨਾਲ ਤਾਹਰ ਸਾਹਿਬ ਤੁਸੀਂ ਖਾਮੋਸ਼ੀ ਮਿਊਟ ਲਾ ਲਓ ਦੋਨੇ ਬੰਦੇ। ਮੈਂ ਦੇ ਹੁਣ ਨਹੀਂ ਕਰਨਗੇ, ਉਹ ਗਾਲ ਕੱਢਣਗੇ ਤਾਂ ਫਿਰ ਮੈਂ ਦੇਖਦਾ ਇਹਨਾਂ ਨੂੰ। ਤੁਸੀਂ ਨਹੀਂ ਮਿਊਟ ਲਾ ਲਓ ਤੁਸੀਂ ਦੋਨੇ। ਰੱਖਾ ਸਾਹਿਬ ਤੁਹਾਨੂੰ ਕੁਝ ਨਹੀਂ ਕਹਿਣਗੇ, ਤੁਸੀਂ ਆਪਣੀਆਂ ਗਾਲਾਂ ਹੁਣ ਨਹੀਂ ਕੱਢਣੀਆਂ, ਮੈਂ ਤੁਹਾਨੂੰ ਦੱਸ ਦਿਆਂ ਕਿਉਂ ਨਹੀਂ ਕੱਢਾਂਗਾ ਗਾਲਾਂ। ਹੁਣ ਗਾਲ ਨਾ ਕੱਢਿਓ ਜੀ, ਮਿਹਰਬਾਨੀ। ਇੱਕ ਮਿੰਟ ਜਿੱਦਾਂ ਸਾਹਿਬ ਤੁਸੀਂ ਮਿਊਟ ਲਾ ਲਓ ਜ਼ਰਾ। ਹਾਂਜੀ ਖਾਮੋਸ਼ੀ ਇਖਤਿਆਰ ਕਰੋ। ਬਾਅਦ ਹਾਂਜੀ ਦੱਸੋ, ਖਾਮੋਸ਼ੀ ਬਿਹਤਰ ਹੁੰਦੀ ਹੈ। ਦੱਸੋ ਮੈਨੂੰ ਕਿਉਂ ਨਾ ਗਾਲਾਂ ਕੱਢਾਂਗਾ? ਅੱਛਾ ਤੁਸੀਂ ਮੈਨੂੰ ਕਹਿ ਰਹੇ ਸੀ ਮੇਰੇ ਨਾਲ ਮੁਖਾਤਬ ਨਾ ਹੋ, ਠੀਕ ਹੈ? ਤੇ ਤੁਸੀਂ ਮੈਂ ਮੁਖਾਤਬ ਨਹੀਂ ਹੋ ਰਿਹਾ, ਤੇ ਇਸ ਲਈ ਖਾਮੋਸ਼ੀ ਇਖਤਿਆਰ ਕਰੋ ਤੁਸੀਂ ਵੀ। ਨਹੀਂ ਮੈਂ ਅੱਛੀ ਗੱਲ ਕੋਈ ਹੈਗੀ ਹੈ, ਕੋਈ ਹਦੀਸ ਪੇਸ਼ ਕਰੋ, ਕੋਈ ਹਦੀਸ ਦੀ ਗੱਲ ਕਰੋ, ਕੁਰਾਨ ਦੀ ਗੱਲ ਕਰੋ। ਕੋਈ ਇਹਨਾਂ ਜਾਹਿਲਾਂ ਨਾਲ ਮੈਂ ਕੀ ਗੱਲ ਕਰਾਂ ਯਾਰ? ਅੱਛਾ ਤੁਸੀਂ ਉਹਨਾਂ ਨੂੰ ਮੁਖਾਤਬ ਨਾ ਕਰੋ, ਤੁਹਾਨੂੰ ਕੁਝ ਨਹੀਂ ਕਹਿ ਰਹੇ, ਮਿਊਟ ਲਾ ਲਿਆ ਉਹਨਾਂ ਨੇ, ਬਸ ਉਹ ਤੁਹਾਡਾ ਹੁਣ ਮੁਖਾਤਬ ਨਹੀਂ ਨੇ। ਚਲੋ ਮੈਂ ਇਲਮੀ ਸਵਾਲ ਕਰਦਾ। ਨਹੀਂ ਜਦਾ ਸਰ ਨਹੀਂ, ਮਿਊਟ ਰੱਖੋ ਨਾ, ਅੱਛੀ ਗੱਲ ਨਹੀਂ ਹੈ। ਨਹੀਂ ਮੈਂ ਕੋਈ ਵੀ ਗਲਤ ਗੱਲ ਕਰਾਂਗਾ ਤਾਂ ਬੇਸ਼ੱਕ ਤੁਸੀਂ ਰੁਕਿਓ, ਮੈਂ ਕਦੀ ਨਹੀਂ ਕਰਾਂਗਾ। ਨਹੀਂ ਮੈਂ ਇਲਮੀ ਗੁਫ਼ਤਗੂ ਕਰਨੀ ਆ। ਹੁਣ ਤੱਕ ਤੂੰ ਆਂਦਾ ਨੇ ਮੇਰੇ ਕੋਲ, ਓਹੋ ਕੰਜਰੀ ਦੇ ਪੁੱਤਰਾ ਕਹਿੰਦਾ ਮੈਂ ਗਲਤ ਗੱਲ ਨਹੀਂ ਕਰਾਂਗਾ। ਯਾਰ ਤੂੰ ਬੜਾ ਹੀ ਬਦਤਮੀਜ਼ ਬੰਦਾ ਯਾਰ। ਮੈਂ ਇੱਕ ਸਵਾਲ ਕਰ ਲਗਾ ਹਕੀਮ ਸਾਹਿਬ, ਮੇਰਾ ਸਵਾਲ ਹੈ ਕਿ ਜਦੋਂ ਤੁਸੀਂ ਪੈਦਾ ਹੋਏ ਸੀ, ਮਿਊਟ ਕਰ ਲਓ ਯਾਰ 1 ਮਿੰਟ ਮਨਸੂਰ ਭਾਈ, 1 ਮਿੰਟ, ਜਦੋਂ ਤੁਸੀਂ ਹਕੀਮ ਸਾਹਿਬ ਪੈਦਾ ਹੋਏ ਸੀ ਤੁਹਾਡੇ ਘਰਦਿਆਂ ਨੇ ਕਿਹਦਾ ਫੀਲ ਕੀਤਾ ਸੀ? ਮਿਊਟ ਕਰੋ ਕੰਜਰੀ ਦਾ ਪੁੱਤਰਾ। ਦੋਸਤ ਮਿਊਟ ਕਰ ਜ਼ਰਾ। ਮੈਂ ਯਾਰ ਤੈਨੂੰ ਗਾਲਾਂ ਕਿੰਨੇ ਸਿਖਾਈਆਂ, ਕਿੰਨੇ ਤੇਰੀ ਤਰਬੀਅਤ ਕੀਤੀ ਹੈ? ਮੈਨੂੰ ਤੇ ਇਹ ਨਹੀਂ ਸਮਝ ਲੱਗਦੀ। ਤੇਰੀ ਭੈਣ ਨੇ ਤੇ ਤੇਰੀ ਮਾਂ ਨੇ। ਬੜਾ ਹੀ ਬਦਤਮੀਜ਼ ਹੈ ਯਾਰ ਤੂੰ, ਬਹੁਤ ਹੀ ਬਦਤਮੀਜ਼। ਤੂੰ ਸਵਾਲ ਕੀਤਾ ਮੈਂ ਜਵਾਬ ਦੇਤਾ, ਬਹੁਤ ਹੀ ਬਦਤਮੀਜ਼। ਇਹਦੇ ਚ ਬਦਤਮੀਜ਼ੀ ਦੀ ਕਿਹੜੀ ਗੱਲ? ਉਹ ਕੰਜਰੀ ਦੇ ਪੁੱਤਰਾ, ਇਹਦੇ ਚ ਬਦਤਮੀਜ਼ੀ ਦੀ ਕਿਹੜੀ ਗੱਲ? ਤਰਬੀਅਤ ਵੈਸੇ ਲਈ ਕਿੱਥੇ ਹੈ? ਤੇਰੇ ਵਾਲਦਾ ਨੇ ਕੀਤੀ ਤਰਬੀਅਤ ਹੈ ਤੇਰੀ ਮਾਂ ਕੋਲੋਂ ਸਿੱਖੀਆਂ ਨੇ ਸਾਰੀਆਂ ਗਾਲਾਂ। ਹੈ ਤੇਰੀ ਮਾਂ ਕੰਜਰੀ ਕੋਲੋਂ। ਉਹ ਹਦੀਸ ਸੁਣੀ ਹੈ ਨਾ, ਜਿਹੜਾ ਕਿਸੇ ਦੇ ਮਾਂ-ਬਾਪ ਨੂੰ ਗਾਲੀ ਦੇ, ਉਹ ਆਪਣੇ ਮਾਂ-ਬਾਪ ਨੂੰ ਗਾਲੀ ਦਿੰਦਾ। ਤੇ ਤੁਸੀਂ ਹਦੀਸ ਤੇ ਅਮਲ ਕਰਦੇ ਹੋ? ਭੈਣ ਚੋਦੋ ਤੁਸੀਂ ਇੰਨੀਆਂ ਗਾਲਾਂ। ਮੈਂ ਤਾਂ ਕੋਈ ਗਾਲ ਨਹੀਂ ਤੈਨੂੰ ਕੱਢੀ, ਮੈਨੂੰ ਨਹੀਂ ਕੋਈ ਗਾਲ ਨਹੀਂ ਕੱਢੀ ਦੂਜਿਆਂ ਨੂੰ, ਉਹ ਮੈਨੂੰ ਨਹੀਂ ਕੱਢੀ, ਦੂਜਿਆਂ ਨੂੰ ਕੱਢੀ। ਮੈਂ ਤੈਨੂੰ ਸਿਰਫ ਇੰਨਾ ਕਿਹਾ ਤੂੰ ਗਾਲਾਂ ਕੱਢਣੀਆਂ ਤੇ ਬਦਤਮੀਜ਼ੀ ਦੇ ਵਿੱਚ ਆਂਦਾ। ਤੂੰ ਕੰਜਰੀ ਦਾ ਪੁੱਤਰ, ਤੂੰ ਕਦੀ ਨਹੀਂ ਗਾਲ ਕੱਢੀ? ਬਦਤਮੀਜ਼ ਬੰਦਾ, ਬੜਾ ਹੀ ਬਦਤਮੀਜ਼ ਬੰਦਾ ਤੂੰ ਯਾਰ, ਬੜਾ ਹੀ ਭੈਣ ਚੋਦ। ਤੂੰ ਬੜਾ ਵੱਡਾ ਭੈਣ ਚੋਦ। ਇਹ ਤੇਰੇ ਵਾਲਦਾ ਨੇ ਤਰਬੀਅਤ ਕੀਤੀ। ਮਨਸੂਰ ਭਾਈ, ਮਨਸੂਰ ਭਾਈ ਤੁਸੀਂ ਇੱਜ਼ਤ ਵਾਲੇ ਬੰਦੇ ਹੋ, ਤੁਸੀਂ ਇੱਜ਼ਤ ਵਾਲੇ ਬੰਦੇ ਹੋ, ਮਿਊਟ ਕਰੋ ਮੇਰੇ ਲੰਨ ਦੀ ਕਰੋ, ਅਸੀਂ ਤੇਰਾ ਗੱਲ ਕਰ ਲੈਨੇ ਆ, ਤੁਸੀਂ ਮਿਊਟ ਕਰ ਲਓ। ਤੂੰ ਬਗੈਰਤ ਹੈ, ਉਹ ਇੱਜ਼ਤ ਵਾਲੇ ਤੂੰ। ਹਾਂ ਮੈਂ ਬਗੈਰਤ ਹਾਂ, ਮੈਂ ਬਗੈਰਤ। ਚੱਲ ਬਗੈਰਤ ਨਾਲ ਗਾਲਾਂ ਕੱਢ, ਫਿਰ ਭੈਣ ਜਵਾ। ਚੱਲ ਬਗੈਰਤ ਗਾਲਾਂ ਕੱਢ, ਫਿਰ ਭੈਣ ਜਵਾ। ਚੱਲ ਬਗੈਰਤ ਗਾਲਾਂ ਕੱਢ, ਭੈਣ ਜਵਾ। ਆਏ ਹਾਏ ਵਾਹ ਯਾਰ, ਬੁੱਢਾ ਬੰਦਾ ਕਬਰ 'ਚ ਤੇਰੀਆਂ ਲੱਤਾਂ ਨੇ, ਇਹ ਨਹੀਂ ਪਤਾ ਤੇ ਕੱਲ ਦਾ ਦਿਨ ਹੋਏ ਜਾਂ ਨਾ ਹੋਏ। ਆਪਣੀ ਭੈਣ ਨੂੰ ਪੁੱਛ ਕੇ ਮੈਂ ਬੁੱਢਾ ਹਾਂ ਕਿ ਜਵਾਨ ਹਾਂ?
ਬੁੱਢਾ ਬੰਦਾ ਲੱਤਾਂ ਤੇਰੀਆਂ ਕਵਰ ਚ ਨੇ, ਸ਼ਰਮ ਕਰ, ਗਾਲਾਂ ਕੱਢ ਰਹੇ ਆ। ਆਪਣੀ ਭੈਣਾਂ ਨੂੰ ਪੁੱਛ, ਆਪਣੀ ਕੁੜੀਆਂ ਨੂੰ ਪੁੱਛ। ਜਿੱਦਾਂ ਸਾਹਿਬ ਰਹਿਣ ਦਿਓ, ਦਫਾ ਮਾਰੋ ਨਾ, ਮੁਖਾਤਬ ਕਰੋ ਇਸ ਬੰਦੇ ਨੂੰ। ਯਾਰ ਮਨਸੂਰ ਭਾਈ ਤੁਸੀਂ ਮਿਊਟ ਕਰ ਲਓ, ਤੁਸੀਂ ਮਿਊਟ ਕਰ ਲਓ, ਤੁਸੀਂ ਸ਼ਰੀਫ ਆਦਮੀ ਹੋ, ਇਹਨੇ ਬਾਜ਼ ਨਹੀਂ ਆਣਾ, ਮੇਰੀ ਖੈਰ ਇਹ ਹੈ। ਭੈਣ ਚੋਦ ਬਦਮਾਸ਼ ਤੁਸੀਂ ਹੈ ਮਿਊਟ ਕਰ ਲਓ। ਮਨਸੂਰ, ਇਹ ਬਦਮਾਸ਼ ਹੈਗਾ, ਇਹਦੀ ਬਦਮਾਸ਼ੀ ਮੈਂ ਕੱਢਣੀ ਅੱਜ। ਮੈਂ ਬਦਮਾਸ਼ ਨਹੀਂ ਹੈਗਾ, ਮੈਂ ਗਰੀਬ ਆਦਮੀ ਹਾਂ, ਮੈਂ ਬਦਮਾਸ਼ ਨਹੀਂ ਹੈਗਾ। ਤੂੰ ਭੈਣ ਚੋਦ ਹੈਗਾ, ਗਰੀਬ ਨਹੀਂ ਹੈਗਾ, ਤੂੰ ਭੈਣ ਚੋਦ ਹੈ। ਯਾਰ ਇਹੋ ਜਿਹੀਆਂ ਗਾਲਾਂ ਗੰਦੀਆਂ ਕਿਉਂ ਕੱਢਦੇ ਹੋ? ਤੁਹਾਡੇ ਜਿਹੜੇ ਦੋਤਰੀਆਂ ਪੋਤਰੇ ਨੂੰ ਕੀ ਸਿੱਖਦੇ ਹੋਣੇ ਨੇ? ਨਹੀਂ ਤੂੰ ਹੈ ਗੰਦਾ, ਗੰਦਿਆਂ ਨੂੰ ਤਾਂ ਮੈਂ ਕੱਢਾਂਗਾ ਗਾਲਾਂ। ਨਹੀਂ ਮੈਂ ਕਿੱਥੋਂ ਗੰਦਾ, ਮੈਂ ਤੇ ਰੋਜ਼ਾਨਾ ਨਹਾਣਾ, ਫਿਰ ਬੁਰਸ਼ ਕਰਨਾ, ਫਿਰ ਸੋਹਣਾ ਬੜਾ ਆਪਣਾ ਸ਼ੇਵ ਕਰਨਾ, ਬਹੁਤ ਸਾਫ ਸੁਥਰਾ ਰਹਿਣਾ। ਓਏ ਤੂੰ ਆਪਣੀ ਭੈਣ ਨੂੰ ਚੋਦਣਾ, ਇਹ ਸਸਤ ਗੰਦਾ ਹੈ ਯਾਰ। ਦੇਖ ਆਪਣੇ ਬੇਟਾ ਸਾਹਿਬ ਟੋਨ ਹੋਇਆ ਦਾ ਨਿਕਾਹ ਕਰਾ ਦੇ, ਮੋਨੂੰ ਟੋਨ ਹੋਇਆ ਤਾਂ ਗਾਲਾਂ ਕੱਢਣ ਦੀ। ਬਹੁਤ ਹੀ ਬੇਸ਼ਰਮ ਆਦਮੀ ਹੈ। ਮੈਂ ਪੂਰੀ ਲਾਈਫ ਦੇ ਅੰਦਰ ਇਹੋ ਜਿਹਾ ਗੰਦਾ ਬੁੱਢਾ ਨਹੀਂ ਦੇਖਿਆ। ਤੇਰੀ ਮਾਂ ਨੂੰ ਹੀ ਮੈਂ ਪਿਲਾਈ ਹੈ, ਤੇਰੀ ਮਾਂ ਨੂੰ ਹੀ ਪਿਲਾਈ ਹੈ ਭੈਣ ਚੋਦਾ। ਤੇਰੀ ਮਾਂ ਵੀ ਟੋਨ ਹੋਈ ਆ, ਕੰਜਰੀ। ਉਹ ਗੰਦਾ ਬੁੱਢਾ ਹੈ ਯਾਰ, ਬਹੁਤ ਹੀ ਗੰਦਾ ਬੁੱਢਾ ਹੈ। ਉਹ ਤੇਰੀ ਕੁੜੀ ਵੀ ਟੋਨ ਹੋਈ ਆ, ਭੈਣ ਚੋਦਾ, ਬਾਹਰ ਫਿਰਨ ਦੀ ਆ। ਉਹ ਗੰਦਾ ਬੁੱਢਾ ਹੈ ਯਾਰ, ਇਹਨੂੰ ਛੱਡ ਦਿਓ, ਇਹਨੂੰ ਇਹਦੇ ਹਾਲ ਤੇ ਛੱਡ ਦਿਆ ਕਰੋ। ਟਿਕਟੋਕ ਤੇ ਇਹਨੂੰ ਮੂੰਹ ਨਾ ਲਾਇਆ ਕਰੋ, ਇਹ ਗੰਦਾ ਬੁੱਢਾ ਹੈ। ਉਹ ਤੂੰ ਹੈ ਹੀ ਗੰਦਾ, ਤੂੰ ਹੈ ਹੀ ਗੰਦਾ, ਬਹੁਤ ਹੀ ਗੰਦਾ ਬੁੱਢਾ, ਮੁਸ਼ਕ ਮਾਰਦਾ ਹੈ। ਤੂੰ ਹਰਾਮਜ਼ਾਦਾ ਵੀ ਹੈ। ਇਹ ਜੂੰ ਦਾ ਬੈਠਾ, ਸਾਰਿਆਂ ਨੂੰ ਮੁਸ਼ਕ ਆ ਰਹੀ ਹੈ। ਸਾਰ ਹਰਾਮਜ਼ਾਦਾ ਹੈ ਤੇਰੇ ਕੋਲੋਂ। ਤੇ ਉਹ ਕਹਿੰਦੇ ਨੇ ਤਰੱਕੀ ਤੇਰੀ ਗੂੰਡ ਟੱਟੀ ਚ ਨਿਕਲੀ, ਤੇਰੀ ਪੈਂਟ ਚ, ਕੰਜਰੀ ਦਾ ਪੁੱਤਰਾ। ਬਹੁਤ ਮੁਸ਼ਕ ਮਾਰਦਾ ਹੈ ਬੁੱਢਾ ਯਾਰ। ਸੂਰ ਖਾਣ ਵਾਲਿਆ, ਇਹਦੀ ਔਲਾਦ ਦੀ ਬਹਾਦਰੀ ਹੈ, ਜਿਹੜਾ ਇਹਨੂੰ ਸਾਰਾ ਦਿਨ ਜਿਹੜਾ ਤੇ ਬੈੱਡ ਤੋਂ ਚੁੱਕ ਕੇ ਵੀਲਚੇਅਰ ਤੋਂ ਬਾਹਰ ਖੜਦੇ ਨੇ, ਇਹਦੀ ਔਲਾਦ ਦੀ ਬਹਾਦਰੀ ਹੈ। ਇਹ ਵੇਖ ਆਪਣੀ ਭੈਣ ਨੂੰ ਚਦਵਾਉਣ ਡਿਆ ਮੇਰੇ ਕੋਲ, ਚਦਵਾਉਣ ਡਿਆ ਭੈਣ, ਚਦਵਾਉਣ ਡਿਆ ਮਾਂ, ਚਦਵਾਉਣ ਡਿਆ ਕੰਜਰੀ ਭੈਣ। ਕੰਜਰੀਆਂ ਇਹਦੀਆਂ ਭੈਣਾਂ ਨੇ ਗਸ਼ਤੀਆਂ, ਗਸ਼ਤੋੜੀਆਂ, ਰੰਡੀ ਇਹਦੀ ਮਾਂ। ਇਹਦੀ ਮਾਂ ਨੇ ਤਰਬੀਅਤ ਇਹਦੀ ਕੀ ਕਰਨੀ ਸੀ? ਜਿਹੜੀ ਇਹਦੀ ਮਾਂ ਹੀ ਰੰਡੀ ਹੈ, ਹੀ ਰੰਡੀ। ਉਹਨੇ